चलती होंगी सी उस समय इतने जिन्ने भी कॉलेजों के प्रोफेसर ने जाना स्कूलों के मास्टर ने जाना उन्होंने PSU के राही होके जाना कोई भी गल साडे नौजवानों तक पहुंचनी किताबां राही होके पहुंचनी क्योंकि सोशल मीडिया का युग नहीं सी उस समय जिन्हें प्रोफेसर सी कॉलेजों च दूजे पासे पंजाब के कॉलेजों के विद्यार्थियों की जथेबंदी पंजाब स्टूडेंट यूनियन उन्होंने एकमकता सीगी उस एकमकता के जोर ते किन्ने साल कॉलेजों के विच कला नहीं कला होरना विद्यक संस्थावां च नहीं पंजाब के सबना पिंडां तो लेके शहरों तो लेके सारिया थावां दे उत्ते पंजाब के नौजवान विद्यार्थियों की तुत्ती बोलती रही है ते इत्थे हालत बनती रही है कि कॉलेजों के विचों जदों विद्यार्थियों ने कोई रैली ते मुजाहरा करने आना उस समय अध्यापकों के वालों कहना कि जाओ तुसी तैयारियां करके भेजना ते अध्यापकों के वालों जत्थां दे जत्था नूं कह के भेजना कि तुसी कॉलेज की परवाह ना करो कॉलेज के मैनेजमेंट के नाल जे कोई पंगा पऊगा तो असीं बराबर करांगे पर अज जिहड़ी हालत दे विच कॉलेज चल रहे हैं अज कॉलेजां दी हालत यह है कि साडे जिहड़े कॉलेजां दे विच रट्टे पैंदे आ विद्यार्थी यूनियन दे पैंदे आ ਉਹ ਮੇਨ ਮੈਨੇਜਮੈਂਟ ਨਾਲ ਨਹੀਂ ਪੈਂਦੀ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਹੈ ਕਿ ਜਦੋਂ ਤੋਂ ਇਹ ਗੈਸਟ ਫੈਕਲਟੀ ਦੇ ਨਾਤੇ ਅਧਿਆਪਕ ਦੇ ਨਾਤੇ ਟੀਚਰ ਦੇ ਨਾਤੇ ਤੇ ਹੋਰ ਬਾਕੀਆਂ ਦੇ ਨਾਤੇ ਬੱਚੇ ਪ੍ਰੋਫੈਸਰਾਂ ਦੀ ਭਰਤੀ ਹੋਣ ਲੱਗੀ ਹੈ ਉਹਨਾਂ ਤੋਂ ਬੜੇ ਪੱਕੀ ਕਰਦੇ ਨੂੰ झंडा खड़ा कर लो सर प्रोग्राम जथेबंदी खड़ा कर रही है सरकार बड़ी खुशी है लोड़ है गल समझनी है असं तो यह कहने कि जो अज सरकारी कालजों का मुलांकन किया जाए तो सरकारी कालजों च उन्होंने 1158 रख के पिछले भी रख के सैकड़े सामिया खाली बचन गया इनिया पोस्टां की लोड़ इस गल की है कि इस गल से लड़िए आओ होर पोस्टां कराइए आओ कच्चे नूं पक्के कराइए आओ जिहड़ी हुणे हुणे भर्ती होई है उहनूं नेपरे चढ़ाइए आओ इस लड़ाई नूं सांझी लड़ाई बनाउण वाल बनीए क्योंकि उधर नूं वधन ची साडी भलाई है साडी इस चोटी ने अगे वधना है तुहाडा सारिआं दा बहुत बहुत धन्नवाद साडे विचकार
ਭਾਰਤੀ ਕਿਸਾਨ ਮੋਰਚਾ ਉਗਰਾਹਾਂ ਇੱਕ ਹੋਰ ਜਥਾ ਲੰਬੇ ਸਮੇਂ ਤੋਂ ਬੇਰੁਜ਼ਗਾਰ ਅਧਿਆਪਕ ਈਟੀਟੀ ਪਾਸ ਜਿਹੜੇ ਟੈਟ ਪਾਸ ਅਧਿਆਪਕ ਔਰ ਜਿਹੜੇ ਸਰਕਾਰੀ ਕਾਲਜਾਂ ਦੇ ਵਿੱਚ ਗੈਸਟ ਫੈਕਲਟੀ ਅਸਿਸਟੈਂਟ ਪ੍ਰੋਫੈਸਰ ਸੀ ਉਹਨਾਂ ਨੂੰ ਜਿਵੇਂ ਰਿਵਰਸ ਕੀਤਾ ਪੰਜਾਬ ਸਰਕਾਰ ਨੇ 18 ਸਾਲ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਸੀ ਤਜਰਬੇਕਾਰ ਅਧਿਆਪਕ ਉਹਨਾਂ ਨੂੰ ਰਿਵਰਸ ਕਰ ਦਿੱਤਾ ਗਿਆ। ਉਹਨਾਂ ਦੀ ਤਨਖਾਹ ਜਿਹੜੀ ਸੀਗੀ ਉਹ ਅੱਧੀ ਕਰ ਦਿੱਤੀ ਗਈ। ਪਿਛਲੇ ਲੰਬੇ ਸਮੇਂ ਤੋਂ ਉਹ ਆਪਣਾ ਸੰਘਰਸ਼ ਕਰ ਰਹੇ ਨੇ। ਪੰਜਾਬ ਦੇ ਮੌਜੂਦਾ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੀ ਰਿਹਾਇਸ਼ ਉਹਨਾਂ ਨੇ ਘੇਰੀ ਹੋਈ ਆ। ਕਾਫੀ ਦਿਨਾਂ ਤੋਂ ਇੱਥੇ ਬੈਠੇ ਹੋਏ ਨੇ ਧਰਨੇ 'ਤੇ। ਪਿਛਲੇ ਦਿਨ ਵੀ ਅਸੀਂ ਤੁਹਾਨੂੰ ਇੱਥੋਂ ਕਵਰੇਜ ਕਰਕੇ ਦਿਖਾਈ ਸੀ ਵੀ ਕਿੰਨਾ ਹਾਲਾਤਾਂ ਦੇ ਵਿੱਚ ਉਹ ਅਧਿਆਪਕ ਬੈਠੇ ਹੋਏ ਨੇ। ਉਹਨਾਂ ਅਧਿਆਪਕਾਂ ਨੇ ਕਿਸਾਨ ਜਥੇਬੰਦੀਆਂ ਨਾਲ ਸੰਪਰਕ ਕੀਤਾ ਸੀ। ਅੱਜ ਕਿਸਾਨ ਜਥੇਬੰਦੀਆਂ ਇੱਥੇ ਪਹੁੰਚੀਆਂ ਹੋਈਆਂ ਨੇ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਇੱਥੇ ਪਹੁੰਚੇ ਹੋਏ ਨੇ। ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਉਹ ਅਧਿਆਪਕਾਂ ਦਾ ਸਮਰਥਨ ਕਰ ਰਹੇ ਨੇ। ਸਤਿ ਸ਼੍ਰੀ ਅਕਾਲ। ਅੱਜ ਤੁਸੀਂ ਇੱਥੇ ਸਿੱਖਿਆ ਮੰਤਰੀ ਦਾ ਜਿਹੜਾ ਘਰ ਘੇਰਿਆ ਹੋਇਆ ਅਧਿਆਪਕਾਂ ਨੇ ਉਹਨਾਂ ਦੇ ਸਮਰਥਨ ਵਾਸਤੇ ਪਹੁੰਚੇ ਹੋਏ ਹੋ? ਜੀ ਸਮਰਥਨ ਵਾਸਤੇ ਆਏ ਆ। ਜਿਹੜੇ ਸਾਡੇ ਬੱਚਿਆਂ ਦਾ ਸ਼ੋਸ਼ਣ ਪਰ ਹਰ ਹਾਈਲੇ ਕਰ ਰਹੇ ਆ। 18-19 ਸਾਲ ਉਹਨਾਂ ਨੇ ਮਿਹਨਤ ਕੀਤੀ ਹੈ। ਸਰਕਾਰੀ ਸਕੂਲ ਨੇ ਬਣਾਏ ਆ। ਇਹ ਸਰਕਾਰੀ ਸਕੂਲ ਹੈ ਅੱਜ ਇਹਨਾਂ ਦੀ ਬਦੌਲਤ। ਅੱਜ ਜਦੋਂ ਨੌਕਰੀ ਦੀ ਗੱਲ ਆਈ ਆ ਇਹਨਾਂ ਕਿਸੇ ਵੀ ਹਾਲਾਤ ਤਿਆਰੀ ਕੀਤੀ ਜਾ ਰਹੀ ਹੈ, ਇਹਨਾਂ ਨੂੰ ਕੱਢ ਦਿੱਤਾ ਗਿਆ। ਕੱਢ ਹੀ ਦਿੱਤਾ ਗਿਆ। ਹਾਂ ਕੱਢ ਦਿੱਤਾ ਗਿਆ। ਜਾਂ ਫਿਰ ਨਵੇਂ ਸਿਰੋਂ ਇਹਨਾਂ ਦੇ ਇਹ ਮੰਤਰੀ ਜਿਹੜੇ ਆ ਉਹ ਕੰਟੈਕਟ ਬੇਸ ਤੇ ਆਉਣਗੇ। ਉਹਨਾਂ ਨੂੰ ਵੀ ਆਪਾਂ ਵੀ 3 ਸਾਲ ਕੰਮ ਉਹਨਾਂ ਦਾ ਕਦੇ ਨਹੀਂ ਕਿਹਾ ਨਾ ਇਹ ਕਰਕੇ ਜਿਹੜੇ ਪੰਜਾਬ ਦੇ ਹੁਣ ਕਿੰਨਾ ਚਿਰ ਸਾਡਾ ਜਿਹੜਾ ਨੌਜਵਾਨ ਆ ਉਹਦਾ ਫਿਊਚਰ ਸੇਫ ਨਹੀਂ, ਉਹਦਾ ਪੰਜਾਬ ਸੇਫ ਨਹੀਂ। ਉਹ ਗੈਂਗਸਟਰ ਬਣ ਗਏ, ਉਹ ਨਸ਼ਾ ਖਾਣਗੇ, ਜਿੰਨੇ ਵੀ ਕ੍ਰਾਈਮ ਹੋਣਗੇ। ਜਿੰਨਾ ਚਿਰ ਉਹ ਬੰਦੇ ਜਿਹੜੇ ਸਾਡੇ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਉਹਨਾਂ ਚਿਰ ਜਿਹੜੀ ਜੜ੍ਹ ਆ ਨਸ਼ਿਆਂ ਦੀ ਆ ਗੈਂਗਸਟਰ ਆ ਉਹਨਾਂ ਦੇ ਰਹੂਗੀ। ਔਰ ਜਿਹੜੇ ਲੀਡਰ ਆ ਇਹ ਚੀਜ਼ਾਂ ਤੋਂ ਮਾੜੋ ਤੇ ਰਾਜ ਲੱਗਦਾ ਵੀ ਕਿਸਾਨ ਤੇ ਜਵਾਨ ਦੋਨੋਂ ਰਲ ਕੇ ਇਹ ਜਿਹੜਾ ਸੰਘਰਸ਼ ਲੜਨਗੇ। ਮੇਰਾ ਇੱਕ ਬੇਟਾ ਜਿਹੜੀ ਪਹਿਲੀ ਵੀ ਆਪਾਂ ਲੜਾਈ ਲੜੀ ਆ ਉਹ ਕਿਸਾਨ ਦੀ ਨਹੀਂ ਲੜੀ ਆਪਾਂ, ਉਹ ਜਨ ਅੰਦੋਲਨ ਸੀਗਾ। ਚਾਹੇ ਉਹਦੇ 6 ਸਾਲ ਦਾ ਬੱਚਾ ਹੋਵੇ ਤੇ ਚਾਹੇ 80 ਸਾਲ ਦਾ ਬਜ਼ੁਰਗ ਹੋਵੇ, ਚਾਹੇ ਉਹ ਰੇਹੜੀ ਲਾਉਂਦਾ ਕਿੰਨੇ ਦੀ ਹੋਵੇ, ਚਾਹੇ ਉਹ ਮੂੰਗਫਲੀ ਵੇਚਦਾ ਹੋਵੇ, ਚਾਹੇ ਉਹ ਬੁੜੀ ਵਾਲਾ ਹੋਵੇ, ਉਹ ਸਾਰਿਆਂ ਦੀ ਇੱਕ ਰੱਖੀ ਲੜਾਈ। ਉਹ ਲੜਾਈ ਆਪਾਂ ਜਿੱਤ ਕੇ ਤਾਂ ਆਪਾਂ ਨਵਾਂ ਸੰਚਾਰ ਕੀਤਾ ਲੋਕਾਂ ਦੇ ਮਨ 'ਚ ਕਿ ਜੇ ਲੜੀਏ ਤਾਂ ਜਿੱਤ ਸਕਦੇ ਆ। ਜਿਹੜਾ ਮੋਦੀ ਕਹਿੰਦਾ ਸੀ ਮੈਂ ਮੁੜਦਾ ਹੀ ਨਹੀਂ ਪਿੱਛੇ, ਉਹ ਪਿੱਛੇ ਮੁੜਿਆ। ਹੁਣ ਲੋਕਾਂ ਦੇ ਵਿੱਚ ਚੇਤਨਾ ਆ ਗਈ ਆ। ਹੁਣ ਸਿਸਟਮ ਦੇ ਖਿਲਾਫ ਲੜ ਰਹੇ ਆ ਵੀ ਜਿਹੜੇ MLA ਆ ਜਾਂ MP ਆ ਜੇ ਉਹਨਾਂ ਦੀ 75,000 ਪੈਨਸ਼ਨ ਆ ਜਾਂ ਉਹਨਾਂ ਦੀਆਂ 9 ਪੈਨਸ਼ਨਾਂ ਜਾਂ 6.5-7 ਲੱਖ ਰੁਪਈਆ ਸਾਨੂੰ ਪੈ ਰਿਹਾ ਜਾਂ ਉਹਦੀ 1,000 ਬੰਦਾ ਸਿਕਿਉਰਿਟੀ ਆ। ਅਸੀਂ ਉਹ ਪੁੱਛਣਾ ਚਾਹੁੰਦੇ ਅੱਜ ਵੀ ਕਿਹੜਾ ਉਹ ਗਲਤ ਕੰਮ ਕਰਦੇ ਆ ਜਿਹਦੇ ਪਿੱਛੇ 1,000 ਬੰਦਾ ਸਿਕਿਉਰਿਟੀ ਦਾ ਲੱਗਾ ਹੋਵੇ। ਜਿਹਦੇ ਦੂਸਰੇ ਇਹ ਜਿਹੜੇ ਮੁੰਡੇ ਆ ਇਹ ਨਹੀਂ ਕਹਿ ਰਹੇ ਅਸੀਂ ਬੈਂਕ ਲੁੱਟਣੀ ਆ, ਇਹ ਨਹੀਂ ਕਹਿ ਰਿਹਾ ਵੀ ਨਸ਼ਾ ਵੇਚਣ ਦੀ ਪਰਮਿਸ਼ਨ ਦਿਓ। ਇਹ ਸਿਰਫ ਕੰਮ ਮੰਗ ਰਹੇ ਆ ਨਾ, ਪੜ੍ਹੇ ਲਿਖੇ ਆ, ਡਿਗਰੀਆਂ ਕੀਤੀਆਂ ਜਾਂ ਜੇ ਇਹਨਾਂ ਨੂੰ ਕੰਮ ਨਹੀਂ ਦਿੱਤਾ ਜਾਊਗਾ ਤਾਂ ਗੈਂਗਸਟਰ ਹੀ ਬਣਨਗੇ ਤੇ 35 ਸਾਲ ਦੀ ਉਮਰ ਭੋਗਣਗੇ, ਬਾਹਰੀ ਗੋਲੀ ਦਾ ਸ਼ਿਕਾਰ ਬਣ ਜਾਣਗੇ, ਉੱਥੋਂ ਦੇ ਕਬਜ਼ਾ ਕਰਨਗੇ। ਸਰਕਾਰ ਦੀ ਇਹ ਚਾਲ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਵੀ ਜਿਸ ਤਰ੍ਹਾਂ ਇਹਨਾਂ ਨੂੰ ਡਿਗਰੀ ਹੋਲਡਰ ਜਿਸ ਤਰ੍ਹਾਂ ਹੁਣ ਇਹਨਾਂ ਦੇ 18-20 ਸਾਲ ਦਾ ਤਜਰਬਾ ਹੈ ਔਰ ਇਹ ਆਏ ਵੀ ਪ੍ਰੋਪਰ ਚੈਨਲ ਨੇ UGC ਦੇ ਜੋ ਪ੍ਰੋਸੀਜਰ ਆ ਉਹਨੂੰ ਅਡਾਪਟ ਕਰਕੇ ਸਾਰੇ ਕੁਝ ਪ੍ਰੋਪਰ ਚੈਨਲ ਆਏ ਨੇ ਜਿਹੜੇ ਹੁਣ ਇਹਨਾਂ ਨੇ ਨਵੇਂ ਭਰਤੀ ਕੀਤੇ ਨੇ ਉਹ ਸਾਰਿਆਂ ਨੂੰ ਪਤਾ ਕਿ ਜਿਵੇਂ ਆਵਾਜ਼ਾਂ ਉੱਠੀਆਂ ਸੀ ਲੋਕਾਂ ਦਾ ਕਹਿਣਾ ਹੈ ਕਿ ਪੇਪਰ ਸੈਟਰ ਜਿਹੜੇ ਹੈਗੇ ਨੇ ਉਹਨਾਂ ਨੇ ਘਪਲੇਬਾਜ਼ੀ ਕੀਤੀ ਆ ਉਹਦੇ ਵਿੱਚ ਔਰ ਉਹਨਾਂ ਦੇ ਨਜ਼ਦੀਕੀ ਉਹਦੇ ਵਿੱਚ ਕੀਤੇ ਗਏ ਨੇ। ਕੀ ਇਹ ਸੱਚਾਈ ਹੈ? ਕੋਈ ਵੀ ਭਰਤੀ ਹੋਵੇ ਬੇਟਾ, ਭਰਤੀ ਦਾ ਸਿਰਫ ਨਾਂ ਹੁੰਦਾ। ਪਿਛਲੇ ਚੋਰ ਮੋਰੀ ਭਰਤੀ ਪਹਿਲਾਂ ਕੀਤੀ ਸੀ। ਤੁਸੀਂ ਨਹੀਂ ਜਾਣਦੇ ਵੀ ਪਟਵਾਰੀ 30 ਲੱਖ ਰੁਪਏ ਦੇ ਕੇ ਭਰਤੀ ਹੁੰਦੇ ਆ। ਤੁਸੀਂ ਨਹੀਂ ਜਾਣਦੇ ਹਰ ਸਰਕਾਰੀ ਮੁਲਾਜ਼ਮ ਜਿਹੜਾ ਹੈ ਉਹ ਪਹਿਲਾਂ ਰਿਸ਼ਵਤਖੋਰੀ ਕਰਕੇ ਹੀ ਭਰਤੀ ਹੁੰਦੇ। ਉਹ ਜਿਹੜਾ ਅੱਜ ਜਿਹੜਾ ਰਾਜ ਲੋਕਾਂ ਦਾ ਨਹੀਂ ਹੈ, ਰਾਜਪੂਤ ਬੰਦਿਆਂ ਦਾ ਜਿਹੜਾ ਥਾਣੇਦਾਰ ਆ ਉਹ ਮੇਰੀ ਮਰਜ਼ੀ ਦਾ, ਤਹਿਸੀਲਦਾਰ ਉਹਦੀ ਮਰਜ਼ੀ ਦਾ, ਕਾਨੂੰਨ ਉਹਦੀ ਮਰਜ਼ੀ ਦਾ। ਇਹ ਭ੍ਰਿਸ਼ਟਾਚਾਰ ਦੇ ਅੱਡੇ ਬਣ ਗਏ। ਜਿਹੜਾ ਪੜ੍ਹਿਆ ਲਿਖਿਆ ਨੌਜਵਾਨ ਆ ਜਿਹੜਾ ਯੋਗ ਆ ਜਿਹਦੇ ਵਿੱਚ ਲਾਇਬਿਲਿਟੀ ਹੈਗੀ ਆ ਉਹ ਸੜਕਾਂ 'ਤੇ ਫਸ ਗਿਆ ਕਿਉਂਕਿ ਉਹਦੇ ਕੋਲ ਪੈਸਾ ਨਹੀਂ। ਉਹ ਡਿਗਰੀ ਤਾਂ ਹੈ ਨਾ, ਕੁਛ ਵਾਰਸ਼ ਆ ਨਾ ਉਹਦੇ ਕੋਲ ਪੈਸਾ। ਜੇ ਇਸ ਬੰਦੇ ਨੇ ਹਜੇ ਜ਼ਮੀਨ ਨਹੀਂ ਵੇਚੀ
ਉਹ ਪੰਜਾਬ ਦੇ ਵਿੱਚ ਨਹੀਂ ਬਲਕਿ ਹਿੰਦੁਸਤਾਨ ਦੇ ਵਿੱਚ ਅੱਜ ਦੁਖੀ ਆ। ਉਹ ਦੁਖੀਆਂ ਨਾਲ ਅਸੀਂ ਬਣੇ। ਸੋ ਇਹਨਾਂ ਦਾ ਕਹਿਣਾ ਇਹੀ ਆ ਕਿ ਇੱਥੇ ਰੁਜ਼ਗਾਰ ਪੜ੍ਹੇ ਲਿਖੇ ਬੇਰੁਜ਼ਗਾਰ ਤੁਰੇ ਫਿਰਦੇ ਨੇ ਔਰ ਡਿਗਰੀ ਹੋਲਡਰ ਤੁਰੇ ਫਿਰਦੇ ਨੇ। ਇਹੀ ਵੱਡਾ ਕਾਰਨ ਆ ਕਿ ਬ੍ਰੇਨ ਡਰੇਨ ਹੋ ਰਹੀ ਹੈ। ਜੇ ਇਹੀ ਵੱਡਾ ਕਾਰਨ ਹੈ ਜੀ, ਇਹ ਹੀ ਜੋ ਕ੍ਰਾਈਮ ਆ, ਜੋ ਵੀ ਅੱਜ ਕ੍ਰਾਈਮ ਹੋ ਰਿਹਾ, ਜਦੋਂ ਲੋਕ ਨੌਜਵਾਨ ਗਲਤ ਪਾਸੇ ਜਾ ਰਹੇ ਆ, ਸਾਡੀ ਧੀਆਂ ਭੈਣਾਂ ਦੀ ਜ਼ਿਆਦਤੀ ਹੋ ਰਹੀ ਆ, ਨਸ਼ੇ ਵਿਕ ਰਹੇ ਆ, ਇਹ ਮਾਫੀਆ ਜਿਹੜਾ ਬਣਿਆ ਆ ਉਹਨੇ ਲੀਡਰਾਂ ਦੀ ਬਦੌਲਤ। ਕਿਸਾਨ ਜਥੇਬੰਦੀਆਂ ਦੀ ਪਹਿਲ ਕਦਮੀ ਆ ਕਿ ਬ੍ਰੇਨ ਡਰੇਨ ਨੂੰ ਰੋਕਣਾ ਸਭ ਤੋਂ ਜ਼ਰੂਰੀ ਹੈ ਜੀ, ਸਭ ਤੋਂ ਜ਼ਰੂਰੀ ਆ ਕਿ ਸਾਡਾ ਨੌਜਵਾਨ ਜਿਹੜਾ ਫਿਊਚਰ ਹੈਗਾ ਆ, ਨੌਜਵਾਨ ਆ, ਉਹ ਬਾਹਰ ਨਾ ਜਾਵੇ, ਉਹ ਇੱਥੇ ਰਹੇ। ਜਿਹੜਾ ਟੈਲੈਂਟ ਆ ਉਹ ਸਾਡੇ ਕੰਮ ਆਵੇ, ਨਾ ਕਿ ਦੂਸਰੇ ਮੁਲਕ। ਅੱਛਾ, ਇੱਕ ਹੋਰ ਹੈ ਸੰਯੁਕਤ ਸਮਾਜ ਮੋਰਚਾ, ਜਿਹੜਾ ਸੰਯੁਕਤ ਕਿਸਾਨ ਮੋਰਚਾ ਸੀ SKM ਹੁਣ SSM ਦੇ ਵਿੱਚ ਚੇਂਜ ਹੋ ਗਿਆ, ਉਹਦੇ ਬਾਰੇ ਆਪਣਾ ਓਪੀਨੀਅਨ ਦਿਓ। ਇਹ ਆ ਜੀ ਵੀ ਇਹ ਸਾਡਾ ਪਹਿਲਾਂ ਵੀ ਤਜਰਬਾ ਹੋਇਆ। ਆਪਾਂ 84 ਦੇ ਵਿੱਚ ਇੱਕ ਬਹੁਤ ਵੱਡਾ ਕਿਸਾਨ ਅੰਦੋਲਨ ਲੜਿਆ, ਉਹਦੇ ਵਿੱਚ ਭੁਪਿੰਦਰ ਸਿੰਘ ਮਾਨ ਨਿਕਲਿਆ ਸੀ। ਉਹ ਜਾ ਕੇ ਉਹਨਾਂ ਦੀ ਗੋਦੀ 'ਚ ਬਹਿ ਗਿਆ ਸੀਗਾ। ਉਦੋਂ ਬਾਅਦ ਲੱਖੋਵਾਲ ਹੋਇਆ, ਲੱਖੋਵਾਲ ਜਾ ਕੇ ਉਹਨਾਂ ਦੀ ਗੋਦੀ 'ਚ ਬਹਿ ਗਿਆ ਸੀਗਾ। ਇੱਕ ਸਿਸਟਮ ਹੈ ਬਹੁਤ ਵੱਡਾ, ਇਹ ਉਹਨਾਂ ਨੇ ਬ੍ਰੇਨ ਵਾਸ਼ ਕੀਤੇ ਲੋਕਾਂ ਦੇ। ਅਕਾਲੀ ਕਾਂਗਰਸ ਜਿੰਨਾ ਮਾਫੀਆ ਹੈਗਾ, ਕੇਬਲ ਮਾਫੀਆ, ਰੇਤ ਮਾਫੀਆ, ਬਜਰੀ ਮਾਫੀਆ, ਜੋ ਵੀ ਹੈ, ਉਹਨਾਂ ਕੋਲ ਅਰਬਾਂ ਰੁਪਈਏ ਇਕੱਠੇ ਕੀਤੇ ਆ। ਦੁਨੀਆ ਭਰ ਦੇ ਗੁੰਡੇ ਉਹਨਾਂ ਕੋਲ ਆ। ਬਲਾਈਂਡ ਵੋਟ ਆ ਪਿੰਡਾਂ ਦੇ ਵਿੱਚ, 300 ਵੋਟ, 400 ਵੋਟ ਆ। ਅਸੀਂ ਉਹਨਾਂ ਦਾ ਇਸ ਸਿਸਟਮ 'ਚ ਰਹਿ ਕੇ ਮੁਕਾਬਲਾ ਨਹੀਂ ਕਰ ਸਕਦੇ। ਇਹ ਸਾਡੇ ਭਰਾ ਆ, ਗਏ ਆ, ਆਪਣਾ ਨੁਕਸਾਨ ਕਰਾ ਕੇ 6 ਮਹੀਨੇ ਬਾਅਦ ਮੁੜ ਕੇ ਵੀ ਆਉਣਗੇ। ਤੁਸੀਂ ਸਮਰਥਨ ਕਰੋਗੇ ਕਿ ਨਹੀਂ? ਸਮਰਥਨ ਅਸੀਂ ਨਹੀਂ ਕਰਾਂਗੇ ਜੀ। ਅਸੀਂ ਤਾਂ ਪ੍ਰੈਸ਼ਰ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਵੀ ਅੱਜ ਆਪਾਂ ਮੰਤਰੀ ਦਾ ਕੰਮ ਕਰਕੇ ਰਿਹਾ ਆ। ਜੇ ਆਪਾਂ 10 ਦਿਨ ਵਿੱਚ ਇਹਨਾਂ ਮੁੰਡਿਆਂ ਨੂੰ ਨੌਕਰੀ ਦਿਵਾਉਂਦੇ ਆ ਕਿ ਆਪਾਂ MLA ਆ? ਨਹੀਂ, ਉਹਨਾਂ ਨੂੰ ਤੁਸੀਂ ਨਹੀਂ ਸਮਝਾਇਆ, ਤੁਸੀਂ ਇਹਨਾਂ ਦੇ ਨਾਲ ਗੱਲਬਾਤ ਨਹੀਂ ਕੀਤੀ ਕਿ ਵੀ ਜੋ ਸਾਡਾ ਹੁਣ ਬਣਿਆ ਹੋਇਆ ਪ੍ਰੈਸ਼ਰ ਸਰਕਾਰ ਤੇ ਦੇਖੋ ਨਾ, ਅੱਜ ਕਿਸਾਨੀ ਦਾ ਕਿਸੇ ਦੇ ਬੈਚ ਲੱਗਾ ਹੋਵੇ, ਕਿਸੇ ਦੇ ਗੱਡੀ ਤੇ ਝੰਡਾ ਲੱਗਾ ਹੋਵੇ, ਪੁਲਿਸ ਮੁਲਾਜ਼ਮ ਵੀ ਡਰਦੇ ਨੇ। ਕਿਸੇ ਦਫ਼ਤਰ ਚਲੇ ਜਾਓ ਤੁਸੀਂ, ਕਿਸੇ ਕਿਸਾਨ ਯੂਨੀਅਨ ਦਾ ਨਾਮ ਲੈ ਦਿਓ, ਉੱਠ ਕੇ ਖੜਾ ਹੋ ਜਾਂਦਾ ਅਫਸਰ। ਕਿ ਇਹੋ ਜਿਹਾ ਜਿਹੜਾ ਪ੍ਰੈਸ਼ਰ ਫਿਰ ਕਿਸੇ ਉਹਦੇ ਤੇ ਬਣੇਗਾ? ਜੇ ਮੰਨ ਲਓ ਆਪਾਂ ਮੰਨ ਕੇ ਚੱਲਦੇ ਆ, ਜੇ ਤਾਂ ਉਹ ਜਿੱਤ ਜਾਂਦੇ ਆ, ਵੈਲ ਐਂਡ ਡਨ। ਜੇਕਰ ਨਹੀਂ ਜਿੱਤਦੇ ਤਾਂ ਕੀ ਫਿਰ ਇਹਨਾਂ ਦੀ ਉੱਥੇ ਕਹਿ ਲਓ ਕਿ ਘੱਟ 'ਚ ਨਹੀਂ ਜਾਣਗੇ ਜਿਹੜਾ SSM ਬਣਾਇਆ ਹੋਇਆ ਹੈ? ਕਿ ਇਹ ਜਿਹੜੇ ਸੀਗੇ ਪਲਾਂਟ ਕੀਤੇ ਸੀਗੇ ਬੰਦੇ, ਚਲੋ ਅਸੀਂ ਰਾਜੇਵਾਲ ਸਵਾਲ ਤਾਂ ਨਹੀਂ ਬੋਲਦੇ, ਇਹਨਾਂ ਦਾ ਪਹਿਲਾਂ ਤੋਂ ਹੀ ਪਲਾਂਟ ਕੀਤਾ। ਮੀਡੀਆ ਨੇ ਇਹਨਾਂ ਨੂੰ ਚੱਕਿਆ, ਇੱਕ ਸਰਕਾਰੀ ਮੀਡੀਆ ਸੀ, ਉਹਨਾਂ ਨੇ ਪਲਾਂਟ ਕੀਤਾ। ਪਲਾਂਟ ਕਰਕੇ ਆਗੂ ਨੂੰ ਬਾਅਦ ਦੇ ਵਿੱਚ ਖਰੀਦਣਾ ਸੌਖਾ ਹੋ ਜਾਂਦਾ। ਉਹਨਾਂ ਨੇ ਪਲਾਂਟ ਕੀਤਾ ਸੀ, ਔਰ ਜਿਹੜੀ ਆਏ ਸੀ ਇਹ ਗਲੀ ਦੇ ਵਿੱਚ ਦੀ ਉਸੇ ਗਲੀ ਮੁੜ ਗਈ। ਸਾਨੂੰ ਇਹਨਾਂ ਦੇ ਜਾਣ ਦਾ ਕੋਈ ਦੁੱਖ ਨਹੀਂ ਹੈਗਾ, ਕਿਉਂਕਿ ਅਸੀਂ ਸ਼ਹਿਰ ਤੋਂ ਲੈ ਕੇ ਲੜਨ ਵਾਲੇ ਲੋਕ ਹਾਂ। ਸਾਡਾ ਅੱਜ ਵੀ ਵਿਸ਼ਵਾਸ ਹੈ ਵੀ ਇਹ ਮਾਰ ਖਾਣਗੇ, ਮਾਰ ਖਾ ਕੇ ਦੁਬਾਰਾ ਆਉਣਗੇ। ਇਹਨੂੰ 10,000 ਵੋਟ ਪਊ, ਇਹਦੀ ਜਮਾਤ ਜ਼ਬਤ ਹੋਊਗੀ। ਹਾਂ, ਮੰਨ ਲਓ ਜਿੱਤ ਵੀ ਜਾਣਗੇ। ਕੀ ਪੰਜਾਬ ਜਿਹੜਾ ਆ ਇਹ ਸੈਂਟਰ ਲੜ ਸਕੂਗਾ? ਇੰਨਾ ਸੂਬਾ ਹੈਗਾ ਆਪਣਾ, ਆਪਣੇ ਕੋਲ ਹੈ ਸੋਰਸਿਸ ਕਿਹੜੇ ਆ? ਅਸੀਂ ਡਿਪੈਂਡੈਂਟ ਹੈਗੇ ਆ। ਪਾਣੀ ਸਾਡੇ ਕੋਲ ਨਹੀਂ, ਪੱਥਰ ਸਾਡੇ ਕੋਲ, ਬਹੁਤ ਸਾਰੇ ਸੋਰਸ ਸਾਡੇ ਕੋਲ ਨਹੀਂ। ਨਹੀਂ, ਇਹਦੇ ਨਾਲ ਨਾ ਇੱਕ ਪ੍ਰਧਾਨ ਜੀ ਇੱਕ ਹੋਰ ਗੱਲ ਉੱਠਦੀ ਆ ਵੀ ਜੇ ਇਹ ਨਹੀਂ ਜਿੱਤਦੇ ਤਾਂ ਕੀ ਉਹਦੇ ਤੇ ਮਾੜਾ ਅਸਰ ਨਹੀਂ ਪਊਗਾ, ਢਾਵਲ ਨਹੀਂ ਜਾਊਗਾ? ਬਿਨਾਂ ਸ਼ੱਕ ਮਾੜਾ ਪਊਗਾ, ਕਿਉਂਕਿ ਲੋਕ ਸਾਡੇ ਇਲਜ਼ਾਮ ਲਾਉਣਗੇ। ਇਹ ਤਾਂ ਆਏ ਲਾਲਸਾ ਸੀ ਇਹਨਾਂ ਦੀ, ਇਹ ਤਾਂ ਆਏ ਇਸ ਕੰਮ ਤੇ ਪੁੱਛਦੇ ਵੀ ਇਹਨਾਂ ਨੂੰ ਦਿੱਤੀ ਦੀ ਲਾਲਸਾ ਸੀ। ਇਹ ਲੋਕ ਲੜੇ, ਨੌਜਵਾਨ ਨੂੰ ਵਰਤਿਆ, ਸਾਰੇ ਵਰਗਾਂ ਨੂੰ ਵਰਤਿਆ, ਉਹਦਾ ਬੈਨੀਫਿਟ ਲੈਣ ਲਈ ਹੁਣ ਇਹ ਕੁਰਸੀਆਂ ਭਾਲਦੇ। ਕਿਉਂਕਿ ਲੋਕਾਂ ਦੀ ਆਵਾਜ਼ ਇਹ ਆ, ਲੋਕ ਕਹਿੰਦੇ ਨੇ ਕਿ ਰਾਜੇਵਾਲ ਸਾਹਿਬ ਜਿਹੜੇ ਲਗਾਤਾਰ BJP ਦੇ ਸੰਪਰਕ ਦੇ ਵਿੱਚ ਰਹੇ ਨੇ। ਬਿਨਾਂ ਸ਼ੱਕ ਇਹ ਪਹਿਲਾਂ ਉਹਨਾਂ ਦੇ ਬਕਾਇਦਾ ਬੂਥ ਲਾ ਕੇ ਹਮਾਇਤ ਵੀ ਕਰ ਰਿਹਾ ਆਮ ਆਦਮੀ ਪਾਰਟੀ, ਔਰ ਇਹ ਲਗਾਤਾਰ ਕਹਿੰਦੇ ਵੀ ਰਹੇ ਆ TV ਤੇ ਵੀ ਵੀ ਅਸੀਂ ਕਿਸੇ ਨਾ ਕਿਸੇ ਪਾਰਟੀ ਦੀ ਹਮਾਇਤ ਕਰਦੇ ਹਾਂ। ਅਸੀਂ ਨਿਊਟਰਲ ਰਹੇ ਹਾਂ, ਕਿਉਂਕਿ ਸਾਡਾ ਅੱਜ ਵੀ ਮੰਨਣਾ ਆ ਵੀ ਜਿੱਥੇ ਲੋਕ ਇਕੱਠੇ ਹੁੰਦੇ ਆ, ਜਿੱਥੇ ਪ੍ਰੈਸ਼ਰ ਗਰੁੱਪ ਆਜ਼ਾਦੀ ਮਿਲੀ ਆ, ਕੀ ਉਹਨਾਂ ਦੀ ਵੋਟਾਂ ਵਿੱਚ ਸੀ। ਪਰ ਹਰਮੀਤ ਕਾਦੀਆਂ ਵੀ ਤਾਂ ਉਹਨਾਂ ਦੇ ਨਾਲ ਨੇ ਨਾ। ਬੜੇ ਆ, ਪਰ ਮੈਂ ਛੋਟਾ ਲੀਡਰ ਹੋਣ ਦੇ ਨਾਤੇ ਇਹ ਪਾਲਿਸੀ ਤੇ ਜ਼ਿਆਦਾ ਨਹੀਂ ਬੋਲ ਸਕਦਾ, ਕਿਉਂਕਿ ਹੁਣ ਉਹਨਾਂ ਨੇ ਕਰ ਲਿਆ, ਜੋ ਉਹਨਾਂ ਰਿਜ਼ਲਟ ਨਿਕਲੂਗਾ ਜਸਟ ਵੇਟ ਕਰਾਂਗੇ। ਓਕੇ, ਥੈਂਕ ਯੂ ਸੋ ਮਚ। ਸੋ ਇਹ ਸਾਡੇ ਕਿਸਾਨ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਜਿਨ੍ਹਾਂ ਨੇ ਬੜੀ ਵਿਸਥਾਰ ਦੇ ਨਾਲ ਦੱਸਿਆ ਤੇ ਉਹਨਾਂ ਦੇ ਨਾਲ ਹੀ ਸਮੁੱਚੀ ਦੇਸ਼ ਭਗਤ ਯਾਦਗਾਰ ਹਾਲ ਜਿਹੜੀ ਕਮੇਟੀ ਹੈ ਜਲੰਧਰ ਦੀ, ਜਿਨ੍ਹਾਂ ਦਾ ਸਾਨੂੰ ਬਹੁਤ ਵੱਡਾ ਸਹਿਯੋਗ ਮਿਲ ਰਿਹਾ। ਅਸੀਂ ਹਮੇਸ਼ਾ ਰਣੀ ਰਹਾਂਗੇ ਉਹਨਾਂ ਦੇ। ਕਿਹੜੀ ਸੰਸਥਾ ਵੱਲੋਂ ਜੀ? ਪ੍ਰੋਫੈਸਰ ਜੀ ਸਾਰੇ। ਅੱਛਾ, ਪ੍ਰੋਫੈਸਰ। ਓਕੇ। ਕਿਰਤੀ ਕਿਸਾਨ ਯੂਨੀਅਨ, ਪੰਜਾਬ ਸਟੂਡੈਂਟ ਯੂਨੀਅਨ,
ਪੰਜਾਬ ਸਟੂਡੈਂਟ ਨਹੀਂ ਇਹਨਾਂ ਨੂੰ ਮਿਲੇ ਸੀ ਗੈਸਟ ਫੈਕਲਟੀ ਵਾਲੇ ਨੂੰ। ਇਹ ਜਿਹੜਾ ਤੁਸੀਂ ਅੱਜ ਲੰਗਰ ਲਾਇਆ ਹੈ ਪ੍ਰੋਫੈਸਰਾਂ ਦਾ ਪ੍ਰੋਫੈਸਰ ਵੱਲੋਂ ਇਲੈਕਸ਼ਨ ਹੈ ਸਾਡੀ ਕਿਸਾਨ ਯੂਨੀਅਨ ਵਾਲੇ ਵੀ ਦੇਖ ਰਹੇ ਮੈਡਮ ਤਕਨੀਕਾਂ ਦੇ ਜਿਨ੍ਹਾਂ ਨੂੰ ਸਾਡੇ ਕਰਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੋਊਗਾ। ਅਸੀਂ ਹੱਥ ਜੋੜ ਕੇ ਮੁਆਫੀ ਮੰਗਦੇ ਹਾਂ। ਅਸੀਂ ਸਦਾ ਲਈ ਇੱਥੇ ਨਹੀਂ ਰਹਿਣ ਆਏ। ਸਾਡੇ ਹੱਕ ਨੇ, ਮੰਗਾਂ ਨੇ, ਜਿੱਦਣੇ ਉਹ ਪੂਰੀਆਂ ਹੋ ਗਈਆਂ। ਜੀ 1-2 ਮਿੰਟ ਦੇ ਵਿੱਚ ਆਪਣੀ ਗੱਲ ਜ਼ਰੂਰ ਸਮਾਪਤ ਕਰਨਾ ਕਿਉਂਕਿ ਸਮੇਂ ਦੀ ਘਾਟ ਹੈ। ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਜਿੱਦਾਂ ਅਧਿਆਪਕਾਂ ਦਾ ਪ੍ਰੋਫੈਸਰ ਸਰਕਾਰੀ ਕਾਲਜ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਐਸੋਸੀਏਸ਼ਨ ਪੰਜਾਬ ਦੀ ਜਿਵੇਂ ਧਰਨਾ ਲੱਗਿਆ ਕਾਫੀ ਦਿਨਾਂ ਤੋਂ, ਅੱਜ ਇੱਥੇ ਕਿਸਾਨ ਜਥੇਬੰਦੀਆਂ ਪਹੁੰਚੀਆਂ ਨੇ, ਖਾਸ ਕਰ ਕਿਰਤੀ ਕਿਸਾਨ ਯੂਨੀਅਨ ਔਰ ਏਕਤਾ ਉਗਰਾਹਾਂ ਯੂਨੀਅਨ। ਔਰ ਇੱਥੇ ਜਿਹੜਾ ਇਸ ਵੇਲੇ ਲੰਗਰ ਚੱਲ ਰਿਹਾ ਆਪਾਂ ਪੁੱਛਦੇ ਹਾਂ ਵੀ ਇਹ ਕਿਹੜੀ ਸੰਸਥਾ ਵੱਲੋਂ ਆਇਆ, ਕਿਉਂਕਿ ਪਿਛਲੇ ਦਿਨੀ ਆਪਾਂ ਕਵਰੇਜ ਕੀਤੀ ਸੀਗੀ ਇਸ ਅਧਿਆਪਕਾਂ ਦੇ ਇਸ ਧਰਨੇ ਦੀ, ਤੇ ਉਹਦੇ ਵਿੱਚ ਇਹਨਾਂ ਚੀਜ਼ਾਂ ਦੀ ਸਮੱਸਿਆ ਅਸੀਂ ਪੁੱਛਦੇ ਹਾਂ। ਪਲੱਸ ਸਾਨੂੰ ਜੋ ਉਗਰਾਹਾਂ ਜੀ ਸਪੋਰਟ ਕਰ ਰਹੀ ਹੈ ਕਿਸਾਨ ਯੂਨੀਅਨ, ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਕਿ ਅਸੀਂ ਦਿੱਲੀ ਮੋਰਚੇ ਦੇ ਵਿੱਚ ਵੀ ਰਹਿ ਕੇ ਆਏ ਹਾਂ ਤੇ ਉੱਥੇ ਵੀ ਇੱਦਾਂ ਹੀ ਸੇਵਾ ਕੀਤੀ ਹੈ ਤੇ ਉਹਦੇ ਹੀ ਨਕਸ਼ੇ ਕਦਮ ਤੇ ਅੱਜ ਵੀ ਅਸੀਂ ਉੱਦਾਂ ਹੀ ਲੰਗਰ ਚਲਾ ਰਹੇ ਹਾਂ ਜਿਵੇਂ ਕਿ ਉੱਥੇ ਅਸੀਂ ਦਿੱਲੀ ਮੋਰਚੇ ਦੇ ਵਿੱਚ ਚਲਾਉਂਦੇ ਆ ਰਹੇ ਸੀਗੇ। ਇਹ ਸਾਰੇ ਟੀਚਰ ਹੀ ਨੇ? ਹਾਂਜੀ ਮੈਮ, ਟੀਚਰ ਦੇ ਸਹਿਯੋਗ ਨਾਲ ਪਲੱਸ ਜਿਹੜਾ ਵੀ ਸੰਗਤ ਲੈ ਕੇ ਆਉਂਦੀ ਹੈ ਉਹ ਅਸੀਂ ਉਸੇ ਤਰ੍ਹਾਂ ਵਰਤਾ ਰਹੇ ਹਾਂ। ਪੰਡਰ ਸਿੰਘ ਸਾਡੀ ਮੰਗਾਂ ਪੂਰੀ ਕਰਨ। ਅਸੀਂ ਦੇਖੋ ਕਿੰਨੇ ਦਿਨਾਂ ਦੇ ਧਰਨੇ ਤੇ ਬੈਠੇ ਆ ਪੋਹ ਦੇ ਮਹੀਨੇ 'ਚ ਹੈ ਨਾ, ਪਰ ਉਹ ਹਲੇ ਤੱਕ ਵੀ ਸਾਡੇ ਲਈ ਕੋਈ ਪੱਕਾ ਤਿਆਰ ਨਹੀਂ ਹੋ ਰਹੇ। ਪਰ ਇਹ ਲੋਕਲ ਜਿਹੜੇ ਇੰਗਲੈਂਡ ਦੇ ਲੋਕ ਹੱਥ ਜੋੜ ਕੇ ਅਪੀਲ ਹੈ ਵੀ ਸਾਡਾ ਪਰਿਵਾਰਾਂ 'ਚ ਜਾ ਸਕੀਏ, ਉਹਨੂੰ ਅਸੀਂ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ, ਉਹਨਾਂ ਨੂੰ ਅਗਲੇ ਫਿਊਚਰ ਲਈ ਤਿਆਰ ਕਰ ਸਕਦੇ। ਤੁਸੀਂ ਵੀ ਗੈਸਟ ਫੈਕਲਟੀ? ਹਾਂਜੀ ਮੈਂ ਵੀ ਗੈਸਟ ਪਟਿਆਲਾ ਤੋਂ। ਕਿੰਨੇ ਸਾਲ ਸਰਵਿਸ ਕੀਤੀ? 13 ਸਾਲ ਦਾ ਤਜਰਬਾ। 13 ਸਾਲ ਗੈਸਟ ਫੈਕਲਟੀ ਦੇ ਵਿੱਚ ਪ੍ਰੋਪਰ ਚੈਨਲ ਆਏ ਸੀ, ਯੂਜੀਸੀ ਦੇ ਸਾਰੇ ਸ਼ਰਤਾਂ ਸਾਰੀ ਸ਼ਰਤਾਂ ਮੰਨ ਕੇ ਪ੍ਰੋਪਰ ਚੈਨਲ ਇੰਟਰਵਿਊ ਕਰਕੇ ਪੈਨਲ ਬੈਠਾ ਸੀ, ਉਸ ਟਾਈਮ DPI ਸਿਲੈਕਸ਼ਨ ਕਰਦੇ ਸੀਗੇ। ਉਸ ਟਾਈਮ ਦੇ ਰੂਲ ਰੈਗੂਲੇਸ਼ਨ ਜੋ ਸਾਡੇ ਸਾਰੇ ਹੀ ਕਲੀਅਰ ਹੈ, ਉਹ ਸਾਰੇ ਮੰਨ ਕੇ ਉਸ ਜੁਆਇਨ ਕੀਤਾ ਸੀ। ਹੁਣ ਤੁਹਾਨੂੰ ਸੈਲਰੀ ਪੂਰੀ ਕਿ ਅੱਧੀ ਕਰਦੀ? ਨਹੀਂ ਮੈਮ, ਸਾਨੂੰ ਜਿਹੜੀ ਸੈਲਰੀ ਦਿੱਤੀ ਜਾਂਦੀ ਹੈ 11,600 ਇਹਦੇ ਪੀਟੀਏ ਫੰਡ ਚੋਂ ਦਿੱਤੀ ਜਾਂਦੀ ਹੈ, ਜੋ ਦਿੱਤਾ ਜਾਂਦਾ 10,000 ਸਰਕਾਰੀ ਖਜ਼ਾਨੇ ਚੋਂ ਆਉਂਦਾ ਹੈ। ਉਹ ਜਿਹੜਾ 10,000 ਸਾਨੂੰ ਸਰਕਾਰੀ ਖਜ਼ਾਨੇ ਚੋਂ ਆਉਂਦਾ ਉਹ ਵੀ ਹਰ ਮਹੀਨੇ ਨਹੀਂ ਆਉਂਦਾ, ਰਾਹੀਂ ਪੈਂਦਾ ਮੈਮ। ਗੈਸਟ ਫੈਕਲਟੀ ਸਾਰੇ ਲੋਕਾਂ ਨੂੰ ਤੁਹਾਡੀ ਡਿਪਾਰਟਮੈਂਟ ਦੇ ਵਿੱਚ ਸੇਵਾ ਕਰਨ ਵਾਸਤੇ ਲਾਇਆ। ਜਸਵੀਰ ਕੌਰ ਔਰ ਹੁਣ ਡਾਕਟਰ PhD ਮਹੀਨਿਆਂ ਤੋਂ ਇੱਕ ਖੇਡ ਖੇਡੀ ਜਾ ਰਹੀ ਹੈ। ਤੁਸੀਂ ਵੀ ਇਹਦੇ ਵਿੱਚ ਵਿਵਸਥਾ ਦਿੱਤਾ ਗਿਆ ਤੁਹਾਡੀ ਸਾਬਤ ਕੀਤਾ ਜਾ ਰਿਹਾ ਕਿ ਜਿਹੜੇ ਹੁਣ ਗੈਸਟ ਫੈਕਲਟੀ ਦੇ ਵਿੱਚ ਗ੍ਰੇਸ ਹੋਏ ਟੀਚਰ ਤੁਸੀਂ ਵੀ ਉਹਨਾਂ ਦੇ ਵਿੱਚ ਉਹ ਕਾਂਗਰਸ ਪਾਰਟੀ ਦਾ ਨਹੀਂ ਸੀਗਾ, ਉਹ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਘਰੇ ਬੈਠ ਕੇ ਲਿਖਿਆ ਸੀ। ਪਰ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਜਦੋਂ ਉਹ ਰੁਜ਼ਗਾਰ ਦੇਣ ਦਾ ਵਾਅਦਾ ਕਰ ਰਿਹਾ ਸੀ ਤਾਂ ਪ੍ਰਗਟ ਸਿੰਘ ਕੋਈ ਜਾ ਕੇ ਲੋਕਾਂ ਨੂੰ ਕਹਿ ਰਿਹਾ ਸੀ ਕਿ ਮੈਂ ਰੁਜ਼ਗਾਰ ਦਊਂਗਾ, ਘਰ ਘਰ ਨੌਕਰੀ ਦਊਂਗਾ, ਪਰ ਪ੍ਰਗਟ ਸਿੰਘ ਨੌਕਰੀ ਦੇਣ ਦੀ ਬਜਾਏ ਨੌਕਰੀ ਖੋਹਣ ਵਾਲੇ ਪਾਸੇ ਚੱਲ ਪਿਆ। ਤੁਸੀਂ ਦੇਖੋ ਕਿ ਪ੍ਰਗਟ ਸਿੰਘ ਦੇ ਘਰ ਦੇ ਬਾਹਰ ਕਰਨੇ ਚੱਲ ਰਿਹਾ। ਅੱਛਾ, ਅਸੀਂ ਜਿਹੜੇ ਇੱਥੇ ਕਿਸਾਨ ਜਥੇਬੰਦੀਆਂ ਪਹੁੰਚੀਆਂ ਨੇ, ਤੁਸੀਂ ਉਹਨਾਂ ਤੋਂ ਮਦਦ ਮੰਗੀ ਸੀ? ਪੱਤਰ ਦੇ ਮੰਗ ਪੱਤਰ ਦਿੱਤਾ ਸੀ? ਦਿੱਤਾ ਸੀਗਾ ਉਹਨਾਂ ਨੂੰ ਵੀ, ਤੇ ਪਹਿਲਾਂ ਵੀ ਅਸੀਂ ਉਹਨਾਂ ਦੀ ਸਪੋਰਟ ਕਰਨ ਦਿੱਲੀ ਜਾਂਦੇ ਰਹੇ ਹਾਂ ਤੇ ਉਹਨਾਂ ਨੇ ਉਦੋਂ ਹੀ ਸਾਨੂੰ ਵਿਸ਼ਵਾਸ ਦਵਾਇਆ ਸੀਗਾ ਕਿ ਜੇ ਤੁਹਾਡੇ ਨਾਲ ਧੱਕਾ ਹੋਏਗਾ ਤੇ ਅਸੀਂ ਤੁਹਾਡੀ ਸਪੋਰਟ ਦੇ ਵਿੱਚ ਖੜਾਂਗੇ, ਤੇ ਅੱਜ ਉਹਨਾਂ ਨੇ ਉਹ ਗੱਲ ਸੱਚ ਕਰ ਦਿੱਤੀ। ਸਾਡੀ ਸਪੋਰਟ ਕੇਂਦਰੀ ਸਰਕਾਰ ਔਰ ਇਸ ਕੇਂਦਰੀ ਸਰਕਾਰ ਨੇ ਸਾਨੂੰ ਔਰੰਗਜ਼ੇਬ ਦੀ ਯਾਦ ਜਿਹੜੀ ਆ ਦਵਾ ਦਿੱਤੀ ਹੈਗੀ ਆ। ਔਰੰਗਜ਼ੇਬ ਨੇ ਕੀ ਕੀਤਾ ਸੀਗਾ? ਔਰੰਗਜ਼ੇਬ ਨੇ ਕੀ ਕੀਤਾ? ਜੀ ਮੈਡਮ, ਮੈਂ ਪਹਿਲਾਂ ਤਾਂ ਇੱਕ ਗੱਲ ਕਹਿਣਾ ਚਾਹੁੰਦਾ, ਇਹ ਸਾਰੇ ਜਿਹਨੇ ਵੀ ਬੈਠੇ ਨੇ ਸਾਰੇ ਗੁਰੂ ਸਾਹਿਬ ਦੇ ਦਸਮ ਪਿਤਾ ਜੀ ਦੇ ਸਰਟੀਫਿਕੇਟ ਪੜ੍ਹ ਕੇ ਆਏ ਨੇ। ਇਹਨਾਂ ਨੇ ਡਰਨਾ ਨਹੀਂ ਕਿ ਸਰਕਾਰ ਜੋ ਮਰਜ਼ੀ ਕਰ ਲੈ, ਜਿਹੜੇ ਮੀਂਹ 'ਚ ਬਹਿ ਸਕਦੇ ਨੇ, ਖੇਡ ਬਹਿ ਸਕਦੇ ਨੇ,
गुरु साहब दशमीर जी एक प्रेरणा स्रोत पढ़ के आए और मैं गेस्ट मेरा नाम वीडियो मेरे किन्ने कि सब पेपर जो मैं प्रॉपर चैनल और जो इसी बार मैं क्लियर करता और मैं खुद कहना कि मेरे ना पूछो मेरे मिसेज ने MA PhD और उन्होंने 5-7 किताबां पब्लिश हो चुकी नहीं और रिसर्च पेपर उन्होंने कितने छपे ਅਸੀਂ ਪਹਿਲਾਂ ਕ੍ਰਿਸ਼ਨ ਕੁਮਾਰ ਜੀ ਨੂੰ ਬੇਨਤੀ ਕੀਤੀ ਕਿ ਅਸੀਂ ਮੇਰਾ 18 ਸਾਲ ਐਕਸਪੀਰੀਅੰਸ ਹੈ ਮੇਰੀ ਮਿਸਿੰਗ ਦਾ ਔਰ ਇੱਥੇ 20-22 ਸਾਲ ਦੇ ਬੰਦੇ ਸੀ ਜਿਹਨਾਂ ਦਾ 20 ਸਾਲ ਦਾ ਐਕਸਪੀਰੀਅੰਸ ਹੈ 22 ਸਾਲ ਦਾ ਐਕਸਪੀਰੀਅੰਸ ਅਸੀਂ ਰਿਕਵੈਸਟ ਕੀਤੀ ਸੈਕਟਰੀ ਸਾਹਿਬ ਨੂੰ ਕਿ ਇਹ ਬਹੁਤ ਵੱਡਾ ਝਮੇਲਾ ਹੋਣਾ ਹੈ ਇਹਨਾਂ ਸਾਡੀ ਗੱਲ ਸੁਣ ਲਓ ਤੁਸੀਂ ਔਰ ਸਾਨੂੰ ਸਮਝ ਲਓ ਤੁਸੀਂ ਫੇਰ ਅੱਗੇ ਕੋਈ ਸਟੈਪ ਚੁੱਕੋ ਕਲੀਅਰ ਵੋਟ 17 ਸਾਲ ਦਾ ਲਵੇ 17 ਸਾਲ ਜੀ ਔਰ ਮੈਂ MA ਮਾਸਟਰ ਵਿੱਚ ਹੀ ਮੈਂ ਕਲੀਅਰ ਕਰ ਲਈ ਮੇਰਾ MA ਦਾ ਰਿਜ਼ਲਟ ਬਾਅਦ ਚ ਆਇਆ मेरा म्यूजिक जी मैडम आ रहे हैं 5 बंदे आ रहे हैं और मैंने पता नहीं स्टेशन में लोड कर देंगे या मतलब असं हस्बैंड वाइफ दोनों यार दोनों बेरोजगार दोनों बेरोजगार हो गए 17 साल ਤੁਸੀਂ ਦੱਸੋ ਮੈਡਮ ਕੀ ਅਸੀਂ ਕਰੀਏ ਕੀ ਸਾਡੇ ਲੋਕ ਦੱਸਣ ਅਸੀਂ ਓਵਰ ਏਜ ਹੋ ਚੁੱਕੇ ਹਾਂ ਹੋਰ ਕੋਈ ਰਾਹ ਨਹੀਂ ਹੈ ਪੜ੍ਹਾਈ ਦਾ ਮੁੱਲ ਨਹੀਂ ਪਿਆ ਜੇਕਰ ਇਹ ਸਰਕਾਰ ਮੰਗਦਾ ਨਹੀਂ ਮੰਨਦੀ ਕਿ ਕੋਡ ਆਫ ਕੰਡਕਟ ਲੱਗਣ ਵਾਲਾ ਹੈ ਜੀ ਜੀ ਜੇ ਸਰਕਾਰ ਮੰਗਦਾ ਨਹੀਂ ਮੰਨਦੀ ਤਾਂ ਫਿਰ ਕੀ ਕਰਨੀ ਮੈਡਮ ਉਹ ਤਾਂ ਹੁਣ ਸਾਡੇ ਜਿੱਦਾਂ ਹੁਣ ਪ੍ਰਧਾਨ ਸਾਹਿਬ ਜੀ ਨੇ ਉਹ ਹਲੇ ਜੋ ਸਾਨੂੰ ਡਾਇਰੈਕਸ਼ਨ ਦੇਣਗੇ ਤਾਂ ਉਦਾਂ ਹੀ ਚੱਲਾਂਗੇ ਔਰ ਐਦਾਂ ਨਹੀਂ ਮੈਂ ਤੁਹਾਨੂੰ ਪਹਿਲੇ ਕਿਹਾ ਨਾ ਕਿ ਦਸਮ ਪਿਤਾ ਦੇ ਕਰੈਕਟਰ ਸਾਰੇ ਬਾਰੇ ਸਮਝ ਕੇ ਆਏ ਨੇ ਇਹ ਪਿੱਛੇ ਹਟੇ ਆਣ ਵਾਲੇ ਇਹ ਜਾਂ ਮਰਾਂਗੇ ਸਾਡੀ ਕਿਉਂਕਿ ਅਧਿਆਪਕਾਂ ਦਾ 17 ਸਾਲ ਦਾ ਐਕਸਪੀਰੀਅੰਸ ਕੋਈ ਥੋੜਾ ਐਕਸਪੀਰੀਅੰਸ ਨਹੀਂ ਹੁੰਦਾ ਜਿਹੜੇ ਕਿਉਂਕਿ ਪ੍ਰੋਪਰ ਚੈਨਲ ਆਏ ਨੇ ਜਿਹੜੇ ਕਲੀਅਰ ਨੇ ਔਰ ਇਹ ਜਿਹੜੇ ਦੂਸਰੇ ਦੀਆਂ ਸ਼ਰਤਾਂ ਪੂਰੀਆਂ ਕਰਕੇ ਆਏ ਨੇ 17 ਸਾਲ ਦਾ ਐਕਸਪੀਰੀਅੰਸ ਥੋੜਾ ਨਹੀਂ ਜਿਹੜੇ ਤੁਹਾਡੀ ਜਗ੍ਹਾ ਤੇ ਲੈ ਕੇ ਪਲੇਸਮੈਂਟ ਪ੍ਰੋਪਰ ਚੈਨਲ ਆਏ ਨੇ ਮੈਡਮ ਜੀ ਜਿਹੜੇ ਤਾਂ ਹੁਣ ਆਏ ਕਿਤੇ ਇੰਟਰਵਿਊ ਆਏ ਪੇਪਰ ਹੋਇਆ ਉਹਨਾਂ ਪਰ ਸਾਡੇ ਮੈਡਮ ਪ੍ਰੋਪਰ ਚੈਨਲ ਆਏ ਉਹ ਤਾਂ ਹੁਣ ਆਏ ਨੇ ਸਾਡਾ ਅਸੀਂ ਸਿੱਖਿਆ ਮੰਤਰੀ ਕਹਿੰਦੇ ਕਿ ਵੀ ਇਹਨਾਂ ਨੂੰ ਕਿਹਾ ਸੀ ਪੇਪਰ ਨਹੀਂ ਦੇ ਰਹੇ ਮੈਡਮ ਮੇਰੀ ਗੱਲ ਸੀ ਬਿਲਕੁਲ ਕਹਿ ਰਹੇ ਨੇ ਮੈਡਮ ਅੱਜ ਪੇਪਰ ਦਾ ਵੀ ਸਾਡੇ ਬੰਦੇ ਵਿੱਚ ਪੇਪਰ ਦਿੱਤੇ ਆ ਸਿਲੈਕਟ ਵੀ ਹੋਏ ਨੇ ਠੀਕ ਹੈ ਹੁਣ ਮੈਂ ਉਹ ਬੰਦਾ ਹੈ ਜਿਹੜੇ ਵਿੱਚ ਸਿਰਫ ਮੋਰੇ ਇੱਕ ਬੰਦਾ ਹੀ ਹੈ ਬੱਚਾ ਜਿਹੜਾ ਸਿਲੈਕਟ ਹੋਇਆ ਮਤਲਬ ਮੇਰੇ ਐਕਸਪੀਰੀਅੰਸ ਮੇਰੀਆਂ ਸਟੱਡੀਜ਼ ਦੇ ਨੰਬਰ ਨਹੀਂ ਮੇਰੇ ਰਿਸਰਚ ਪੇਪਰ ਦੇ ਨੰਬਰ ਨਹੀਂ ਮੇਰੇ ਬੁੱਕਸ ਦੇ ਨੰਬਰ ਨਹੀਂ ਹੁਣ ਇੱਕ ਬੱਚਾ ਮੈਡਮ ਪਰ ਇਹਨਾਂ ਨੇ ਦਿੱਤੇ ਸੀ ਵਿਡਰਾਲ ਮੈਨੂੰ ਇੱਕ ਗੱਲ ਦਾ ਜਵਾਬ ਕਿ ਕ੍ਰਿਸ਼ਨ ਕੁਮਾਰ IAS ਜਿਹੜਾ ਅਫਸਰ ਹੈ ਉਹਨੂੰ ਹੁਣ ਅਸੀਂ 20 ਸਾਲ ਦੀ ਸਰਵਿਸ ਵਾਸਤੇ ਭਾਰਤੀ UPSC ਦੇ ਲਈ ਪੜਾਈ ਹੈ ਕਿ ਉਹ ਕਲੀਅਰ ਕਰ ਪਾਊਗਾ ਜਾਂ ਨਹੀਂ ਕਰ ਪਾਊਗਾ ਤੁਸੀਂ ਦੱਸੋ ਇਸ ਗੱਲ ਦਾ ਹੈ ਜਵਾਬ ਹੈ ਕਿ ਪ੍ਰਗਟ ਸਿੰਘ ਬਾਰ ਦੀ ਇੰਡੀਅਨ ਟੀਮ ਦੇ ਵਿੱਚ ਸਿਲੈਕਟ ਹੋ ਪਾਏਗਾ 20 ਸਾਲ ਦੀ ਇਹ ਸਾਡੇ ਵੀ ਮੈਡਮ ਜਿਹੜੇ ਬੱਚੇ ਆਏ ਕਈਆਂ ਤਾਂ ਮੈਡਮ ਨਿਆਣੇ 9ਵੀਂ ਚ 10ਵੀਂ ਚ 12ਵੀਂ ਚ ਇੱਕ ਬੱਚਾ ਯੂਨੀਵਰਸਿਟੀ ਚ PhD ਕਰ ਰਿਹਾ ਮਾਈਂਡ ਦਾ ਫਰੈਸ਼ ਉਹ ਸਾਰੇ ਦਾ ਸਾਰਾ ਸਬਜੈਕਟ ਮਟੀਰੀਅਲ ਉਹਦੇ ਦਿਮਾਗ ਚ ਨੇ और शायद ਤੁਹਾਨੂੰ ਪਤਾ ਹੋਏਗਾ ਕਿ ਪੇਪਰ ਲੀਕੇਜ ਦੇ ਵਿੱਚ ਕੇਸ ਲੱਗੇ ਹੋਏ ਨੇ ਇਸੇ ਸਵਾਲ ਤੇ ਆਉਣ ਲੱਗੀ ਸੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਲਈ ਉਹਨਾਂ ਨੇ ਆਪਣੇ ਘਰਾਂ ਦੇ ਬੂਹੇ ਖੋਲ੍ਹ ਜੀ ਹੋਇਆ ਜੀ ਜੀ ਅਸੀਂ ਚਾਹੁੰਦੇ ਸੀ ਕਿ ਸਾਡਾ ਆਪਣਾ ਜ਼ਿਲ੍ਹਾ ਪਟਨਾ ਹੋਵੇ ਸਾਨੂੰ ਪਤਾ ਸੀ ਕਿ ਸਾਨੂੰ ਲੱਭਾ ਜਾਊਗਾ ਪੱਕੇ ਮੋਰਚੇ ਦੇ ਵਿੱਚ ਪੱਕੀ ਠਹਿਰ ਤਾਂ ਹੀ ਹੋ ਸਕਦੇ ਜੇਕਰ ਤੁਹਾਡਾ ਪੱਕਾ ਜ਼ਿਲ੍ਹੇ ਦਾ ਪ੍ਰਬੰਧ ਹੋਵੇ ਦੇ ਬਾਵਜੂਦ ਵੀ ਰਾਤ 12 ਵਜੇ ਜਾ ਕੇ ਅਪਾਇੰਟਮੈਂਟ ਲੈ ਕੇ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਜਿਨ੍ਹਾਂ ਵੱਲੋਂ ਅੱਜ ਜੁਆਇਨਿੰਗ ਕਰਵਾਈ ਗਈ ਬਿਲਕੁਲ ਜੁਆਇਨਿੰਗ ਹੋ ਰਹੀ ਹੈ ਛੁੱਟੀਆਂ ਵੀ ਇਹਨਾਂ ਨੇ ਜੁਆਇਨਿੰਗ ਕਰਾਈ ਕਿਉਂਕਿ ਕੋਵਿਡ ਛੁੱਟੀ ਚੱਲ ਰਹੀ ਹੈ ਉਹਦੇ ਵਿੱਚ ਵੀ ਇਹਨਾਂ ਨੇ ਸਾਰਾ ਕੰਮ ਕੀਤਾ ਨਹੀਂ ਇਹ ਤਾਂ ਬਿਲਕੁਲ ਸਾਡੇ ਕੋਲ ਯੂਨੀਅਨ ਕੋਲ ਪੂਰਾ ਚੁੱਕਾ ਪਿਆ ਮੈਡੀਕਲ ਕਰਾ ਰਿਹਾ ਮਾਮਲਾ ਸੀਲ ਹੋ ਗਿਆ ਦਾ ਲੇਕਿਨ ਮੈਡੀਕਲ ਕਰਾ ਰਿਹਾ ਮੈਡਮ ਕਿ ਅੱਜ ਵੀ ਮੇਰੇ ਸਬਜੈਕਟ ਵਾਲਿਆਂ ਦਾ ਮੈਡੀਕਲ ਹੋ ਰਿਹਾ ਜੇ ਤੁਹਾਨੂੰ ਮੈਂ ਦਿਖਾ ਸਕਦਾ ਮੇਰੇ ਮੋਬਾਈਲ 'ਚ ਪਿਕ ਹੈ ਤੇ ਇਹ ਤਾਂ ਸਾਰਾ ਮੈਡਮ ਜੀ ਹੁਣ ਮੈਨੂੰ ਲੱਗਦਾ ਹੁਣ ਜਿੱਦਾਂ ਕਹਿੰਦਾ ਨਾ ਕਿ ਔਰੰਗਜ਼ੇਬ ਵਾਲਾ ਟਾਈਮ ਆ ਗਿਆ ਉਹ ਹਿਸਾਬ ਤੁਹਾਨੂੰ ਕੀ ਲੱਗਦਾ ਕਪਲੇਬਾਜ਼ੀ ਬਹੁਤ ਵੱਡੀ ਹੈ ਮੈਡਮ ਜੀ ਦੇਖੋ ਹਾਈ ਕੋਰਟ ਦੇ ਆਰਡਰ ਨੂੰ ਡਿਸਆਰਡਰ ਕੀਤਾ ਜਾ ਰਿਹਾ ਔਰ ਰਾਤ ਦੇ 12 ਵਜੇ 2 ਵਜੇ ਤੱਕ ਲੈਟਰ ਵੰਡੇ ਜਾਣ ਜੁਆਇਨਿੰਗ ਲੈਟਰ ਸਟੇਸ਼ਨ ਦਿੱਤੇ ਜਾਣ ਕਪਲੇਬਾਜ਼ੀ ਦੇ ਸਬੂਤ ਬਹੁਤ ਵੱਡੇ ਸਬੂਤ ਹੈ ਇਸ ਤੋਂ ਵੱਡੀ ਕਪਲੇਬਾਜ਼ੀ ਕੀ ਹੋਏਗੀ ਰਵੀ ਸਿੱਧੂ ਦੇ ਕੇਸ ਬਾਰੇ ਗੱਲ ਕਰਦੇ ਸੀ ਅੱਜ ਮੈਂ ਕਹਿੰਦਾ ਉਸ ਨੂੰ ਵੀ ਇਹ ਪਿੱਛਾ ਚੱਲ ਉਸ ਤੋਂ ਵੱਡਾ ਕੰਮ ਹੋਇਆ ਬੈਕ ਡੋਰ ਐਂਟਰੀ ਕੀਤੀ ਇਹਦੇ ਵਿੱਚ ਮੇਨ ਕ੍ਰਿਸ਼ਨ ਕੁਮਾਰ ਹੈ ਜੀ ਮੈਡਮ ਹੈਡ ਤਾਂ ਉਹੀ ਹੈ ਨਾ ਇਸ ਵੇਲੇ ਮਾਸਟਰ ਮਾਈਂਡ ਤਾਂ ਉਹੀ ਹੈ ਨਾ ਇਹਨਾਂ ਨੂੰ ਸਬਜੈਕਟ ਐਕਸਪਰਟ ਮਾਸਟਰ ਮਾਈਂਡ ਤਾਂ ਉਹੀ ਹੈ ਨਾ ਸਰ ਐਜੂਕੇਸ਼ਨ ਦੇ ਵਿੱਚ ਗੱਲ ਕਰੀਏ ਉਹਨੇ ਤਾਂ ਉਹੀ ਕਰਨਾ ਜਿਹੜਾ ਐਕਸਪਰਟ ਹੈ ਪਤਾ ਤਾਂ ਉਹਨੇ ਜੋ ਕਹਿਣਾ ਮੈਕਸਿਮਮਲੀ ਕਿ ਸਰ ਇਹ ਕੰਮ ਇਸ ਤਰ੍ਹਾਂ ਹੋਣਾ ਇਹਦੀ ਡੀਲਿੰਗ ਐਦਾਂ ਹੋਣੀ ਟੈਕਨੀਕੈਲਿਟੀ ਦਾ ਐਕਸਪਰਟ ਇਸ ਵੇਲੇ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਨੇ
ਜਦੋਂ ਸਟੇ ਹੋਣ ਦੇ ਬਾਵਜੂਦ ਵੀ ਰਾਤ ਦੇ 12 ਵਜੇ ਜੁਆਇਨਿੰਗ ਕਰਵਾਈ ਗਈ ਆ ਜਿਹੜੇ ਨਵੇਂ ਭਰਤੀ ਹੋਏ ਨੇ, ਕੀ ਤੁਸੀਂ ਇਹਦੇ ਖਿਲਾਫ ਫਿਰ ਅਗੇਂਸਟ ਗਏ ਹੋ ਕੋਰਟ ਦੇ ਵਿੱਚ? ਅਗੇਂਸਟ ਗਏ ਜੀ, ਦੱਸਿਆ ਪ੍ਰੂਫ ਵਗੈਰਾ ਦਿੱਤੇ ਕੋਰਟ ਨੂੰ ਹੁਣ ਇਹਨਾਂ ਨੂੰ ਨੱਥ ਪਾਏਗੀ। ਪਰੰਤੂ ਹੈਰਾਨੀ ਵਾਲੀ ਗੱਲ ਇਹ ਆ ਵੀ ਆਪਣੀ ਜੌਬ ਦੀ ਦੌੜ ਪਰ ਲਾ ਕੇ ਕੀ ਕਾਰਨ ਇਹਦੇ ਪਿੱਛੇ ਅਸੀਂ ਸਮਝ ਨਹੀਂ ਪਾ ਰਹੇ। ਕਿਵੇਂ ਪਾਏਗੀ ਕੋਰਟ? ਨੋਟਿਸ ਵੀ ਨਹੀਂ ਲਿਆ ਕੋਰਟ ਨੇ, ਔਰ ਨੱਥ ਕਿਵੇਂ ਪਾਏਗੀ ਜਦੋਂ ਲਗਾਤਾਰ ਹੋ ਰਹੀਆਂ ਨੇ? ਤਾਂ ਦੇਖੋ ਕੋਰਟ ਤੇ ਸਾਨੂੰ ਵਿਸ਼ਵਾਸ ਬਹੁਤ ਹੈ, ਪਰੰਤੂ ਮਨ ਵਿੱਚ ਅਫਸੋਸ ਇਹ ਵੀ ਹੈ ਵੀ ਕਿਉਂ ਇੰਨਾ ਡਿਲੇ ਹੋ ਰਿਹਾ ਹੈ, ਕੀ ਕਾਰਨ ਆ? ਜੇਕਰ ਕੋਈ ਆਮ ਬੰਦਾ ਹੁੰਦਾ ਉਹਨੂੰ ਤਾਂ ਜਲਦੀ ਜਾ ਕੇ ਉਹ ਕਰ ਲਿੱਤਾ ਜਾਂਦਾ, ਪਰ ਇਹਨਾਂ ਨੂੰ ਕਿਉਂ ਨਹੀਂ ਇੰਨਾ ਉਹ ਕਰ ਰਹੇ? ਇਸ ਕਰਕੇ ਅਸੀਂ ਇਸ ਚੀਜ਼ ਦੇ ਜ਼ਰੂਰ ਅਫਸੋਸ ਆ ਸਾਨੂੰ ਵੀ ਕੋਰਟ ਨੂੰ ਸਖਤੀ ਨਾਲ ਨਿਭਣਾ ਚਾਹੀਦਾ ਤਾਂ ਜੋ ਅਗਾਹਾਂ ਵਾਸਤੇ ਪ੍ਰੂਫ ਰਹਿਣ ਕਿ ਜੇਕਰ ਅਜਿਹਾ ਅਸੀਂ ਆਰਡਰ ਨੂੰ ਡਿਸਆਰਡਰ ਹਾਈ ਕੋਰਟ ਦੇ ਨੂੰ ਕਰਦੇ ਹਾਂ ਤਾਂ ਉਹ ਸਜ਼ਾ ਸਾਨੂੰ ਮਿਲਦੀ। ਸੋ ਇਹ ਕੋਰਟ ਨੂੰ ਜ਼ਰੂਰ ਇਹ ਅਹਿਮ ਕਰਨਾ ਚੁੱਕਣਾ ਚਾਹੀਦਾ ਹੈ ਤਾਂ ਜੋ ਇਹਨਾਂ ਨੂੰ ਸਜ਼ਾ ਮਿਲੇਗੀ। ਸੰਗਿਆਨ ਲਊਗਾ ਨਾ ਜਿਸ ਦੇਖੋ ਕੋਰਟ ਨੇ ਸਟੇ ਦਿੱਤਾ, ਕੋਰਟ ਨੇ ਸਟੇਟਸ ਕੋ ਉਹਦੇ ਬਾਵਜੂਦ ਮਤਲਬ ਕ੍ਰਿਸ਼ਨ ਕੁਮਾਰ ਜੀ ਦਾ ਲੀਡਰਸ਼ਿਪ ਆਫ ਸਰਦਾਰ ਪ੍ਰਗਟ ਸਿੰਘ ਇਜ਼ ਕੰਟੀਨਿਊਸਲੀ ਡਿਸਟ੍ਰੀਬਿਊਟਿੰਗ ਦਾ ਸਟੇਸ਼ਨ। ਹੁਣ ਤੁਸੀਂ ਇਹ ਕੁਐਸਚਨ ਪੁੱਛਿਆ ਕਿ ਕੋਰਟ ਨੇ ਤੋਂ ਬਾਅਦ ਕੀ ਕੀਤਾ ਨਾ, ਕੋਰਟ ਦੇ ਵਿੱਚ ਛੁੱਟੀਆਂ ਹੋਈਆਂ ਸਰਦੀਆਂ ਦੀ। ਕੋਰਟ ਨੇ ਉਸ ਦਿਨ ਜਿਸ ਦਿਨ ਸਟੇਟਸ ਕੋ ਕੀਤਾ ਉਹ ਸਾਰਾ ਕੁਝ ਸੀਲਡ ਕਰ ਦਿੱਤਾ। ਆਲਰੇਡੀ 6 ਜਨਵਰੀ 2022 ਡਿਸਾਈਡ ਕੀਤੀ ਹੋਈ ਹੈ ਜੀ। ਜਦੋਂ 6 ਜਨਵਰੀ 2022 ਡਿਸਾਈਡ ਹੋਈ ਦੀ ਆ ਤੇ ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ, ਕਹਿੰਦੇ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ। ਮੈਨੂੰ ਆਜ਼ਾਦੀ ਕਿਤੇ ਦਿਖਦੀ ਨਹੀਂ ਪਈ। ਬਾਬਾ ਸਾਹਿਬ ਨੇ ਜਿਹੜਾ ਕਨਸਟੀਟਿਊਸ਼ਨ ਫਰੇਮ ਕਰ ਦਿੱਤਾ, ਅਸੀਂ ਬਹੁਤ ਸਾਰੇ ਦੇਸ਼ਾਂ ਦੇ ਕਨਸਟੀਟਿਊਸ਼ਨ ਨੂੰ ਸਟੱਡੀ ਕਰਕੇ ਆਪਣਾ ਕਨਸਟੀਟਿਊਸ਼ਨ ਬਣਾਇਆ, ਉਹਦੇ ਅਕੋਰਡਿੰਗਲੀ ਦੇਸ਼ ਦੇ ਵਿੱਚ ਡੈਮੋਕ੍ਰੇਸੀ ਹੈ ਜੀ, ਲੋਕਤੰਤਰ। ਹੁਣ ਤੁਹਾਡੇ ਕੋਲ ਵੀ ਇੱਕ ਵੋਟ ਹੈ, ਸਰ ਕੋਲ ਵੀ ਇੱਕ ਵੋਟ ਹੈ, ਮੇਰੇ ਕੋਲ ਵੀ ਇੱਕ ਵੋਟ ਹੈ। ਕਿ ਕ੍ਰਿਸ਼ਨ ਕੁਮਾਰ ਜੀ ਕੋਲ 1 ਕਰੋੜ ਵੋਟਾਂ ਹੈ ਜਾਂ ਪ੍ਰਗਟ ਸਿੰਘ ਜੀ ਕੋਲ 2 ਕਰੋੜ ਵੋਟਾਂ ਹੈ? ਸੇਮ। ਹੁਣ ਅਸੀਂ ਪੜ੍ਹ ਲਿਖ ਗਏ ਹਾਂ, ਕਹਿੰਦੇ ਜਿਹੜਾ ਪੜ੍ਹਿਆ ਲਿਖਿਆ ਹੁੰਦਾ ਨਾ ਉਹ ਚੁੱਪ ਰਹਿਣਾ ਪਸੰਦ ਕਰਦਾ, ਪੜ੍ਹੇ ਲਿਖੇ 'ਚ ਸ਼ਰਾਫਤ ਬਹੁਤ ਹੁੰਦੀ। ਮੈਡਮ ਜਦੋਂ ਪੜ੍ਹਿਆ ਲਿਖਿਆ ਬੋਲਣ ਲੱਗ ਜਾਂਦਾ ਨਾ ਤੇ ਇਸ ਤੋਂ ਵੱਡਾ ਹਥਿਆਰ ਕੋਈ ਨਹੀਂ ਹੈ। ਜੇ ਇਹ ਇੰਨੀ ਵੱਡੀ ਘਪਲੇਬਾਜ਼ੀ ਨਜ਼ਰ ਆਉਂਦੀ ਆ ਤਾਂ ਫਿਰ ਇਹਦੇ ਪਿੱਛੇ ਸਰਕਾਰ ਦੀ ਮਨਸ਼ਾ ਕੀ ਹੋ ਸਕਦੀ ਹੈ? ਮੈਡਮ ਸਰਕਾਰ ਦੀ ਮਨਸ਼ਾ ਦੇਖੋ ਹੁਣ ਕਈ ਹੋ ਸਕਦੀ ਆ। ਹੁਣ ਸਰਕਾਰ ਦੀ ਮਨਸ਼ਾ ਤੁਸੀਂ ਮੈਨੂੰ ਇੱਕ ਗੱਲ ਦੱਸੋ, ਜਿਹੜੇ 15-20 ਸਾਲਾਂ ਤੋਂ ਰੈਗੂਲਰਲੀ ਟੀਚਿੰਗ ਕਰ ਰਹੇ ਆ, ਹੁਣ ਇੱਕ ਕੁਐਸਚਨ ਇਹਨੇ ਚੱਕਿਆ ਜੀ ਕ੍ਰਿਸ਼ਨ ਕੁਮਾਰ ਜੀ ਹੁਣ ਆਏ, ਉਸ ਤੋਂ ਪਹਿਲੇ ਕੀ ਸੈਕਟਰੀ ਐਜੂਕੇਸ਼ਨ ਰਹੇ ਨਹੀਂ ਹੈ? ਉਸ ਤੋਂ ਪਹਿਲੇ ਕੀ DPI ਨਹੀਂ ਸੀ? ਮੈਂ ਤੁਹਾਨੂੰ ਆਪਣੇ ਕਾਲਜ ਦੀ ਐਗਜ਼ਾਮਪਲ ਦਿੰਦਾ। ਅੱਜ ਤੋਂ ਕੋਈ 5 ਸਾਲ ਪਹਿਲੇ ਇੱਕ ਸੈਕਟਰੀ ਐਜੂਕੇਸ਼ਨ ਸੀ, ਮੌਕੇ 'ਤੇ ਸਾਡੇ ਕਾਲਜ ਦੇ ਵਿੱਚ ਆਏ। ਉਹਨਾਂ ਨੇ ਕਿਹਾ ਜੀ ਮੈਂ ਸਟਾਫ ਦੀ ਮੀਟਿੰਗ ਲੈਣੀ। ਉਹ ਸਟਾਫ ਦੀ ਜਦੋਂ ਮੀਟਿੰਗ ਲਈ ਤਾਂ ਉਹਨਾਂ ਨੇ ਕਿਹਾ ਕੀ ਕਿਸੇ ਨੂੰ ਕੋਈ ਪ੍ਰੋਬਲਮ ਹੈ? ਮੋਰ ਦੈਨ 100 ਸਟਾਫ ਮੈਂਬਰਸ ਉੱਥੇ ਬੈਠੇ ਸੀ, ਵਾਸ ਦਾ ਓਨਲੀ ਵਨ ਹੂ ਸਟੈਂਡਸ ਅਪ। ਉਹ ਮੇਰੇ ਪ੍ਰਿੰਸੀਪਲ ਸਾਹਿਬ ਦੇ ਸਾਰੇ ਮੇਰੇ ਕੋਲ ਦੇਖਣ ਲੱਗ ਪਏ ਵੀ ਇਹਨੂੰ ਕੀ ਪ੍ਰੋਬਲਮ ਆ। ਉਹ ਕਹਿੰਦੇ ਜੀ ਤੁਹਾਨੂੰ ਕੋਈ ਪ੍ਰੋਬਲਮ ਹੈ? ਮੈਂ ਕਿਹਾ ਸਰ ਪ੍ਰੋਬਲਮ ਸੋਲਵ ਵੀ ਹੋਣੀ ਆ। ਕਹਿੰਦੇ ਮੈਂ ਇਸੇ ਲਈ ਪੁੱਛਿਆ, ਤੁਸੀਂ ਪੁੱਛੋ ਅਸੀਂ ਸੋਲਵ ਕਰਾਂਗੇ। ਮੈਂ ਕਿਹਾ ਜੀ ਮੇਰੇ ਡਿਪਾਰਟਮੈਂਟ ਦੇ ਵਿੱਚ ਪੋਸਟਾਂ ਸੀਗੀਆਂ 5, ਸਰਕਾਰ ਨੇ ਇੱਕ ਪੋਸਟ ਸ਼ਿਫਟ ਕਰਤੀ ਗੁਰਦਾਸਪੁਰ, ਰਹਿ ਗਈਆਂ ਪੋਸਟਾਂ 4। ਬੱਚੇ ਸਾਡੇ ਕੋਲ ਹੈਗੇ ਹਿੱਸੇ ਦੇ 14 ਤੇ ਹੁਣ ਜਾਂ ਤਾਂ ਬੱਚੇ ਵੀ ਸ਼ਿਫਟ ਕਰ ਦਿਓ। ਸਾਨੂੰ 4 ਨੂੰ ਪੜ੍ਹਾਉਣਾ ਪੈ ਰਿਹਾ, ਜਿਹੜਾ 5ਵਾਂ ਬੰਦਾ ਬੇਰੁਜ਼ਗਾਰ ਕਰਤਾ। ਮੈਡਮ ਉਹ ਇੰਨੇ ਅੱਛੇ ਸੀਗੇ ਨਾ ਐਜੂਕੇਸ਼ਨ ਸੈਕਟਰੀ ਸਾਹਿਬ, ਉਹਨਾਂ ਨੇ ਉਸੇ ਵੇਲੇ ਸਪੀਕਰ ਹੋਣ ਕਰਕੇ DPI ਸਾਹਿਬ ਨੂੰ ਫੋਨ ਲਾਇਆ। DPI ਸਾਹਿਬ ਨੂੰ ਉਸੇ ਵੇਲੇ ਪੁੱਛਿਆ ਕਿ ਪੋਸਟ ਕਿੱਥੇ ਗਈ? ਕੀ ਸਾਡੀ ਕੀ ਗੁਰਦਾਸਪੁਰ? ਉਹ ਕਹਿੰਦੇ ਭਾਈ ਪੋਸਟ ਇਮੀਡੀਏਟਲੀ ਇੱਥੇ ਦਿਓ। ਮੈਨੂੰ ਪੋਸਟ ਸਾਨੂੰ ਮਿਲ ਗਈ 3 ਤੋਂ 4 ਮਹੀਨੇ ਦਾ ਪ੍ਰੋਸੈਸ ਮਿਲਿਆ, ਉਹ ਵੀ ਤੇ ਐਜੂਕੇਸ਼ਨ ਕਰਨਾ ਸੀ। ਔਰ ਮੈਨੂੰ ਸਾਰੇ ਨੇ ਕਿਹਾ ਕਿ ਇਕਾਈ ਇਸ ਬੰਦਾ ਦਿਲ ਕਿੱਦਾਂ ਪਿਆ ਉਹਦੇ ਮੂਹਰੇ ਜੋ ਕੁਛ ਕਹਿੰਦੇ। ਮੈਂ ਕਿਹਾ ਕਿ ਮੈਂ ਭਾਰਤ ਦਾ ਨਾਗਰਿਕ ਹਾਂ, ਮੇਰੀ ਵੋਟ ਬਣੀ, ਮੇਰਾ ਆਧਾਰ ਕਾਰਡ ਬਣਿਆ, ਮੇਰੇ ਕੋਲ ਵੀ ਉਹਦੀ ਇੱਕ ਵੋਟ ਹੈ ਜਿੱਦਾਂ ਇਹਨਾਂ ਕੋਲ। ਉਹਨਾਂ ਨੇ ਪੁੱਛਿਆ ਕਿ ਕੋਈ ਪ੍ਰੋਬਲਮ ਹੈ ਤਾਂ ਮੈਂ ਕਿਹਾ ਸੇਮ ਮੈਡਮ ਸੇਮ ਉसी पोस्ट से ऊपर बंदा बैठा जिन्हें श्री कृष्ण कुमार जी कहते हैं और ही इज नॉट रेडी टू लिसन एनीबॉडी, ही इज ट्राइंग टू प्रेजेंट हिमसेल्फ लाइक अ डिक्टेटर। पूरी डिक्टेटरशिप हो रही है जी, घपला है ये तो चलो जांच के बाद पता चल जाएगा। ਅਸੀਂ ਜਦੋਂ ਸਿੱਖਿਆ ਮੰਤਰੀ ਨੂੰ ਮਿਲੇ ਉਹਨਾਂ ਨੇ ਕਹਿਣਾ ਸੀ ਕਿ FM ਨੂੰ ਮਿਲੋ, FD ਕਰੇਗਾ। FD ਕਹਿੰਦੇ ਸਿੱਖਿਆ ਮੰਤਰੀ। ਦੇਖੋ ਇਹਦਾ ਅਸਲ 'ਚ ਇੱਧਰ ਦੂਜੇ ਨੂੰ ਕਹਿ ਦਿੰਦੇ ਆ, ਦੂਜੇ ਨੂੰ ਕਹਿੰਦੇ ਆ, ਇਹ ਸਮਾਂ ਟਪਾਉਣ ਦੀ ਗੱਲ ਕਰ ਰਹੇ। ਮਿਲੀ ਭੁਗਤ ਕਹਿ ਲਓ ਵੀ ਚੋਣ ਜਾਬਤਾ ਲੱਗ ਜਾਏਗਾ, ਆਪਣੇ ਆਪ ਆ ਜਿਹੜੇ ਸਾਰੇ ਇਹਦੇ ਵਿੱਚ ਨਾ ਸਾਡੇ ਨਾਲ ਕੁਝ ਸਟੂਡੈਂਟਸ ਨੇ ਵੀ, ਤੁਹਾਡੇ ਸਟੂਡੈਂਟਸ ਨੇ ਵੀ ਸੰਪਰਕ ਕੀਤਾ ਸੀਗਾ। ਉਹਨਾਂ ਨੇ ਡਟ ਕੇ ਕਿਹਾ ਕਿ ਅਸੀਂ ਆਪਣੇ ਪ੍ਰੋਫੈਸਰਾਂ ਦੇ ਨਾਲ ਖੜੇ ਹਾਂ। ਸਟੂਡੈਂਟ ਸਾਰੇ ਪ੍ਰੋਫੈਸਰਾਂ ਦੇ ਨਾਲ ਆ ਜੀ, ਤੇ ਇਵਨ ਕਿ ਕਿਸਾਨ ਅੰਦੋਲਨ ਜਿਹੜਾ ਉਹ ਸਾਰਾ ਸਾਡੇ ਨਾਲ। ਪਰ ਇਹਦੇ ਵਿੱਚ ਕੀ
ਵਿਦਿਆਰਥੀਆਂ ਦੀ ਪੜ੍ਹਾਈ ਤੇ ਕੋਈ ਅਸਰ ਨਹੀਂ ਪਏਗਾ? ਬਹੁਤ ਜ਼ਿਆਦਾ ਪੈਂਦਾ ਜੀ। ਕਿਉਂਕਿ ਉਹ ਕਹਿੰਦੇ ਵੀ ਸਾਡਾ ਸਿਲੇਬਸ ਵੀ ਹਾਲੇ ਪੂਰਾ ਨਹੀਂ ਹੋਇਆ। ਬਹੁਤ ਜ਼ਿਆਦਾ ਅਸਰ ਪਿਆ ਜੀ। 2 ਮਹੀਨੇ ਹੋ ਗਏ ਜੀ ਹੜਤਾਲਾਂ ਚੱਲਦੀਆਂ। ਜਦੋਂ ਦਾ ਕ੍ਰਿਸ਼ਨ ਕੁਮਾਰ ਆਇਆ, ਅੱਜ ਪ੍ਰਗਟ ਸਿੰਘ ਜੀ ਆਏ ਆ, ਉਦੋਂ ਦਾ ਹੀ ਬੱਚਿਆਂ ਦੀ ਪੜ੍ਹਾਈ ਨਹੀਂ ਹੋਈ ਹੈਗੀ। ਸਾਰੇ ਸਟ੍ਰਾਈਕਾਂ ਤੇ ਆ। ਔਰ ਸਾਡੇ ਪ੍ਰਧਾਨ ਡਿੰਪਲ ਨਾਲ ਪਹਿਲਾਂ ਹੀ ਕਹਿ ਦਿੱਤਾ ਸੀ ਪ੍ਰਗਟ ਸਿੰਘ ਨੂੰ ਕਿ ਜੇ ਇਹ ਅਫਸਰ ਨੂੰ ਲਾਇਆ ਤਾਂ ਦੇਖੋ ਤੁਸੀਂ ਨਾਸ ਹੋ ਜਾਊਗਾ ਸਟੱਡੀ ਦਾ। ਔਰ ਉਹੀ ਕੰਮ ਹੋਇਆ ਜੀ। ਅੱਜ ਜਲੂਸ ਕੱਢਤਾ ਉਹਨਾਂ ਪਰ ਸਟੱਡੀ ਦਾ। ਬਹੁਤ ਜ਼ਿਆਦਾ ਲੱਗਦਾ ਵੀ ਉਹ ਪ੍ਰਗਟ ਸਿੰਘ ਕ੍ਰਿਸ਼ਨ ਕੁਮਾਰ ਜੀ ਤੇ ਤੁਹਾਨੂੰ ਲੱਗਦਾ ਵੀ ਜ਼ਿਆਦਾ ਹੀ ਕੁਛ ਕਰਕੇ ਬਹੁਤ ਜ਼ਿਆਦਾ ਕਰਕੇ, ਬਹੁਤ ਜ਼ਿਆਦਾ ਕਰਕੇ ਧੋਖੇਬਾਜ਼ੀ ਬਹੁਤ ਕਰਕੇ। ਅਸੀਂ 44 ਸਾਲ ਦੀ ਉਮਰ ਹੋ ਗਈ ਜੀ ਮੇਰੀ, ਤੇ ਅੱਜ ਅਸੀਂ ਫਾਰਗ ਹੋ ਰਹੇ ਹਾਂ। ਦੇਖੋ ਸਾਨੂੰ ਕਿੰਨਾ ਦੁੱਖ ਵਾਲੀ ਗੱਲ ਆ, ਓਵਰੇਜ ਹੋ ਚੁੱਕਿਆ, ਹੋਰ ਕਿਤੇ ਵੀ ਜਾ ਨਹੀਂ ਸਕਦੇ। ਇਸ ਸਾਰੇ ਕਾਸੇ ਦੇ ਵਿੱਚ ਤੁਹਾਨੂੰ ਲੱਗਦਾ ਵੀ ਸਟੂਡੈਂਟ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ? ਦਾ ਨੁਕਸਾਨ ਹੋ ਰਿਹਾ। ਤੁਸੀਂ ਦੇਖੋ ਅੱਜ ਸਾਡੇ ਦੇਸ਼ ਦੀ ਸਾਡੇ 17-18 ਸਾਲ ਦੀ ਉਮਰ ਦੇ ਵਿੱਚ ਆਪਾਂ ਪਲੱਸ 2 ਕਰਦੇ ਹਾਂ। 21 ਸਾਲ ਦੀ ਉਮਰ ਦੇ ਵਿੱਚ ਗ੍ਰੈਜੂਏਸ਼ਨ ਸਾਡੇ 22-23 ਸਾਲ ਦੀ ਉਮਰ ਜਦੋਂ ਅਸੀਂ ਪੋਸਟ ਗ੍ਰੈਜੂਏਸ਼ਨ ਕਰਦੇ ਹਾਂ ਅਤੇ ਨੈਟ ਕਰਦੇ ਹਾਂ। ਨੈਟ ਟੈਸਟ ਦਿਓ, ਪੇਪਰ ਪਬਲੀਕੇਸ਼ਨ ਦਾ ਬਹੁਤ ਕੁਛ ਹੁੰਦਾ। ਮੈਂ ਤੁਹਾਨੂੰ ਲਿਸਟ ਪ੍ਰੋਵਾਈਡ ਕਰ ਦੂੰਗਾ। 2002 ਦਾ ਬੋਰਨ ਬੱਚਾ ਮੈਂ ਇਸ ਲਈ ਕਰ ਰਿਹਾ ਕਿ ਜਿਹਦੀ 19 ਸਾਲ ਉਮਰ ਲੱਗੀ ਆ, ਉਹ ਸਿਲੈਕਟ ਹੋ ਗਏ ਇਸ ਭਰਤੀ ਦੇ ਵਿੱਚ। 19 ਸਾਲ ਦਾ ਬੱਚਾ ਜੇ ਸਿਲੈਕਟ ਹੋ ਗਿਆ, ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਕਦੇ ਕੰਪਲੀਟ ਕੀਤੀ। ਉਹਦੀ ਪਾਸੇ 18 ਸਾਲ ਦਾ ਤਜਰਬਾ ਕਰਨ ਇੱਕ ਪਾਸੇ 19 ਸਾਲ ਦਾ ਪ੍ਰੋਫੈਸਰ। ਅੱਜ ਤੱਕ 2 ਮਹੀਨੇ ਦੀ ਪਹਿਲਾਂ ਦੀ ਗੱਲ ਕਰਦੀ ਹਾਂ, ਕਦੇ ਇੱਕ ਲੈਕਚਰ ਨਹੀਂ ਸੀ ਛੱਡਿਆ ਕਲਾਸ ਵਿੱਚ। ਕਿਉਂਕਿ ਇਹ ਹੁੰਦਾ ਸੀ ਕਿ ਇੱਕ ਲੈਕਚਰ ਛੱਡ ਦਿੱਤਾ ਨਾ, ਕਦੇ ਮੀਟਿੰਗ ਪ੍ਰਿੰਸੀਪਲ ਨਾਲ ਬੁਲਾ ਲਈ ਤਾਂ ਮੈਨੂੰ ਦੁੱਖ ਹੁੰਦਾ ਸੀ ਕਿ ਅੱਜ ਬੱਚਿਆਂ ਦੀ ਪੜ੍ਹਾਈ ਖਰਾਬ ਹੋਈ ਹੈ। ਪਰੰਤੂ ਹੁਣ 2 ਮਹੀਨੇ ਹੋ ਗਏ ਸਾਨੂੰ ਪੜ੍ਹਾਈ ਛੱਡਿਆਂ ਨੂੰ, ਧਰਨਿਆਂ ਤੇ ਬੈਠੇ ਨੂੰ। ਜਦੋਂ ਦਾ ਕ੍ਰਿਸ਼ਨ ਉਸ ਟਾਈਮ ਤੋਂ ਜਦੋਂ ਪ੍ਰਗਟ ਸਿੰਘ ਆਏ ਉਸ ਵਿੱਚ, ਔਰ ਹੁਣ ਤੱਕ ਕਿੰਨੇ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਚੁੱਕੀ ਹੈ। ਇਹਦੇ ਸਾਰੇ ਹੀ ਇਹ ਦੋਸ਼ੀ ਆ ਜਿਹੜੇ ਕ੍ਰਿਸ਼ਨ ਕੁਮਾਰ ਜੀ ਤੇ ਪ੍ਰਗਟ ਕਿ ਜੇਕਰ ਜਿਹੜੀ ਸਰਕਾਰ ਹੈ ਕੋਈ ਹੱਥ ਪੱਲਾ ਨਹੀਂ ਪੜਾਉਂਦੀ, ਉਸ ਤੋਂ ਬਾਅਦ ਕੀ ਹੋਏਗਾ? ਮੈਡਮ ਇਹ ਸਰਕਾਰ ਦਾ ਸੁਪਨਾ ਕਰਾਂਗੇ, ਘਰ ਘਰ ਜਾਵਾਂਗੇ, ਡਟ ਕੇ ਵਿਰੋਧ ਕਰਾਂਗੇ ਔਰ ਇਸ ਸਰਕਾਰ ਨੂੰ ਕਦੇ ਆਉਣ ਨਹੀਂ ਦੇਵਾਂਗੇ। ਜਿਹੜਾ ਹੁਣ ਜਿਹੜਾ SKM ਤੋਂ SSM ਬਣ ਗਿਆ, ਸੰਯੁਕਤ ਸਮਾਜ ਮੋਰਚਾ, ਉਹਦੇ ਹੱਕ ਚ ਆਉਣਗੇ? ਮੈਡਮ ਜੀ ਅਸੀਂ ਬਿਲਕੁਲ ਜੀ ਇਹ ਸਰਕਾਰ ਨੂੰ ਨਹੀਂ ਆਉਣ ਦਿੰਦੇ, ਜੋ ਮਰਜ਼ੀ ਹੋ ਜਾਏ। ਇਹ ਅਸੀਂ ਮਿੱਥ ਚੁੱਕੇ ਹਾਂ, ਇਹ ਸਰਕਾਰ ਨੂੰ ਆਉਣ ਨਹੀਂ ਦੇਵਾਂਗੇ ਜੇ ਸਾਡੀ ਨਾਸ ਗੱਲ, ਕਿਉਂਕਿ ਸਾਨੂੰ ਬੇਰੁਜ਼ਗਾਰ ਕਰ ਰਹੇ ਆ। ਅਸੀਂ ਤਾਂ ਫਿਰ ਫਾਰ ਗੁਜ਼ਰ ਹੋ ਗਏ, ਸਾਡੇ ਕੋਲ ਤੱਕ ਨਹੀਂ ਰਿਹਾ ਇਸ ਉਮਰ ਦੇ ਵਿੱਚ ਅਸੀਂ ਮੈਡਮ ਜੀ ਮੇਨ ਦੋਸ਼ੀ ਕ੍ਰਿਸ਼ਨ ਕੁਮਾਰ ਜੀ ਹੈ ਜੀ, ਜਿਹਨੇ ਇਹ ਸਿਸਟਮ ਨੂੰ ਬਿਨਾਂ ਸੋਚੇ ਸਮਝੇ ਐਸੇ ਸਟੈਪ ਕਰਕੇ ਰੱਖਦੇ। ਇੱਕ ਤੁਹਾਨੂੰ ਮੈਂ ਹੋਰ ਦੱਸਦਾ ਮੈਡਮ, ਤੁਹਾਡੇ ਨੌਲੇਜ 'ਚ ਆਉਣੀ ਚਾਹੀਦੀ ਇਹ ਗੱਲ। ਇੱਕ ਸਾਡੇ ਲੈਕਚਰਰ ਜੀ ਸੀ ਜਿਹਨਾਂ ਨੇ ਪਿੱਛੇ ਜੁਆਇਨ ਕਰਨ ਚੱਲੇ, ਉਹ ਪਹਿਲਾਂ ਆਪਣੀ ਪੋਸਟ ਰਿਜ਼ਾਈਨ ਦਿਆ, ਉੱਥੇ ਜੁਆਇਨ ਨਹੀਂ ਹੋ ਪਾਏ। ਜਾਂਦੇ ਜਾਂਦੇ ਉਹਨਾਂ ਨੇ ਇੰਨੀ ਮਨ 'ਚ ਟੈਨਸ਼ਨ ਆਈ ਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ, ਜਿਹੜੀ ਕਾਰ ਦੇ ਵਿੱਚ ਉਹਨੇ ਕਾਰ ਵੱਜੀ, ਉਹ ਬੰਦਾ ਮਰ ਗਿਆ। ਇਹਦਾ ਦੋਸ਼ੀ ਕੌਣ? ਇੱਕ ਜਗ੍ਹਾ ਜਦੋਂ ਪਹਿਲੀ ਵਾਰ ਟੀਚਰ ਨੂੰ ਐਸੇ ਸਿੱਖਿਆ ਮੰਤਰੀ ਦੇ ਘਰ ਦੇ ਵਿੱਚ ਐਂਟਰ ਹੋਇਆ, ਉਹਨਾਂ ਨੇ ਕਿਹੜੇ ਉਹਨਾਂ ਵਿੱਚ ਕਿਹਾ ਵੀ ਕਿਸੇ ਇਹ ਕੋਈ ਪੋਲੀਟੀਕਲ ਸਟੰਟ ਹੈ? ਪੋਲੀਟੀਕਲ ਸਟੰਟ ਹੈ? ਨਹੀਂ ਮੈਡਮ ਜੀ, ਤੱਥ ਇਕੱਠੇ ਕਰੋ ਤੁਸੀਂ। ਤੱਥ ਹੁਣ ਇਹ ਵੀ ਸੁਣਨ ਜਾ ਰਿਹਾ ਹੈ ਕਿ ਅੱਜ ਰਿਜ਼ਲਟ ਅਨਾਉਂਸ ਹੋਇਆ ਸੀ, ਇੱਕ ਬੰਦੇ ਨੇ ਪੇਪਰ ਹੀ ਨਹੀਂ ਦਿੱਤਾ, ਲੇਕਿਨ ਉਹਨੂੰ ਉਹਦੇ ਵਿੱਚ ਜੁਆਇਨਿੰਗ 'ਚ ਪਾਇਆ ਦਾ। ਉਹ ਮੇਰੇ ਕੋਲ ਆਇਆ ਨਹੀਂ, ਲੇਕਿਨ ਮੈਂ ਕਿਹਾ ਦਾ ਕਿ ਇਹ ਵੀ ਤੱਥ ਆ ਜੀ ਸਾਹਮਣੇ ਆ। ਹੁਣ ਦੋਸ਼ੀ 'ਚ ਦੋਸ਼ੀ ਕੌਣ? ਅਸੀਂ ਤਾਂ ਨਹੀਂ ਹੈ ਨਾ ਜੀ। ਬਹੁਤ ਵੱਡੀ ਵੱਡੀ ਇੱਕ ਨਾ ਜਿੱਦਾਂ ਸਿਸਟਮ ਨੂੰ ਪੂਰਾ ਹਿਲਾ ਦਿੱਤਾ ਗਿਆ। ਸਿਸਟਮ ਨੂੰ ਕਿ ਮੈਡਮ ਘੱਟੋ ਘੱਟ 2000 ਪਰਿਵਾਰ ਹਿਲਾਏ ਗਏ ਆ, ਔਰ 2000 ਪਰਿਵਾਰਾਂ ਦੇ ਨਾਲ ਕਿੰਨੇ ਬੰਦੇ ਅਟੈਚ ਨੇ, ਕਿੰਨੇ ਬੱਚੇ ਅਟੈਚ ਆ, ਔਰ 48 ਕਾਲਜਾਂ ਦੇ ਕਿੰਨੇ ਸਟੂਡੈਂਟ ਇਫੈਕਟ ਹੋਇਆ। ਇਹ ਛੋਟਾ ਮਸਲਾ ਨਹੀਂ ਹੈ ਜਿਹਨੂੰ ਆਪਾਂ ਕਹਿ ਦਈਏ, ਇਹ ਲੱਖਾਂ ਦੀ ਗਿਣਤੀ 'ਚ ਬੱਚਿਆਂ ਦੇ ਮਾਂ ਪਿਓ ਦਾ ਜਿਹੜਾ ਮੈਡਮ ਹੁਣ ਦੱਸੋ ਜਿਹੜਾ ਫੀਸ ਭਰ ਕੇ ਬੱਚਾ ਆਇਆ, ਇਫੈਕਟ ਤਾਂ ਹੈ ਨਾ ਜੀ ਉਹ, ਤੇ ਕਿਉਂ ਨਹੀਂ ਸਰਕਾਰ ਸੁਣ ਰਹੀ? ਤਾਂ ਅਸੀਂ ਧੰਨਵਾਦੀ ਹਾਂ, ਸ਼ੁਕਰ ਆ ਸਾਡਾ ਮੀਡੀਆ ਸਾਨੂੰ ਸੁਣਨ ਆਇਆ। ਤੇ ਲਾਸਟ 'ਚ ਮੈਂ ਕਹੂੰਗਾ ਜੀ ਸ਼ੁਕਰ ਆ ਕਿ ਅੱਜ ਮੈਡਮ ਮੀਂਹ 'ਚ ਪੈ ਰਹੇ ਸੀ, ਸਾਡੇ ਬੰਦੇ ਮੀਂਹ 'ਚ ਸੀਗੇ, ਅਸੀਂ ਲੰਮੇ ਪਏ ਉੱਪਰ ਮੀਂਹ ਪੈ ਰਹੇ ਸੀ, ਟੈਂਟ ਨਹੀਂ ਸੀ ਲਾਉਣ ਦੇ ਰਹੇ। ਜੋ ਟੈਂਟ ਲਾਉਣ ਦੀ ਗੱਲ ਕੀਤੀ ਤਾਂ ਸਾਨੂੰ ਡਰਾਇਆ ਧਮਕਾਇਆ ਜਾ ਰਿਹਾ। ਉਹਦੇ ਇੱਕ ਲੋਕ ਦਾ ਸਿੱਧਾ ਹੀ ਕਾਰਨ ਮੈਡਮ ਕੀਤਾ ਜਾ ਟੈਂਟ ਨਹੀਂ ਸੀ ਲਵਾਉਣ ਦਿੱਤਾ ਜਾਂਦਾ। ਮਤਲਬ ਇਹ ਲੱਖਾਂ ਨੂੰ ਇਫੈਕਟਡ ਹੋ ਰਹੀ ਹੈ ਚੀਜ਼। ਇਹ ਸਿਰਫ 906 ਗੈਸਟ ਵੀ ਇਫੈਕਟ ਨਹੀਂ ਹੋ ਰਹੇ, ਲੱਖਾਂ ਹੀ ਪਰਿਵਾਰ ਇਫੈਕਟਡ ਹੋ ਰਹੇ ਆ। ਅਗਰ ਅਸੀਂ ਇਹਦੀ ਡੂੰਘਾਈ ਨੂੰ, ਸੱਚਾਈ ਨੂੰ ਸਮਝੀਏ ਤਾਂ ਲੱਖਾਂ ਪਰਿਵਾਰ ਬੇਰੁਜ਼ਗਾਰ ਹੋ ਗਏ, ਇੰਨੇ ਤਜਰਬੇਕਾਰ ਟੀਚਰ ਜਿਹੜੇ ਆ ਉਹਨਾਂ ਨੂੰ ਸੜਕਾਂ ਤੇ ਲੈ ਆਉਂਦਾ, ਔਰ ਉਹਨਾਂ ਦੇ ਤਜਰਬੇ ਦੀ ਉਮਰ ਦੀ ਜਿਹੜੀ ਵੱਡੀ ਗੱਲ ਇੱਥੇ ਬੜੀ ਹੈਰਾਨੀ ਵਾਲੀ ਵੀ ਉਹਨਾਂ ਜਿੰਨਾ ਉਹਨਾਂ ਦਾ ਤਜਰਬਾ ਉਨੀ ਉਮਰ ਦੇ ਉੱਤੇ ਅਸਿਸਟੈਂਟ ਪ੍ਰੋਫੈਸਰਾਂ ਦੀ ਸਿਲੈਕਸ਼ਨ ਹੋਈ। ਇੱਕ ਬੜੀ ਸਿੰਪਲ ਗੱਲ ਹੈ, ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਪਟਵਾਰੀ ਭਰਤੀ ਕਰਨ ਦੀ ਕੋਸ਼ਿਸ਼ ਕੀਤੀ, ਹੋਏ ਨਹੀਂ, ਰੋਕ ਲੱਗ ਗਈ। ਸਕੂਲ ਮਾਸਟਰ ਭਰਤੀ ਕਰਨ ਦੀ ਕੋਸ਼ਿਸ਼ ਕੀਤੀ,
ਇੰਸਪੈਕਟਰ ਵੀ ਨਹੀਂ ਹੋਏ ਪੁਲਿਸ ਵਾਲੇ? ਇੰਸਪੈਕਟਰ ਭਰਨ ਦੀ ਕੋਸ਼ਿਸ਼ ਕੀਤੀ, ਨਹੀਂ ਹੋਈ। ਪੰਜਾਬ ਪੁਲਿਸ ਕਾਂਸਟੇਬਲ ਦੀਆਂ ਪੋਸਟਾਂ ਕੱਢੀਆਂ, ਨਹੀਂ ਹੋਏ। ਇਹੀ ਕਿਉਂ ਪੂਰੇ ਹੋ ਰਹੇ ਆ ਜਿਹਦੇ ਤੇ ਹਾਈ ਕੋਰਟ ਨੇ ਸਟੇ ਕਰ ਦਿੱਤਾ, ਜਿਹਨੂੰ ਹਾਈ ਕੋਰਟ ਨੇ ਸੀਲਡ ਕਰ ਦਿੱਤਾ। ਔਰ ਜਿੱਥੇ 18 ਸਾਲ ਤੋਂ ਘੱਟ ਉਮਰ ਦਾ ਬੱਚਾ ਪੇਪਰ ਪਾ ਨਹੀਂ ਸਕਦਾ, ਜਿਹੜੇ ਆਪਣੇ ਮੋਦੀ ਸਾਹਿਬ ਹੈਗੇ ਆ ਉਹਨਾਂ ਨੇ ਕੁੜੀਆਂ ਦੀ ਉਮਰ ਕਹਿੰਦੇ ਕਿ ਹੁਣ 21 ਸਾਲ ਕਰ ਦੇਣੀ ਵਿਆਹ ਦੀ, ਤੇ 19 ਸਾਲ ਦਾ ਪ੍ਰੋਫੈਸਰ ਕਿੱਦਾਂ ਭਰਤੀ ਹੋ ਗਿਆ? BA ਉਹੀ ਇਹ ਤੱਥ ਆ ਮੈਡਮ ਜੀ, ਇਹ ਰਿਜ਼ਲਟ ਤੱਥ ਹੈ, ਇਹ ਤੱਥ ਹੈ। ਉਹ ਲਿਸਟ 'ਚ ਤੁਸੀਂ ਆਇਡੈਂਟੀਫਾਈ ਕਰੋ, ਇੱਥੇ ਇਨਵੈਸਟੀਗੇਸ਼ਨ ਕਰੋ, ਇਹ ਤੁਹਾਨੂੰ ਫੇਰ ਸਾਰਾ ਚੀਜ਼ ਤੁਹਾਡੇ ਸਾਹਮਣੇ ਆ। ਨਾਲ ਧੱਕੇਸ਼ਾਹੀ ਹੋ ਰਹੀ ਹੈ। ਅਸੀਂ ਮੈਡਮ ਇੱਕ ਤੁਹਾਨੂੰ ਸਵਾਲ ਪੁੱਛਦੇ ਕਿ ਤੁਸੀਂ ਸਾਰਾ ਇਹ ਮੈਟਰ ਕ੍ਰਿਸ਼ਨ ਕੁਮਾਰ ਨਾਲ ਡਿਸਕਸ ਕਰੋਗੇ? ਦੇਖੋ ਸਾਨੂੰ ਮੌਕਾ ਮਿਲੇਗਾ ਤਾਂ ਜ਼ਰੂਰ ਕਰਾਂਗੇ। ਇਹ ਮੈਡਮ ਤੁਹਾਨੂੰ ਕਰਨਾ ਚਾਹੀਦਾ, ਮੌਕਾ ਨਹੀਂ। ਮੀਡੀਆ ਮੈਡਮ ਇੱਕ ਜ਼ਿੰਮੇਵਾਰ ਸੁਸਾਇਟੀ ਹੈ ਜੀ, ਇੱਕ ਸੁਸਾਇਟੀ ਦੀ ਇੱਕ ਪੁੱਛਿਆ ਜਾਂਦਾ ਜਿਹੜੇ ਆਥਰ ਦਾ ਅਸੀਂ ਕਰ ਦਿੰਦੇ ਆ ਨਾ, ਬਿਆਨ ਕਰਦੇ ਉਹੀ ਆਥਰ ਹੀ ਸਾਰਾ ਕਾਲਜ ਔਰ ਜੇ ਅਸੀਂ ਇਸੇ ਤਰ੍ਹਾਂ ਸਰਕਾਰ ਦੀ ਪੱਟੀ ਗੋਚਣੀ ਆ, ਜੇਕਰ ਸਰਕਾਰ ਨਹੀਂ ਕਰੇਗੀ ਤਾਂ ਅਸੀਂ ਲੈਕਚਰ ਕਰਾਂਗੇ ਔਰ ਇਹਨਾਂ ਦੀ ਪੱਟੀ ਗੋਚਾਂਗੇ। ਸੋ ਕੰਪੇਨ ਕਰਨਗੇ ਇਹ ਅਧਿਆਪਕ ਜਿਨ੍ਹਾਂ ਦੇ ਨਾਲ ਧੱਕਾ ਹੋਇਆ, ਉਹ ਕੰਪੇਨ ਕਰਨਗੇ ਮੌਜੂਦਾ ਸਰਕਾਰ ਦੇ ਖਿਲਾਫ ਜੇਕਰ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਜਿਹੜੇ ETT ਅਧਿਆਪਕ ਰਿਵਰਸ ਕੀਤੇ ਗਏ ਨੇ ਔਰ ਦੂਸਰੀ ਸਾਈਡ ਉਹ ਅਸਿਸਟੈਂਟ ਪ੍ਰੋਫੈਸਰ ਸਰਕਾਰੀ ਕਾਲਜਾਂ ਦੇ ਜਿਨ੍ਹਾਂ ਨੂੰ ਜਿਹੜੇ 18-20 ਸਾਲ ਗੈਸਟ ਫੈਕਲਟੀ ਦੇ ਵਿੱਚੋਂ ਆਪਣੀਆਂ ਸੇਵਾਵਾਂ ਦਿੰਦੇ ਰਹੇ ਨੇ ਕਾਲਜ ਦੇ ਵਿੱਚ, ਪਿਛਲੇ ਦਿਨੀ ਉਹਨਾਂ ਦੀ ਰਿਪਲੇਸਮੈਂਟ ਹੋਈ ਹੈ। ਆਪਾਂ ਗੱਲ ਕਰਦੇ ਹਾਂ ਪੰਜਾਬ ਸਟੂਡੈਂਟ ਐਸੋਸੀਏਸ਼ਨ ਦੇ ਜਿਹੜੇ ਸੂਬਾ ਪ੍ਰੈਸ ਸਕੱਤਰ ਸਾਡੇ ਨਾਲ ਨੇ ਮੰਗਲ ਜੀ, ਔਰ ਇਹਨਾਂ ਦੇ ਨਾਲ ਆਪਾਂ ਗੱਲ ਕਰਦੇ ਸਾਰੇ ਸੁਨਿਆਰੀ ਨੂੰ ਕਿੱਦਾਂ ਦੇ। ਦੇਖੋ ਇਹਦੇ ਵਿੱਚ ਅਸੀਂ ਇੱਥੇ ਜਿਸ ਦਿਨ ਦਾ ਵੀ ਪ੍ਰੋਟੈਸਟ ਚੱਲ ਰਿਹਾ, ਲਗਭਗ ਉਹਨਾਂ ਦਿਨਾਂ ਤੋਂ ਇੱਥੇ ਲਗਾਤਾਰ ਆਉਂਦਾ, ਕਿਉਂਕਿ ਜਿਨ੍ਹਾਂ ਅਧਿਆਪਕਾਂ ਕੋਲ ਅਸੀਂ ਪੜ੍ਹਦੇ ਹਾਂ ਜੋ ਸਾਰੇ ਸਟ੍ਰਾਈਕ ਦੇ ਨੇ, ਪਿਛਲੇ 2-2.5 ਮਹੀਨਿਆਂ ਦੇ ਉੱਪਰ ਗੈਸਟ ਫੈਕਲਟੀ ਲੈਕਚਰਰ ਜਿਹੜੇ ਧਰਨੇ 'ਤੇ ਬੈਠੇ ਹੋਏ ਨੇ, ਕਿਉਂਕਿ ਜਿੱਥੇ ਵਿਦਿਆਰਥੀਆਂ ਦੀ ਐਜੂਕੇਸ਼ਨ ਦਾ ਨੁਕਸਾਨ ਹੋ ਰਿਹਾ ਉੱਥੇ ਹੀ ਇਹਨਾਂ ਅਧਿਆਪਕਾਂ ਦੇ ਜਿਹੜੇ ਫਿਊਚਰ ਦਾ ਵੀ ਸਵਾਲ ਹੈ। ਜਿਨ੍ਹਾਂ ਨੇ ਇੰਨਾ ਪੜ੍ਹਾਇਆ, ਬੱਚਿਆਂ ਨੂੰ ਪੜ੍ਹਾ ਕੇ ਬਹੁਤ ਸਾਰੀਆਂ ਪੋਸਟਾਂ 'ਤੇ ਗਏ ਨੇ, ਅੱਜ ਉਹਨਾਂ ਹੀ ਅਧਿਆਪਕਾਂ ਨੂੰ ਜਿਹੜਾ ਤੁਸੀਂ ਸਿੱਧੇ ਲਾਈਨ ਕਰ ਰਹੇ ਹੋ, ਇਹ ਸਰਕਾਰ ਦੀ ਬਹੁਤ ਗਲਤ ਨੀਤੀ ਹੈਗੀ। ਲਗਭਗ ਜਲੰਧਰ ਦੇ ਵਿੱਚ 3 ਪ੍ਰੋਟੈਸਟ ਚੱਲ ਰਹੇ ਨੇ, ਅਸੀਂ ਤਿੰਨੋਂ 'ਚ ਸ਼ਮੂਲੀਅਤ ਕੀਤੀ। ਬੱਸ ਸਟੈਂਡ ਦੇ ਉੱਪਰ B.Ed ਟੈਟ ਪਾਸ ਅਧਿਆਪਕ ਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬੀ ਮਾਤ ਭਾਸ਼ਾ ਦੇ ਬਹੁਤ ਉਹਨੂੰ ਲੈ ਕੇ ਚੱਲੇ ਹੋਏ ਆ ਵੀ ਅਸੀਂ ਆਪਣੀ ਭਾਸ਼ਾ ਮਾਤ ਭਾਸ਼ਾ ਸਾਡੀ ਹੈਗੀ ਆ, ਪਰ ਉਹ ਜਿਹੜੇ ਪ੍ਰੋਫੈਸਰ ਟੀਚਰ ਪ੍ਰੋਟੈਸਟ ਕਰ ਰਹੇ ਨੇ, ਜਿਹੜੇ ਹਾਲੇ ਬੇਰੁਜ਼ਗਾਰੀ ਨੇ, ਉਹਨਾਂ ਦੀ ਮੰਗ ਹੈ ਕਿ ਪੰਜਾਬੀ ਸਮਾਜਿਕ ਸਿੱਖਿਆ ਹੋਊਗੀ, ਜਿਹਦੇ ਇਹ ਟੀਚਰ ਲਗਾਤਾਰ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਭਰਤੀ ਨਹੀਂ ਕਰ ਰਹੇ। ਲਗਭਗ 9000 ਪੋਸਟ ਆ ਜਿਨ੍ਹਾਂ ਦੀ ਉਹ ਮੰਗ ਨੂੰ ਲੈ ਕੇ ਲੱਗੇ ਨੇ ਕਿ ਸਰਕਾਰ ਨੇ ਕੀ ਜੁਗਾੜ ਲਾਇਆ ਹੋਇਆ ਵੀ ਮੈਥ ਵਾਲਾ ਪੰਜਾਬੀ ਪੜ੍ਹਾ ਲੂਗਾ, ਇੰਗਲਿਸ਼ ਵਾਲਾ SST ਪੜ੍ਹਾ ਦੂਗਾ। ਮਤਲਬ ਕੀ ਹੈ, ਜਿਹੜੀ 9000 ਪੋਸਟ ਆ ਉਹਨੂੰ ਪੂਰੀ ਦੀ ਪੂਰਾ ਜਿਹੜਾ ਖਤਮ ਕਰਨ ਦੇ ਉੱਤੇ ਤੁਰੀ। ਦੂਸਰਾ ਅੱਗੇ ਥੋੜ੍ਹਾ ਜਿਹਾ ਅੱਗੇ ਦੂਸਰੀ ਸਾਈਡ 'ਤੇ ਜਾਓ ਤਾਂ ਤੁਹਾਡੇ ਸਾਹਮਣੇ ETT 180 ਕਰਨਾ ਤਾਂ ਇਹ ਚਾਹੀਦਾ ਸੀ ਕਿ ਨਵੀਆਂ ਭਰਤੀਆਂ ਕਰਦੇ, ਵੈਕੈਂਸੀਆਂ ਨੇ ਕੋਲ 200 ਦੇ। ਹਾਂ ਵੈਕੈਂਸੀ ਉਹੀ ਗੱਲ ਜੀ, ਕਰਨਾ ਤਾਂ ਇਹ ਚਾਹੀਦਾ ਵੀ ਸਰਕਾਰ ਜਿਹੜੀਆਂ ਹੋਰ ਪੋਸਟਾਂ ਨੂੰ ਕ੍ਰੀਏਟ ਕਰਦੀ, ਪਰ ਹੋਇਆ ਕਿ ਉਹ ਅੱਜ ਤੋਂ 5 ਸਾਲ ਪਹਿਲਾਂ ਲਗਭਗ 180 ਜਿਹੜੇ ਉਹ ਟੀਚਰ ਵੱਧ ਚੁਣੇ ਗਏ, ਉਹ ਜੋਬ 'ਚ ਆ ਗਏ, ਸਾਰਾ ਕੁਝ ਹੋ ਗਿਆ ਨਾ, ਸਾਰਿਆਂ ਦੇ ਬਰਾਬਰ ਜਿਹੜੇ ਆਫਰ ਲੈਟਰ ਜਾਰੀ ਹੋਏ। ਹੁਣ ਉਹਨਾਂ ਨੂੰ ਇਹ ਲੈਟਰ ਜਾਰੀ ਕਰਤੀ 180 ਜਣਿਆਂ ਨੂੰ ਵੀ ਕਿਉਂ ਨਾ ਤੁਹਾਡੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਜਾਣ ਕਿ ਤੁਸੀਂ ਵਾਧੂ ਹੋਏ। ਮਤਲਬ ਕੀ ਆ, ਪਹਿਲੀ ਸਰਕਾਰ ਗਲਤ ਤਰੀਕੇ ਨਾਲ ਹਾਂ ਗਲਤ ਤਰੀਕੇ ਨਾਲ ਬਿਲਕੁਲ ਜੀ। ਸਰਕਾਰ ਨੂੰ ਤਾਂ ਚਾਹੀਦਾ ਕਿ ਭਰਤੀਆਂ ਵਧਾਉਣ, ਹੋਰ ਭਰਤੀਆਂ ਖੋਲ੍ਹਣ, ਹਰ ਵੱਖਰੇ ਮਹਿਕਮਿਆਂ 'ਚ ਖੋਲ੍ਹਣ, ਪਰ ਸਰਕਾਰ ਉਲਟ ਕਰ ਰਹੀ ਹੈ। ਜਿਹੜੇ ਆਲਰੇਡੀ ਜੋਬ 'ਚ ਸੀਗੇ ਉਹਨਾਂ ਨੂੰ ਕੱਢ ਕੇ ਜਿਹੜਾ ਉਹ ਆਪਣਾ ਜਿਹੜਾ ਟਾਈਮ ਕਰ ਰਹੀ ਹੈ, ਜੋ ਸਰਕਾਰ ਦੀ ਬਹੁਤ ਗਲਤ ਨੀਤੀ ਹੈਗੀ ਹੈ। ਅਸੀਂ ਤਾਂ ਡਟ ਕੇ ਵਿਰੋਧ ਕਰਦੇ ਹਾਂ। ਜੇ ਸਕੂਲਾਂ ਕਾਲਜਾਂ ਦੇ ਵਿੱਚ ਟੀਚਰ ਨਹੀਂ ਵਧਣਗੇ, ਸਕੂਲਾਂ ਕਾਲਜਾਂ 'ਚ ਜਿਹੜੇ ਗੌਰਮੈਂਟ ਸਕੂਲ ਕਾਲਜ ਨੇ ਉਹਨਾਂ ਦੇ ਵਿੱਚ ਵੱਡੀ ਗਿਣਤੀ ਛੋਟੀ ਕਿਸਾਨੀ ਹੋਗੀ ਜਾਂ ਗਰੀਬ ਮਜ਼ਦੂਰਾਂ ਦੇ ਬੱਚੇ ਹੋ ਗਏ। ਮਤਲਬ ਕੀ ਹੈ, ਸਰਕਾਰ ਸਿੱਧੇ ਔਰ ਸਪਸ਼ਟ ਰੂਪ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਉਹਨਾਂ ਨੂੰ ਕੱਢਣਾ ਚਾਹੁੰਦੀ, ਜੋ ਸਰਕਾਰ ਦੀ ਇਹੀ ਇੱਕ ਵਰਗ ਆ। ਜੇ ਉਹਨਾਂ ਨੇ ਉੱਚ ਸਿੱਖਿਆ ਵਾਲੇ ਪਾਸੇ ਆਇਆ ਤਾਂ ਜਿਹੜੇ ਸਕੂਲ ਕਾਲਜ ਸੀ ਉਹਨਾਂ ਦਾ ਨਿੱਜੀਕਰਨ ਕਰ ਦਿੱਤਾ ਗਿਆ। ਸਰਕਾਰ ਦੀ ਪਾਲਿਸੀ ਇਹ ਆ ਕਿ ਸਰਕਾਰ ਦਾ ਮਤਲਬ ਕੀ ਰਹਿ ਜਾਂਦਾ, ਸਿੱਖਿਆ ਤੁਸੀਂ ਨਹੀਂ ਦੇਣੀ, ਸਿਹਤ ਸਹੂਲਤ ਤੁਸੀਂ ਨਹੀਂ ਦੇਣੀ, ਜਿਹੜੇ ਹੋਰ ਪਬਲਿਕ ਸੈਕਟਰ ਨੇ ਉਹ ਤੁਸੀਂ ਨਹੀਂ ਦੇਣੇ। ਸਰਕਾਰ ਨੇ ਕਰਨਾ ਕੀ ਹੈ ਫਿਰ? ਕਿ ਸਿਰਫ ਇਹ ਕਰਨਾ ਕਿ ਕਾਰਪੋਰੇਟ ਦੇ ਪੱਖ 'ਚ ਕਿਹੜੀਆਂ ਨੀਤੀਆਂ ਅਸੀਂ ਲਿਆ ਸਕਦੇ ਹਾਂ? ਜੇ ਤੁਹਾਨੂੰ ਲੋਕਾਂ ਨੇ ਬਹੁਮਤ ਦੇ ਦਿੱਤਾ, ਇਹਦਾ ਮਤਲਬ ਥੋੜ੍ਹਾ ਵੀ ਤੁਸੀਂ ਜਮਹੂਰੀਅਤ ਦਾ ਜਿਹੜਾ ਘਾਣ ਕਰਕੇ ਜਿਹੜਾ ਆਪਣੀ ਮਰਜ਼ੀ ਦੇ ਨਾਲ ਤੁਸੀਂ ਕੁਛ ਵੀ ਜਿਹੜਾ ਫੈਸਲਾ ਲਓ ਔਰ ਤੁਸੀਂ ਕਹੋ ਵੀ ਅਸੀਂ ਤਾਂ ਸੰਸਦ ਦੇ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ ਤੁਸੀਂ ਪਾਸ ਕਰਕੇ ਲੈ ਆਓ, ਇਹ ਜਮਹੂਰੀਅਤ ਨਹੀਂ ਹੁੰਦੀ। ਜਮਹੂਰੀਅਤ ਲੋਕਾਂ ਨਾਲ। ਅੱਛਾ ਮੰਗਲਜੀਤ ਜੀ, ਇੱਕ ਹੋਰ ਹੋਇਆ ਵੀ ਜਿਵੇਂ ਇਹਨਾਂ ਨੇ ਜਿਹੜੇ ਗੈਸਟ ਫੈਕਲਟੀ ਅਧਿਆਪਕ ਨੇ, ਇਹਨਾਂ ਨੇ ਹਾਈ ਕੋਰਟ ਤੋਂ ਸਟੇ ਵੀ ਲੈ ਲਿਆ, ਸੀਲਡ ਵੀ ਹੋ ਗਿਆ ਪ੍ਰੋਸੈਸ ਦੇ ਬਾਵਜੂਦ ਵੀ ਸੁਣਨ 'ਚ ਆਇਆ ਕਿ ਰਾਤ ਦੇ 12 ਵਜੇ ਜਿਹੜੇ ਨਿਯੁਕਤ ਕੀਤੇ ਅਧਿਆਪਕ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਹਦੇ ਵਿੱਚ ਮੈਂ ਜ਼ਰੂਰ ਇੱਕ ਗੱਲ ਹੋਰ ਵੀ ਕਹਿਣਾ ਚਾਹੁੰਦਾ, ਜਿਹੜਾ ਕੋਰਟ 'ਚ ਕੇਸ ਜਾਂਦੇ ਆ
ਇਹ ਸਿਰਫ ਜਿਹੜਾ ਪੜ੍ਹਿਆ ਲਿਖਿਆ ਵਰਗ ਹੈ ਜਾਂ ਬੇਰੁਜ਼ਗਾਰ, ਇਹ ਸਰਕਾਰ ਦੀ ਵੀ ਉਹ ਪਾਲਿਸੀ ਹੋਈ ਹੈ ਕਿ ਉਹਨਾਂ ਨੂੰ ਲਿਜਾ ਕੇ ਰੱਖਦੀ। ਜਿਵੇਂ ਬੀਐਡ ਵਾਲੇ ਬੈਠੇ ਨੇ ਉਹਨਾਂ ਦਾ ਵੀ ਇੱਕ ਕੇਸ ਇਸੇ ਤਰ੍ਹਾਂ ਜਿਹੜਾ ਕੋਰਟ 'ਚ ਗਿਆ, ਇਸੇ ਤਰ੍ਹਾਂ ETT ਵਾਲਿਆਂ ਦਾ ਵੀ ਇੱਕ ਕੇਸ ਜਿਹੜਾ ਕੋਰਟ 'ਚ ਗਿਆ। ਕੋਰਟ 'ਚ ਜਾਣ ਦਾ ਕੇਸ ਮਤਲਬ ਕਿ ਸਰਕਾਰ ਨੂੰ ਇੱਕ ਬਹੁਤ ਵਧੀਆ ਜ਼ਰੀਆ ਮਿਲ ਜਾਂਦਾ, ਜਦੋਂ ਚਾਹੋ ਸਟੇ ਲਗਾ ਦਿਓ। ਨਹੀਂ, ਇਹ ਸਟੇ ਤਾਂ ਲੱਗਾ ਹੈ, ਇਹਨਾਂ ਦੇ ਹੱਕ 'ਚ ਲੱਗਾ, ਦੇ ਬਾਵਜੂਦ ਵੀ ਫਿਰ ਜਿਹੜੇ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਕਿਉਂ ਦੇ ਰਹੀ ਹੈ? ਕੀ ਮਨਸ਼ਾ ਸਰਕਾਰ ਦੀ? ਸਰਕਾਰ ਦੀ ਮਨਸ਼ਾ ਤਾਂ ਸਪਸ਼ਟ ਹੀ ਹੈਗੀ ਆ ਕਿ ਜਿੱਥੋਂ ਇਹ ਰੁਪਈਆ ਜਾਰੀ ਹੋਣਾ, ਜਿਹੜੀਆਂ ਇਹਨਾਂ ਦੀਆਂ ਤਨਖਾਹਾਂ, ਸਰਕਾਰ ਉਹ ਤੋਂ ਪੱਲਾ ਛਡਾਉਣਾ ਚਾਹੁੰਦੀ ਹੈ। ਉਹ ਜ਼ਰੀਆ ਇਹਨਾਂ ਨੇ ਕੋਈ ਰੱਖਿਆ ਨਹੀਂ। 29 ਪਬਲਿਕ ਸੈਕਟਰ ਜਿਹੜੇ ਸੀਗੇ ਸਾਰਿਆਂ ਨੂੰ ਪ੍ਰਾਈਵੇਟ ਦਿੱਤਾ ਜਿਹੜੇ। ਅੱਛਾ, ਇੱਕ ਚੀਜ਼ ਹੋਰ ਆ ਵੀ ਜਿਹੜੇ ਗੈਸਟ ਫੈਕਲਟੀ ਹੈ, ਇਹ PTA ਫੰਡ ਦੇ ਵਿੱਚੋਂ ਇਹਨਾਂ ਨੂੰ ਜਿਹੜੀ ਤਨਖਾਹ ਮਿਲਦੀ, ਕਿਉਂਕਿ ਮੈਂ ਵੀ ਗੈਸਟ ਫੈਕਲਟੀ ਦੇ ਵਿੱਚ ਕਰ ਚੁੱਕੀ ਹਾਂ, ਔਰ ਇਹਦੇ ਨਾਲ ਸਟੂਡੈਂਟਸ ਤੇ ਤੁਹਾਡੇ ਤੇ ਹੀ ਬੋਝ ਪਿਆ ਨਾ। ਬਿਲਕੁਲ ਜੀ, ਅਸੀਂ ਕੀ ਸਰਕਾਰ ਤੋਂ ਮੰਗ ਕਰਦੇ ਹੋ ਵੀ ਸਟੂਡੈਂਟ ਹੀ ਕਿਉਂ ਜਿਹੜੇ ਪੈਸੇ ਫੰਡ ਇਕੱਠਾ ਕਰਕੇ ਦੇਣ ਅਧਿਆਪਕਾਂ ਨੂੰ ਸਰਕਾਰੀ ਕਾਲਜ ਦੇ ਵਿੱਚ? ਅਸੀਂ ਤਾਂ ਜਦੋਂ ਵੀ ਗੈਸਟ ਫੈਕਲਟੀ, ਅੱਜ ਤੋਂ ਕਈ ਸਾਲ ਪਹਿਲਾਂ ਵੀ ਇੱਥੇ ਚੁੰਨੀ ਲਾਲ ਦਾ ਘਰ ਹੈ, ਜਦੋਂ ਸਾਰੇ ਅਸੀਂ ਸਟੂਡੈਂਟ ਆਰਗੇਨਾਈਜੇਸ਼ਨ ਨਾਲ ਰਲ ਕੇ ਪ੍ਰੋਟੈਸਟ ਕੀਤਾ ਸੀ। ਸਾਡੀ ਤਾਂ ਸ਼ੁਰੂ ਤੋਂ ਹੀ ਮੰਗ ਰਹੀ ਹੈ ਕਿ ਜਿਹੜੀ ਪ੍ਰੋਫੈਸਰਾਂ ਦੀ ਤਨਖਾਹ ਹੈ ਸਰਕਾਰ ਆਪਣੇ ਖਜ਼ਾਨੇ 'ਚੋਂ ਦੇਵੇ, ਸਟੂਡੈਂਟ ਦੇ ਉੱਪਰ ਇਹ ਬੋਝ ਨਹੀਂ ਪਾਉਣਾ ਚਾਹੀਦਾ। ਜਿਹੜਾ ਉਹ PTA ਫੰਡ ਹੈ, PTA ਫੰਡ ਦੇ ਲਈ ਕਿ ਲਗਾਤਾਰ ਤੁਸੀਂ ਵਧਾਈ ਜਾਂਦੇ ਹੋ, ਸਾਰਾ ਵਿਦਿਆਰਥੀਆਂ ਦੇ ਉੱਪਰ ਜਿਹੜਾ ਉਹ ਬੋਝ ਜਾਂਦਾ ਹੈ। ਅਸੀਂ ਸ਼ੁਰੂ ਤੋਂ ਕਹਿੰਦੇ ਕਿ ਸਰਕਾਰ ਨੇ ਜਿਹੜੀ ਤਨਖਾਹ ਦੇਣੀ ਹੈ ਪ੍ਰੋਫੈਸਰਾਂ ਨੂੰ, ਸਰਕਾਰ ਆਪਣੇ ਖਜ਼ਾਨੇ 'ਚੋਂ ਦੇਵੇ, ਵਿਦਿਆਰਥੀਆਂ ਤੇ ਲੋਡ ਨਹੀਂ ਪਾਉਣਾ ਚਾਹੀਦਾ। ਕਿਉਂਕਿ ਮੈਂ ਇਸ ਕਰਕੇ ਕਹਿ ਰਹੀ ਹਾਂ ਵੀ ਜਿਹੜੇ ਇਹਨਾਂ ਸਰਕਾਰੀ ਸਕੂਲਾਂ ਜਾਂ ਕਾਲਜਾਂ ਦੇ ਵਿੱਚ ਜਿਹੜੇ ਸਟੂਡੈਂਟ ਹੁੰਦੇ ਉਹ ਮੱਧ ਵਰਗ ਦੇ, ਮੱਧ ਵੀ ਕਹਿ ਰਹੀ ਹੈ ਕਿ ਲੋਹ ਵਰਗ ਦੇ ਹੁੰਦੇ ਨੇ, ਜੇ ਉਹ ਇੰਨੇ ਖੁਸ਼ਹਾਲ ਹੋਣ ਆਰਥਿਕ ਪੱਖੋਂ, ਤੇ ਫਿਰ ਇਹਨਾਂ ਸਕੂਲਾਂ ਦੇ ਵਿੱਚ ਕਿਉਂ ਆਉਣ? ਫਿਰ ਗੱਲ ਤਾਂ ਉੱਥੇ ਫਿਰ ਆ ਕੇ ਖੜ ਗਈ ਕਿ ਜਿਹੜਾ PTA ਫੰਡ ਦੇ ਥਰੂ ਉਹਨਾਂ ਤੇ ਫਿਰ ਉਹਨਾਂ ਹੀ ਬੋਝ ਪਾ ਦਿੱਤਾ ਜਾਂਦਾ। ਮੈਂ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਫਾਜ਼ਿਲਕਾ ਦੇ ਵਿੱਚ ਸਾਡੀ ਆਰਗੇਨਾਈਜੇਸ਼ਨ ਹੈ, ਉਸ ਦੇ ਵਿੱਚ 90% ਜਿਹੜੇ ਵਿਦਿਆਰਥੀ ਉਹ ਦਲਿਤ ਫੈਮਿਲੀ ਚੋਂ, ਮਤਲਬ ਸਿੱਧਾ ਕਿ ਜਿਨ੍ਹਾਂ ਤੋਂ ਕੋਲ ਆਪਣਾ ਕੋਈ ਪੈਦਾਵਾਰ ਦਾ ਸਾਧਨ ਨਹੀਂ ਹੁੰਦਾ, ਉਹਨਾਂ 'ਚ ਆਉਂਦੇ ਨੇ। ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਜੇਕਰ ਸਰਕਾਰ ਨੇ ਪੈਸੇ ਹੀ ਵਿਦਿਆਰਥੀਆਂ ਤੋਂ ਗਰਾ ਕੇ ਟੀਚਰ ਨੂੰ ਤਨਖਾਹ ਦੇਣੀ ਹੈ ਤੇ ਫਿਰ ਇਹਨਾਂ ਕਾਲਜਾਂ ਦਾ ਕੀ ਮਤਲਬ ਹੈ? ਮਤਲਬ ਤੁਸੀਂ ਬਿਲਕੁਲ ਹੀ ਆਪਣੇ ਸਿੱਖਿਆ ਤੋਂ ਪੱਲਾ ਝਾੜਦੇ ਹੋ। ਕਿ ਇਹਦੇ ਪਿੱਛੇ ਮਨਸ਼ਾ ਕੀ ਹੈ ਸਰਕਾਰਾਂ ਦੀ? ਕਿਉਂਕਿ ਪਿਛਲੇ 18 ਸਾਲ ਤੋਂ ਸਰਵਿਸਾਂ ਦੇ ਰਹੇ ਨੇ, ਪਿਛਲੇ ਤੁਸੀਂ 18 ਸਾਲ ਤੋਂ ਕੋਈ 20 ਸਾਲ ਤੋਂ ਕੋਈ 19 ਸਾਲ ਤੋਂ ਗੈਸਟ ਫੈਕਲਟੀ ਬਣ ਕੇ ਦੇ ਰਿਹਾ, ਪਿਛਲੇ ਲੰਬੇ ਸਮੇਂ ਤੋਂ ਕਿੰਨਾ ਚਿਰ ਹੋ ਗਿਆ ਅਜੇ ਤੱਕ? ਇਹਨਾਂ 18 ਸਾਲਾਂ ਦੇ ਵਿੱਚ ਵੀ ਦੱਸੋ ਕੋਈ ਰਿਕਰੂਟਮੈਂਟ ਨਹੀਂ ਹੈਗੀ। 18 ਸਾਲਾਂ ਦੇ ਬਾਅਦ ਵੀ ਆ ਕੇ ਇਹਨਾਂ ਨੂੰ ਰਿਵਰਸ ਕਰ ਦਿੱਤਾ ਗਿਆ, ਔਰ ਫਿਰ ਗੱਲ ਉੱਥੇ ਫਿਰ ਖੜੀ ਰਹਿ ਗਈ ਹੈ। ਦੇਖੋ, ਇਹ ਗੱਲ ਤਾਂ ਕਲੀਅਰ ਹੈ ਕਿ ਲਗਭਗ 48 ਸਰਕਾਰੀ ਕਾਲਜ ਨੇ। ਆਪਾਂ ਜਲੰਧਰ 'ਚ ਪ੍ਰੋਟੈਸਟ ਕਰ ਰਹੇ ਹਾਂ, ਜਲੰਧਰ ਤੋਂ ਹੀ ਤੁਸੀਂ 20 ਕਿਲੋਮੀਟਰ ਜੰਡਿਆਲਾ ਚੱਲ ਜਾਓ, ਜੰਡਿਆਲਾ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਸਰਕਾਰ ਨੇ ਕਰ ਦਿੱਤੇ ਕਿ ਉਹ ਕਾਲਜ ਬੰਦ ਹੋਣ ਦੀ ਕਗਾਰ ਤੇ ਚਲਾ ਗਿਆ। ਉਹ ਹੁਣ ਦੁਬਾਰਾ ਇਸ ਸੈਸ਼ਨ ਤੋਂ ਸ਼ੁਰੂ ਹੋਇਆ, ਜਿਸ 'ਚ ਕੋਈ ਲਗਭਗ 50 ਤੋਂ ਉੱਪਰ ਸਟੂਡੈਂਟ ਨੇ ਐਡਮਿਸ਼ਨ ਲਈ। ਇੱਕ ਸਮੇਂ ਤੇ ਉੱਥੇ 2-3 ਸਟੂਡੈਂਟ ਹੀ ਰਹਿ ਗਏ। ਮਤਲਬ ਸਿੱਧਾ ਜਿਹਾ ਹੈਗਾ ਕਿ ਸਰਕਾਰ ਚਾਹੁੰਦੀ ਹੈ ਕਿ ਸਰਕਾਰੀ ਵਿੱਦਿਅਕ ਅਦਾਰੇ ਨਾ ਬਚਣ, ਔਰ ਸਾਡੇ ਤੇ ਇਹਦਾ ਲੋਡ ਨਹੀਂ ਹੋਣਾ ਚਾਹੀਦਾ। ਸਰਕਾਰ ਨੇ ਕਰਨਾ ਕੀ ਹੈ ਫਿਰ? ਮਤਲਬ ਕੀ ਹੈ, ਉਹ ਸਰਕਾਰ ਐਜੂਕੇਸ਼ਨ 'ਚੋਂ ਆਪਣੇ ਆਪ ਨੂੰ ਬਾਹਰ ਕੱਢਣਾ ਚਾਹੀਦਾ। ਹਰੇਕ ਸਮਾਜ ਦੇ, ਇੱਕ ਚੰਗੇ ਸਮਾਜ ਦੀ ਉਸਾਰੀ ਦੇ ਲਈ ਇਹ ਥੰਮ ਹੋਣਾ ਸਭ ਤੋਂ ਐਜੂਕੇਸ਼ਨ ਦਾ। ਇੱਥੇ ਕੋਈ ਬਜਟ ਨਹੀਂ ਹੈਗਾ ਐਜੂਕੇਸ਼ਨ ਦਾ। ਤੁਸੀਂ ਬਾਹਰਲੀਆਂ ਕੰਟਰੀਆਂ 'ਚ ਚਲੇ ਜਾਓ, ਉੱਥੇ ਬੜੇ ਵੱਡੇ ਪੱਧਰ 'ਤੇ ਬਜਟ ਹੁੰਦਾ ਐਜੂਕੇਸ਼ਨਲ ਹੈਲਥ ਦਾ। ਇਹ ਤਾਂ ਬਹੁਤ ਵੱਡਾ ਹੈਗਾ ਸਵਾਲ ਹੈਗਾ, ਕਿਉਂਕਿ ਦੇਸ਼ ਜਿੰਨੀ ਸੈਂਟਰ ਦੀ ਗੌਰਮੈਂਟ ਵੀ ਲਗਭਗ 1 ਤੋਂ 1.5% ਦੇ ਕਰੀਬ ਜਿਹੜਾ ਸਾਰੀ GDP ਦੇਸ਼ ਦੀ ਹੈਗੀ ਉਹਦਾ ਖਰਚ ਕਰਦੀ ਹੈ ਸਿੱਖਿਆ 'ਤੇ। ਇਸੇ ਤਰ੍ਹਾਂ ਸਿਹਤ ਦੇ ਮਾਮਲੇ 'ਚ ਸਾਡੇ ਦੇ ਨਾਲ ਜਿਹੜੇ ਬੰਗਲਾਦੇਸ਼ ਆ ਜਾਂ ਸ਼੍ਰੀਲੰਕਾ ਵਰਗੇ ਦੇਸ਼ ਨੇ, ਉਹ ਵੀ ਆਪਣੀ GDP ਦਾ ਵੱਡਾ ਹਿੱਸਾ ਜਿਹੜਾ ਇਹਨਾਂ 2 ਅਦਾਰਿਆਂ 'ਤੇ ਖਰਚਦੇ ਨੇ। ਪਰ ਸਾਡਾ ਦੇਸ਼ ਐਡਾ ਵੱਡਾ ਹੋਣ ਦੇ ਬਾਵਜੂਦ ਵੀ ਜਿਹੜਾ ਬਹੁਤ ਨਿਗੂਣਾ ਪੈਸਾ ਜਿਹੜਾ ਇਸ ਐਜੂਕੇਸ਼ਨ ਅਦਾਰਿਆਂ 'ਚ ਜਿਹੜੀ ਉਹ ਖਰਚ ਕਰਦੇ। ਮਤਲਬ ਸਪਸ਼ਟ ਹੈਗਾ ਕਿ ਹੁਣ ਵੀ ਨਵੀਂ ਸਿੱਖਿਆ ਨੀਤੀ ਆਈ ਹੈ, ਉਹਦੇ ਵਿੱਚ ਵੀ ਬਹੁਤ ਸਾਰਾ ਇਹੀ ਹੈ ਕਿ ਜਿੰਨਾ ਵੀ ਪ੍ਰਾਈਵੇਟ ਜਾਂ ਜਿੰਨੀਆਂ ਵੀ ਵਿਦੇਸ਼ੀ ਯੂਨੀਵਰਸਿਟੀਆਂ ਨੇ ਉਹਨਾਂ ਨੂੰ ਜਿਹੜਾ ਪ੍ਰਫੁੱਲਤ ਕੀਤਾ ਜਾਵੇ, ਜੋ ਸਾਡੇ ਸਰਕਾਰੀ ਅਦਾਰੇ ਨੇ ਉਹਨਾਂ ਨੂੰ ਜਿਹੜਾ ਕਰਨ ਦਾ ਉਹਨਾਂ ਨੂੰ। ਜਿਹੜੀ ਨਵੀਂ ਸਿੱਖਿਆ ਨੀਤੀ ਆਈ ਆ, ਇਹ ਪੰਜਾਬ ਦੇ ਅਗੇਂਸਟ ਜਾ ਰਹੀ ਹੈ। ਤੁਸੀਂ ਇਹਦੇ ਅਗੇਂਸਟ ਵੀ ਕੁਝ ਆਪਣੀ ਆਵਾਜ਼ ਉਠਾਈ ਹੈ? ਇੱਕ ਤਾਂ ਮੇਰੇ ਸਵਾਲ ਹੈ। ਦੂਸਰਾ ਸਵਾਲ, ਤੁਸੀਂ ਯੂਥ ਦੀ ਅਗਵਾਈ ਕਰ ਰਹੇ ਹੋ, ਨੌਜਵਾਨ ਵਰਗ ਦੀ ਅਗਵਾਈ ਕਰ ਰਹੇ, ਖਾਸ ਕਰ ਸਟੂਡੈਂਟਸ ਦੀ, ਔਰ ਬਹੁਤ ਸਾਰੀਆਂ ਊਂਟਾਈਆਂ ਜਿਹੜੀਆਂ ਆਈਆਂ, ਨਿਗਾਰ ਵੱਲ ਚਲਿਆ ਗਿਆ ਜਿਹੜਾ ਪੰਜਾਬ ਦਾ ਵਿੱਦਿਆ ਖੇਤਰ ਆ, ਇਹਦੇ ਲਈ ਕੀ ਉਪਰਾਲੇ ਕਰ ਰਹੇ ਹੋ? ਅੱਗੇ ਆਉਣ ਵਾਲੇ ਫਰਦਰ ਤੁਸੀਂ ਟਾਈਮ ਦੇ ਵਿੱਚ ਕੀ ਕਰੋਗੇ ਇਹਦੇ ਲਈ? ਤੀਸਰਾ ਮੇਰਾ ਸਵਾਲ ਹੈ ਕਿ ਕਦੇ ਸੋਚਿਆ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਇਹ ਛੱਡ ਕੇ ਬਾਹਰ ਚਲੇ ਜਾਈਏ? ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਨਵੀਂ ਸਿੱਖਿਆ ਨੀਤੀ ਆਈ ਉਹਦੇ 'ਤੇ ਮੈਂ ਮਾੜਾ ਜਿਹੀ ਗੱਲ ਕਰਨੀ ਚਾਹੁੰਦਾ ਕਿ ਨਵੀਂ ਸਿੱਖਿਆ ਨੀਤੀ ਦਾ ਮੋਦੀ ਹਕੂਮਤ ਨੇ ਬਿਲਕੁਲ ਆਪਣੇ ਇੱਕ ਜਿਹੜੇ ਏਜੰਡੇ ਤੋਂ ਲਾਗੂ ਕੀਤਾ। ਇਹਦੇ ਨਾਲ ਇੱਕ ਹੋਰ ਸੌਰੀ ਮੈਂ ਤੁਹਾਡੀ ਗੱਲ ਕਰਕੇ ਸਵਾਲ ਨਹੀਂ ਕਰਦਾ।
ਵੀ ਜਿਹੜੀ ਪੰਜਾਬੀ ਭਾਸ਼ਾ ਦੀ ਗੱਲ ਹੋਈ ਹੈ ਨਾ, ਇਹ ਇੱਥੋਂ ਤਾਂ ਇਹਨਾਂ ਨੇ ਫਾਰਮੈਲਿਟੀ ਜੀ ਪੂਰੀ ਕਰਤੀ, ਲਓ ਜੀ ਅਸੀਂ ਕਰ ਦਿੱਤਾ, ਕੰਪਲਸਰੀ ਕਰ ਦਿੱਤਾ, ਜੁਰਮਾਨੇ ਕਰ ਦਿੱਤੇ। ਆਪਾਂ ਨੂੰ ਵੀ ਪਤਾ ਹੈ ਵੀ ਇਹ ਕਿਵੇਂ ਹੋਇਆ ਪਿਛਲੇ ਸਮਿਆਂ ਦੇ ਵਿੱਚ, ਪਰ ਗੱਲ ਤਾਂ ਹੁਣ CBSE ਦੇ ਸਿਲੇਬਸ ਦੇ ਵਿੱਚ ਉੱਥੇ ਕਿਉਂ ਨਹੀਂ ਸੈਂਟਰ ਕੋਲ ਜਾ ਕੇ ਇਹਨਾਂ ਨੇ ਕੁਛ ਵੀ ਨਹੀਂ ਉਪਰਾਲਾ ਕੀਤਾ, ਉਹਦੇ ਬਾਰੇ ਆਪਣੇ ਵਿਚਾਰ। ਇਹ ਤਾਂ ਜਿਹੜੇ ਇਹਦੇ ਉੱਤੇ ਜੇ ਗੱਲ ਕਰਨੀ ਹੋਵੇ ਤਾਂ ਜਿਹੜੇ B.Ed ਟੀਚਰ ਬੈਠੇ ਉਹ ਪੋਸਟ ਹੀ ਇਹਨਾਂ ਤਿੰਨ ਚੀਜ਼ਾਂ ਦੀ ਗੱਲ, ਉਹਦੇ ਵਿੱਚ ਪੰਜਾਬੀ ਪਹਿਲੇ ਨੰਬਰ 'ਤੇ, ਇਹਦੀ ਪੋਸਟਾਂ ਜਿਹੜੀਆਂ ਲਗਾਤਾਰ ਨਹੀਂ ਭਰੀਆਂ ਜਾਂਦੀਆਂ, ਕਿਉਂਕਿ ਜਿਹੜੀ ਭਾਸ਼ਾ ਦੇ ਵਿੱਚ ਅਸੀਂ ਆਪਣੇ ਇਤਿਹਾਸ ਨੂੰ ਪੜ੍ਹਦੇ ਹਾਂ, ਜਦੋਂ ਅਸੀਂ ਹੁਣ ਅੱਜ ਆਪਣੀ ਮਾਤ ਭਾਸ਼ਾ ਕਿੱਦਾਂ ਰੋਲ ਅਦਾ ਕਰਦੀ ਹੈ। ਜਦੋਂ ਤੁਸੀਂ ਸਰਹੰਦ ਦਾ ਨਾਮ ਲੈਂਦੇ ਹੋ ਤਾਂ ਸਾਡੇ ਸਾਹਮਣੇ ਗੁਰੂ ਦੇ ਬੱਚਿਆਂ ਦੀ ਕੁਰਬਾਨੀ ਯਾਦ ਆਉਂਦੀ। ਜਦੋਂ ਅਸੀਂ ਕੋਈ ਵੀ ਚੀਜ਼ ਉਸ ਨੂੰ ਪੜ੍ਹਦੇ ਹਾਂ, ਜਿਹੜੀ ਸਾਡੇ ਅੰਦਰ ਜਿਹੜੀ ਚੀਜ਼ ਸਾਡੀ ਗੁਰਬਾਣੀ ਦੀ ਕੋਈ ਤੁਕ ਪੜ੍ਹਦੇ ਹਾਂ, ਅਸੀਂ ਹੋਰ ਕਿਸੇ ਲੈਂਗੁਏਜ 'ਚ ਜਿੰਨੀ ਮਰਜ਼ੀ ਪੜ੍ਹ ਲਓ, ਜਿਹੜੀ ਉਸ 'ਚ ਪੜ੍ਹ ਕੇ ਸਾਨੂੰ ਭਾਵਨਾ ਆਉਂਦੀ ਹੈ ਉਹ ਆਪਣੀ ਮਾਤ ਭਾਸ਼ਾ 'ਚ ਹੀ ਆਉਂਦੀ। ਜੇ ਤੁਸੀਂ ਉਸ ਨੂੰ ਜਿਹੜਾ ਸਾਈਡ 'ਤੇ ਕਰੋਗੇ, ਜਦੋਂ ਤੁਸੀਂ ਹੁਸੈਨੀ ਵਾਲਾ ਪੜ੍ਹਦੇ ਹੋ ਸਾਨੂੰ ਭਗਤ ਸਿੰਘ ਉਹਨਾਂ ਦਾ ਸਤਲੁਜ ਦਰਿਆ ਯਾਦ ਆਉਂਦਾ, ਖਟਕੜ ਕਲਾਂ ਦਾ ਨਾਮ ਆਉਂਦਾ ਅਤੇ ਸਾਨੂੰ ਜਿਹੜਾ ਉੱਥੇ ਜਨਮ ਸਥਾਨ ਯਾਦ ਆਉਂਦਾ। ਮਤਲਬ ਕਿ ਜਿਹੜੀ ਆਪਣੀ ਅਸੀਂ ਮਾਤ ਭਾਸ਼ਾ 'ਚ ਆਪਣੀ ਹਿਸਟਰੀ ਨੂੰ ਪੜ੍ਹਦੇ, ਜਦੋਂ ਅਸੀਂ ਆਪਣੀ ਹਿਸਟਰੀ ਨੂੰ ਪੜ੍ਹਦੇ, ਮਲੇਰਕੋਟ ਦੇ ਨਾਂ ਲੈਂਦੇ ਤਾਂ ਸਾਡੇ ਸਾਹਮਣੇ ਪੂਰਾ ਹਿੰਦੂ ਅਤੇ ਸਿੱਖਾਂ ਦਾ ਅਤੇ ਮੁਸਲਮਾਨਾਂ ਦੀ ਏਕਤਾ ਸਾਡੇ ਸਾਹਮਣੇ ਆਉਂਦੀ ਹੈ। ਮਤਲਬ ਕੀ ਹੈ, ਜਦੋਂ ਤੁਸੀਂ ਆਪਣੀ ਮਾਤ ਭਾਸ਼ਾ ਦੇ ਵਿੱਚ ਆਪਣੀ ਹਿਸਟਰੀ ਨੂੰ, ਆਪਣੇ ਇਤਿਹਾਸ ਨੂੰ ਪੜ੍ਹਦੇ ਆ, ਉਹਦੇ ਨਾਲ ਦੀ ਸਿੱਖਿਆ ਕੋਈ ਹੋਰ ਨਹੀਂ। ਦੂਜੀ ਭਾਸ਼ਾ 'ਚ ਨਹੀਂ ਕਰ ਸਕਦੇ, ਦੂਸਰੀ ਭਾਸ਼ਾ 'ਚ ਨਹੀਂ ਕਰ ਸਕਦੇ, ਬੜੀ ਔਖੀ, ਬਹੁਤ ਮੁਸ਼ਕਿਲ ਆਉਂਦੀ, ਉਹ ਫੀਲਿੰਗ ਨਹੀਂ ਰਹਿੰਦੀ ਜੋ ਸਾਡੀ ਆਪਣੀ। ਆਪਾਂ ਹੁਣ ਗੱਲ ਕਰ ਰਹੇ ਹਾਂ ਜੋ ਸਾਡੀ ਆਪਣੀ ਮਾਤ ਭਾਸ਼ਾ ਹੈ, ਦੂਸਰੀ ਲੈਂਗੁਏਜ ਅਸੀਂ ਕਿੱਦਾਂ ਉਹਨੂੰ ਮਹਿਸੂਸ ਕਰਦੇ। ਅੱਛਾ, ਬਸ ਮੇਰਾ ਲਾਸਟ ਸਵਾਲ ਇਹ ਹੈ ਤੁਹਾਨੂੰ ਕਿ ਜੇ ਸਰਕਾਰ ਇਹ ਮੰਗਾਂ ਨਹੀਂ ਮੰਨਦੀ ਤਾਂ ਫਿਰ ਤੁਹਾਡੀ ਅਗਲੀ ਰਣਨੀਤੀ ਕੀ ਹੈ? ਤੇਜ਼ ਕਰੋਗੇ ਜਾਂ ਜਿਹੜਾ SSM ਬਣਿਆ ਉਹਦੀ ਸਪੋਰਟ ਕਰੋਗੇ? ਉਹਦੇ ਵਿੱਚ ਤਾਂ ਮੈਂ ਇਹੀ ਕਹੂੰਗਾ ਕਿ ਜੇਕਰ ਸਰਕਾਰ ਇਹਨਾਂ ਮੰਗਾਂ ਨੂੰ ਨਹੀਂ ਮੰਨਦੀ ਉਹ ਤਾਂ ਚਲੋ ਸੰਘਰਸ਼ 'ਚ ਪ੍ਰੋਫੈਸਰ ਬੈਠੇ ਨੇ, ਅਸੀਂ ਉਹਨਾਂ ਦੇ ਇਸ ਸੰਘਰਸ਼ ਦੀ ਪੂਰਨ ਰੂਪ 'ਚ, ਕਿਉਂਕਿ ਅਸੀਂ ਵੀ ਲਗਭਗ ਪੰਜਾਬ ਦੇ ਇਹਨਾਂ ਸਾਰੇ ਕਾਲਜਾਂ 'ਚ ਜਿੱਥੋਂ ਇਹ ਪ੍ਰੋਫੈਸਰ ਆਏ ਹੋਏ ਨੇ ਲਗਭਗ, ਕਿਉਂਕਿ ਤੁਹਾਡੇ ਫਿਊਚਰ ਹੀ ਇਹਨਾਂ ਦੇ ਨਾਲ ਸੇਕ ਹੈ। ਬਿਲਕੁਲ ਜੀ ਬਿਲਕੁਲ। ਜੇਕਰ ਸਾਨੂੰ ਅਧਿਆਪਕ ਪੜ੍ਹਾਉਣਗੇ ਨਹੀਂ, ਸਾਡੀ ਕੁਆਲਿਟੀ ਆਫ ਐਜੂਕੇਸ਼ਨ ਕਿੱਥੇ ਰਹੇ? ਕਿਉਂਕਿ ਅਸੀਂ ਇਸ ਤੋਂ ਪਹਿਲਾਂ ਕਾਫੀ ਸਾਰੇ ਸਟੂਡੈਂਟਸ ਦੇ ਨਾਲ ਗੱਲ ਕੀਤੀ, ਉਹ ਕਹਿੰਦੇ ਸਾਡਾ ਤਾਂ ਸਿਲੇਬਸ ਹੀ ਪੂਰਾ ਹੋਇਆ। ਬਿਲਕੁਲ, ਇਹ ਤਾਂ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਕੁਛ ਦਿਨ ਪਹਿਲਾਂ ਹੀ ਇਹਦੇ ਉੱਪਰ ਬੋਲ ਕੇ ਹਟੇ ਹਾਂ ਕਿ ਜਿਹੜੇ ਸਾਡੇ ਪ੍ਰੋਫੈਸਰਾਂ ਨੇ ਸਾਨੂੰ ਪੜ੍ਹਾਉਣਾ ਸੀ ਉਹ ਤਾਂ ਪਿਛਲੇ ਜਦੋਂ ਸੈਸ਼ਨ ਸ਼ੁਰੂ ਹੋ ਜਾਂਦੀ ਸਟਰਾਈਕ ਦੇ ਨਹੀਂ, ਸਰਕਾਰ ਨੇ ਚਿੱਠੀ ਕੱਢਦੀ ਕਿ ਪੇਪਰ ਲਓ। ਤੁਸੀਂ ਜਿਹੜੀ ਮੈਂ ਗੱਲ ਕਰਦਾ ਜੀ ਕੁਆਲਿਟੀ ਆਫ ਐਜੂਕੇਸ਼ਨ, ਜਿਹੜੇ ਹੁਣ ਸਾਇੰਸ ਵਾਲੇ ਟੀਚਰ ਨੇ ਸਾਨੂੰ ਸਾਇੰਸ ਦੀ ਲੈਬੋਰਟਰੀ 'ਚ ਪੜ੍ਹਾਉਣਾ, ਜਿਹੜੇ ਕੋਈ ਮੈਡੀਕਲ ਨਾਲ ਰਿਲੇਟਡ ਚੀਜ਼ਾਂ ਨੇ ਉਹਨੂੰ ਸਾਨੂੰ ਲੈਬੋਰਟਰੀ ਜਿਹੜੀਆਂ ਚੀਜ਼ਾਂ ਸਿਖਾਉਣੀਆਂ ਨੇ, ਅਸੀਂ ਆਨਲਾਈਨ ਕਿੱਦਾਂ ਸਿੱਖ ਲਾਂਗੇ ਉਹਨਾਂ ਨੂੰ? ਅਸੀਂ ਉਹਨਾਂ ਨੂੰ ਕਿੱਦਾਂ ਪੜ੍ਹਾਂਗੇ? ਦੇ ਟੀਚਰ ਵੀ ਇੱਥੇ ਖੜੇ ਆ, ਪ੍ਰੋਫੈਸਰ ਖੜੇ ਨੇ, ਉਹ ਫਿਰ ਤਬਲਾ ਆਨਲਾਈਨ ਆਨਲਾਈਨ ਬਿਲਕੁਲ। ਜਿਹੜੀ ਚੀਜ਼ ਪ੍ਰੈਕਟਿਸ ਨਾ ਹੋਣੀ ਉਹ ਤਾਂ ਪ੍ਰੈਕਟਿਸ ਨਾਲ ਹੀ। ਜੋ ਟੀਚਰ ਦੀ ਜਿਹੜੀ ਬਾਡੀ ਲੈਂਗੁਏਜ ਅਸੀਂ ਉਹਨਾਂ ਦੀ ਗਾਈਡਸ ਦੇ ਖੜੇ ਦੇਖਦੇ ਆਵਾਜ਼ ਕਰਦੇ ਹਾਂ, ਉਹ ਵੀ ਕਿਤੇ ਨਾ ਕਿਤੇ ਮਾਇਨੇ ਕਲਾਸ ਹੁੰਦੀ ਹੈ, ਕਲਾਸ ਦਾ ਬਦਲ ਫੋਨ ਨਹੀਂ ਹੋ ਸਕਦਾ। ਅਸੀਂ ਬਹੁਤ ਸਾਰੇ ਜਦੋਂ ਵੀ ਆਨਲਾਈਨ ਕਲਾਸਿਸ ਸ਼ੁਰੂ ਹੋਈਆਂ ਨੇ, ਅਸੀਂ ਬਹੁਤ ਸਾਰੀਆਂ ਚੀਜ਼ਾਂ 'ਤੇ ਵਿਰੋਧ ਵੀ ਜਤਾਇਆ ਕਿਉਂਕਿ ਆਨਲਾਈਨ ਆਫਲਾਈਨ ਕਲਾਸਿਸ ਦਾ ਬਦਲ ਨਹੀਂ। ਤੁਹਾਨੂੰ ਲੱਗਦਾ ਵੀ ਇਸ ਸਾਰੇ ਆਨਲਾਈਨ ਜਿਹੜਾ ਸਿਸਟਮ ਬਣਦਾ ਪਿਆ ਡਿਜੀਟਲ ਹੈ, ਜਿਹੜਾ ਡਿਜੀਟਲ ਨੇ ਸਾਨੂੰ ਬਿਲਕੁਲ ਜਿਹੜਾ ਹੈਗਾ ਹਿਊਮੈਨਿਟੀ ਤੋਂ ਵਿਰਵੇ ਕਰ ਦਿੱਤਾ? ਬਿਲਕੁਲ ਜੀ, ਬਹੁਤ ਸਾਰੀਆਂ ਚੀਜ਼ਾਂ ਨੇ ਆਪਾਂ ਆਨਲਾਈਨ ਕਿੰਨਾ ਕੁ ਚੀਜ਼ਾਂ ਜੋ ਕਰ ਸਕਦੇ ਹਾਂ। ਅੱਜ ਤੁਸੀਂ ਅੱਜ ਕਰ ਰਹੇ ਹੋ, ਦਿੱਕਤ ਹੀ ਇੰਨੀ ਹੈ, ਬਹੁਤ ਸਾਰੇ ਫਾਜ਼ਿਲਕਾ ਚਲੋ ਕਾਲ ਨਹੀਂ ਲੱਗਦੀ, ਫਾਜ਼ਿਲਕਾ ਏਰੀਆ ਜਿੰਨਾ ਵੀ ਸਾਡਾ ਬਾਰਡਰ ਏਰੀਆ, ਕਾਲ ਹੀ ਨਹੀਂ ਲੱਗਦੀ, ਨੈਟ ਤਾਂ ਦੂਰ ਦੀ ਗੱਲ ਸੀ, ਉਹ ਬੱਚੇ ਕਿੱਦਾਂ ਪੜ੍ਹਨਗੇ? ਸਭ ਤੋਂ ਬੈਕਵਰਡ ਏਰੀਆ ਬਹੁਤ ਵੱਡੀ ਤਰਾਸਦੀ ਆ। ਦੇਖੋ ਨੈਟ ਆ ਜਿਹੜਾ ਹਰ ਕੋਈ ਪ੍ਰੋਵਾਈਡ ਨਹੀਂ ਕਰ ਸਕਦਾ, ਜਿਹੜਾ ਆਨਲਾਈਨ ਹੈ ਇਹ ਵਿਦਿਆਰਥੀ ਸੀ ਸਾਡੇ ਨਾਲ, ਔਰ ਇਹਨਾਂ ਦੀਆਂ ਕੀ ਮੁਸ਼ਕਲਾਤ ਨੇ ਉਹ ਵੀ ਇਹਨਾਂ ਨੇ ਸਾਂਝੀਆਂ ਕੀਤੀਆਂ। ਅਧਿਆਪਕਾਂ ਦੇ ਧਰਨੇ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਜਿਹੜੀ ਉਹ ਵੀ ਪਹੁੰਚੀ ਹੋਈ ਆ, ਖਾਸ ਕਰ ਏਕਤਾ ਉਗਰਾਹਾਂ ਜਥੇਬੰਦੀ, ਉਹਨਾਂ ਦੇ ਆਪਾਂ ਲੀਡਰਾਂ ਦੇ ਨਾਲ ਗੱਲਬਾਤ ਇੱਥੇ ਕਰਾਂਗੇ ਕਿ ਉਹਨਾਂ ਨੇ ਸਮਰਥਨ ਦਿੱਤਾ ਇਸ ਟੀਚਰਾਂ ਦਾ ਇਹਨਾਂ ਦਾ ਸਾਰੇ ਸਿਨੈਰੀਓ ਨੂੰ ਕਿਵੇਂ ਦੇਖਦੇ? ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਮਰਥਨ ਨਹੀਂ ਕਰ ਰਹੀ, ਇਹਨਾਂ ਦੀ ਪੂਰੀ ਲੜਾਈ ਦੇ ਵਿੱਚ ਹਿੱਕਲਾ ਕੇ ਨਾਲ ਲੜ ਰਹੀ ਔਰ ਲੜੇਗੀ। ਜੇ ਸਰਦਾਰ ਪ੍ਰਗਟ ਸਿੰਘ ਨੇ ਜਾਂ ਉਹਦੇ ਸ਼ਕਤੀ ਨੇ ਜੋ ਇਹਨਾਂ ਪ੍ਰੈਸ ਸਾਹਿਬ ਦੇ ਨਾਲ ਇਹਨਾਂ ਦੀ ਆਰਗੇਨਾਈਜੇਸ਼ਨ ਨਾਲ ਜੋ 28 ਤਰੀਕ ਨੂੰ ਸਮਝੌਤਾ ਕੀਤਾ, ਉਸ ਸਮਝੌਤੇ ਨੂੰ ਜੇ ਉਹਨਾਂ ਨੇਪਰੇ ਨਾ ਚਾੜਿਆ ਕਿ ਪ੍ਰੋਫੈਸਰ ਗਵਰਨਮੈਂਟ ਪ੍ਰੋਫੈਸਰ ਜਿਹੜੇ ਨੇ ਇਹ ਜਿਹੋ ਜਿਹਾ ਅੰਦੋਲਨ ਉਲੀਕਣਗੇ, ਅਸੀਂ ਉਹਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਾਂਗੇ। ਜੇ ਸਾਨੂੰ ਇਹਨਾਂ ਦੀ ਗਲੀ 'ਚ ਵੀ ਜਾਣਾ ਪਿਆ, ਪਿੰਡ ਵਿੱਚ ਵੀ ਜਾਣਾ ਪਿਆ, ਇਹਨਾਂ ਦੇ ਘਿਰਾਓ ਕਰਨੇ ਪਏ, ਤੇ ਉਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਉਹ ਕਰਨ ਦੇ ਨਹੀਂ ਕਰੇਗੀ।
ਇਸ ਚੀਜ਼ ਨੂੰ ਲੈ ਕੇ ਕੀ ਤੁਹਾਡੀ ਪੰਜਾਬ ਸਰਕਾਰ ਦੇ ਨਾਲ ਕੋਈ ਮੀਟਿੰਗ ਹੋਈ ਜਾਂ ਤੁਸੀਂ ਸਮਾਂ ਲਿਆ? ਨਹੀਂ, ਇਸ ਕਦੀ ਵੀ ਇਸ ਤਰ੍ਹਾਂ ਨਹੀਂ ਹੋਇਆ। ਇਹ ਪ੍ਰੋਫੈਸਰ ਲੜ ਰਹੇ ਨੇ, ਪ੍ਰੋਫੈਸਰਾਂ ਦੀ ਇੱਕ ਆਰਗੇਨਾਈਜੇਸ਼ਨ ਹੈ, ਉਹ ਗੱਲਬਾਤ ਕਰੇਗੀ। ਅਸੀਂ ਤਾਂ ਸਿਰਫ ਇਹਨਾਂ ਨਾਲ ਲੜਾਈ ਦੀ ਹਮਾਇਤ ਤੇ ਆ ਵੀ ਅਸੀਂ ਲੜਾਈ ਜਿਨ੍ਹਾਂ ਦੇ ਨਾਲ ਹੈ ਉਹਦਾ ਸਮਰਥਨ ਕਰ ਰਹੇ ਹਾਂ। ਬਾਕੀ ਇਹ ਆਪਣਾ ਕੰਮ ਚਲਾਉਣ, ਅਸੀਂ ਇਸ ਤਰ੍ਹਾਂ ਨਹੀਂ, ਸਾਡੀ ਆਰਗੇਨਾਈਜੇਸ਼ਨ ਕਦੀ ਵੀ ਓਵਰ ਪਾਵਰ ਹੁੰਦੀ। ਅਸੀਂ ਤਾਂ ਸਿਰਫ ਇਹਨਾਂ ਲੜਾਈ 'ਚ ਸਮਰਥਨ ਦੇਣ ਵਾਸਤੇ ਔਰ ਲੜਾਂਗੇ ਇਹਨਾਂ ਦੇ। ਇੱਕ ਸਵਾਲ ਹੋਰ ਹੈ, ਉਹਨੂੰ ਤੁਸੀਂ ਪੋਲੀਟੀਕਲ ਨਾ ਸਮਝਣਾ। ਉਹ ਇਹ ਆ ਕਿ ਪਹਿਲਾਂ ਜਿਹੜਾ SKM ਸੀਗਾ, ਸੰਯੁਕਤ ਕਿਸਾਨ ਮੋਰਚਾ, ਹੁਣ ਉਹ SSM ਦੇ ਵਿੱਚ ਕਨਵਰਟ ਹੋ ਗਿਆ। ਇਸ ਸਾਰੇ ਸਿਨੈਰੀਓ ਦੇ ਅਸੀਂ ਕਿਵੇਂ ਦੇਖਦੇ ਹਾਂ? ਦੇਖੋ, ਇਸ ਤੇ ਤਾਂ ਸਾਡੇ ਪ੍ਰਧਾਨ ਸਰਦਾਰ ਜੋਗਿੰਦਰ ਸਿੰਘ ਉਪਰਾਹਾ ਹੀ ਜਵਾਬ ਦੇ ਸਕਦੇ ਆ, ਕਿਉਂਕਿ ਉਹ SKM ਦੇ ਉਹ ਮੈਂਬਰ ਹੈ। ਜਿਹੜਾ ਹੁਣ ਇਹਨਾਂ ਨੇ ਇਲੈਕਸ਼ਨ ਲੜਨ ਦਾ ਪ੍ਰੋਗਰਾਮ, ਪਰ ਉਹ ਕਹਿੰਦੇ ਕਿ ਵੀ ਉਹ ਸਾਡੇ ਨਾਲ ਰਲ ਕੇ ਪਹਿਲਾਂ ਤੋਂ ਹੀ ਨਹੀਂ ਚੱਲੇ, ਕਿਉਂਕਿ ਕੱਲ ਸਵਾਲ ਉੱਠਿਆ ਸੀ ਕਿ ਜਿਹੜੀ ਤੁਸੀਂ ਜੇ ਇਹ SSM ਬਣਾ ਲਿਆ ਤੇ ਇਹਦੇ ਵਿੱਚ ਪੰਜਾਬ ਦੀ ਸਭ ਤੋਂ ਵੱਡੀ ਜਥੇਬੰਦੀ ਆ, ਜਿਹੜੀ ਮਤਲਬ ਧੁਰਾ ਕਹਿ ਲਓ, ਕਿਉਂਕਿ ਲੋਕਾਂ ਦੀ ਹਰਮਨ ਪਿਆਰੀ ਜਥੇਬੰਦੀ ਆ। ਬਹੁਤੇ ਲੋਕ ਇੱਧਰ ਹੀ ਝੁਕਾਅ ਰੱਖਦੇ ਨੇ, ਤਾਂ ਜੇ ਇੱਕ ਜਥੇਬੰਦੀ ਜਿਹਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਮੈਂਬਰ ਹੈਗੇ ਨੇ ਤੇ ਤੁਸੀਂ ਉਹਨੂੰ ਮਨਫੀ ਕਰ ਰਹੇ ਹੋ ਤੇ ਤੁਸੀਂ ਕਾਮਯਾਬ ਕਿਵੇਂ ਹੋਵੋਗੇ? ਇੰਨੀ ਕੁ ਗੱਲ ਕਰਨੀ ਚਾਹਾਂਗੇ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਪਰਾਹਾ ਜਦੋਂ ਤੋਂ ਬਣੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਹਿੰਦੁਸਤਾਨ ਦੀ ਜਿਹੜੀਆਂ ਵੋਟਾਂ ਹੈ, ਜਿਹੜਾ ਪਾਰਲੀਮਾਨੀ ਸਿਸਟਮ ਹੈ, ਇਹਦੇ ਵਿੱਚ ਜਾਣ ਦਾ ਉਹਨਾਂ ਦਾ ਕੋਈ ਪ੍ਰੋਗਰਾਮ ਨਹੀਂ, ਕੋਈ ਏਜੰਡਾ ਨਹੀਂ। ਨਾ ਵੋਟਾਂ ਖੜੂੰਦੇ ਨੇ, ਨਾ ਵੋਟਾਂ ਪਾਉਣ ਲਈ ਕਿਸੇ ਨੂੰ ਕਹਿੰਦੇ ਨੇ। ਇਹ ਲੋਕਾਂ ਦੀ ਇੱਛਾ ਹੈ, ਕਿਸੇ ਨੂੰ ਵੋਟਾਂ ਪਾਵੇ ਚਾਹੇ ਨਾ ਪਾਵੇ, ਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਪਰਾਹਾ ਵੋਟਾਂ 'ਚ ਹਿੱਸਾ ਨਹੀਂ ਲੈਂਦੇ। ਇਹ ਤਾਂ ਬੜਾ ਕਲੀਅਰ ਗੱਲ ਆ। ਜੇ ਹੁਣ SKM ਬਣਿਆ, SKM ਬਣਨ ਤੋਂ ਮਗਰੋਂ ਸਾਡਾ ਮੇਨ ਮਕਸਦ ਸੀ ਦਿੱਲੀ ਦਾ ਅੰਦੋਲਨ, ਆਪਣੇ 3 ਕਾਲੇ ਕਾਨੂੰਨਾਂ ਨੂੰ ਲੈ ਕੇ ਉਹਨਾਂ ਨੂੰ ਰੱਦ ਕਰਾਉਣਾ। ਵੱਖੋ ਵੱਖਰੇ ਵਿਚਾਰਾਂ ਦੇ ਹੋਣ ਦੇ ਬਾਵਜੂਦ ਵੀ ਵੱਡੀ ਗੱਲ ਉਹਨਾਂ ਦੇ ਸਾਹਮਣੇ ਇਹ ਸੀ ਵੀ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ। ਪਾਰਟੀ ਦਾ ਏਕਤਾ ਉਪਰਾਹਾ ਪਹਿਲਾਂ ਤੋਂ ਇਹ ਮਤ ਸੀ ਵੀ ਜੋ ਫੈਸਲਾ ਬੱਤੀ ਕਿਸਾਨ ਜਥੇਬੰਦੀਆਂ ਕਰਦੀਆਂ ਜਾਂ SKM ਜੋ ਫੈਸਲਾ ਕਰਦਾ ਹੈ ਉਹਦੇ 'ਤੇ ਫਿਰ ਹੁੰਦਾ ਰਿਹਾ ਔਰ ਉਹਨਾਂ ਨੂੰ ਮਤਲਬ ਫਤਿਹ ਤੱਕ, ਜਿੱਤ ਤੱਕ ਜਾਣ ਦੇ ਵਿੱਚ ਜਿਹੜੀ ਵੱਡੀ। ਤੁਹਾਨੂੰ ਲੱਗਦਾ ਵੀ ਫਤਿਹ ਪੂਰੀ ਤਰ੍ਹਾਂ ਪਾ ਲਈ ਗਈ ਹੈ? ਨਹੀਂ, ਹਲੇ ਤਾਂ ਪਹਿਲੀ ਲੜਾਈ ਜਿੱਤੀ ਅਸੀਂ। ਹਲੇ ਤਾਂ ਦੇਸ਼ ਦੇ ਲੋਕਾਂ ਦੇ, ਕਿਸਾਨਾਂ ਦੇ, ਮਜ਼ਦੂਰਾਂ ਦੇ ਬਹੁਤ ਵੱਡੇ ਵੱਡੇ ਕੰਮ ਕਰਨ ਵਾਲੇ ਰਹਿੰਦੇ ਆ। ਜਿਹੜੇ ਮਿਨੀਮਮ ਸਪੋਰਟ ਪ੍ਰਾਈਜ਼ ਆ ਉਹਦਾ ਉੱਥੇ ਖੜਾ। ਦੇਖੋ, ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਹਲੇ ਤਾਂ ਲੜਾਈ ਸ਼ੁਰੂ ਹੋਈ ਹੈ, ਪਹਿਲਾ ਕਦਮ ਜਿੱਤਿਆ। ਹਲੇ ਤਾਂ ਜਿੱਤਾਂ ਵੱਲ ਵਧਣਾ ਹੈ। ਬਹੁਤ ਵੱਡੀਆਂ ਵੱਡੀਆਂ ਮੰਗਾਂ, ਜਿਵੇਂ ਸਾਡੀ ਮਿਨੀਮਮ ਸਪੋਰਟ ਪ੍ਰਾਈਜ਼ ਦੀ ਗੱਲ ਹੈ, ਕਿਸਾਨੀ ਕਰਜ਼ੇ ਦੀ ਗੱਲ ਹੈ, ਹੋਰ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਨੇ, ਤੇ ਲੜਾਈ ਹਲੇ ਤਾਂ ਲੜੀ ਜਾਣੀ ਹੈ। ਹਲੇ ਸਟੈਪ ਸਟਾਰਟ ਹੋਏ ਜੀ। ਹਲੇ ਸਟੈਪ ਸਟਾਰਟ। ਸਵਾਲ ਹੋਰ ਹੈ ਕਿ ਜਿਹੜੇ ਉੱਥੇ ਕਿਸਾਨ ਸ਼ਹੀਦ ਹੋਏ, 750 ਕਿਸਾਨ ਸ਼ਹੀਦ ਹੋਏ ਆ, ਉਹਨਾਂ ਦੇ ਮੁਆਵਜ਼ੇ ਦੀ ਵੀ ਗੱਲ ਉੱਥੇ ਖੜੀ ਹੈ। ਹਾਂਜੀ, ਉਹਦੇ ਬਾਰੇ 'ਚ ਇੰਨੀ ਗੱਲ ਕਰਨੀ ਚਾਹਾਂਗੇ ਵੀ ਸਾਡੀ ਲੜਾਈ ਜਿਹੜੀ ਪੰਜਾਬ ਦੇ ਵਿੱਚ ਹੁਣ ਚੱਲ ਰਹੀ ਹੈ, ਅਸੀਂ 15 ਜ਼ਿਲ੍ਹਿਆਂ ਦੇ ਵਿੱਚ 15 DC ਦਫ਼ਤਰਾਂ 'ਚ, SDM ਦਫ਼ਤਰਾਂ 'ਚ ਸਾਡੇ ਜਿਹੜੇ ਨੇ ਜਥੇਬੰਦੀ ਨੇ ਲਗਾਤਾਰ ਦਿਨ ਰਾਤ ਦੇ ਜਿਹੜੇ ਧਰਨੇ ਚੱਲ ਰਹੇ ਨੇ। ਇਹ ਜਿਹੜੀ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਨੇ, ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਉਹਨਾਂ ਨੂੰ ਨੌਕਰੀਆਂ ਦੇਣ ਦਾ ਸਵਾਲ ਹੈ, ਉਹ ਹਜੇ ਗੱਲ ਵਿੱਚ ਖੜੀ ਹੈ। ਇਹ ਸਾਂਝਾ ਜਿਹੜਾ SKM ਲੜ ਰਿਹਾ, SKM ਲੜ ਰਿਹਾ, ਦੇਖੋ ਅਸੀਂ ਤਾਂ ਇੰਨੀ ਗੱਲ ਕਹਾਂਗੇ ਬਈ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਪਰਾਹਾ ਇਹਦੇ ਲਈ ਲੜਾਈ ਲੜ ਰਹੀ ਹੈ। ਬਾਕੀ ਜਥੇਬੰਦੀਆਂ ਨੇ ਕੀ ਕਰਿਆ ਕੀ ਨਹੀਂ, ਇਹ ਤਾਂ ਉਹੀ ਦੱਸ ਸਕਦੇ ਹਾਂ। ਇੱਕ ਹੋਰ ਸਵਾਲ ਆ ਵੀ ਜੇ ਰਾਜੇਵਾਲ ਸਾਹਿਬ ਚੋਣ ਲੜਦੇ ਨੇ, ਭਾਰਤੀ ਕਿਸਾਨ ਯੂਨੀਅਨ ਏਕਤਾ ਉਪਰਾਹਾ ਉਹਨਾਂ ਦਾ ਸਮਰਥਨ ਕਰੇਗੀ? ਇਹ ਤਾਂ ਸਾਡੇ ਪ੍ਰਧਾਨ ਜੀ ਨੇ ਕਲੀਅਰ ਕਰ ਦਿੱਤਾ ਕਿ ਅਸੀਂ ਕਿਸੇ ਦਾ ਸਮਰਥਨ ਨਹੀਂ ਕਰਦੇ, ਅਸੀਂ ਤਾਂ ਲੜਾਈ ਲੜਾਂਗੇ। ਵਿਰੋਧ ਕਰੋਗੇ? ਨਹੀਂ, ਵਿਰੋਧ ਵੀ ਨਹੀਂ ਅਸੀਂ ਕਰਦੇ, ਅਸੀਂ ਕਿਸੇ ਦਾ ਵਿਰੋਧ ਵੀ ਨਹੀਂ ਕਰਦੇ, ਕਿਸੇ ਦੇ ਹੱਕ 'ਚ ਵੀ ਨਹੀਂ ਜਾਂਦੇ। ਪਹਿਲਾਂ ਰਾਣਾ ਸਾਹਿਬ ਨੇ ਇਹ ਬਿਆਨ ਵੀ ਦਿੱਤਾ ਸੀਗਾ ਕਿ ਵੀ ਅਸੀਂ ਉਸੇ ਤਰ੍ਹਾਂ ਇਹਨਾਂ ਦਾ ਵਿਰੋਧ ਕਰਾਂਗੇ, ਰਾਜੇਵਾਲ ਦਾ ਵੀ, ਜਿਵੇਂ ਅਸੀਂ ਦੂਜੀਆਂ ਪਾਰਟੀਆਂ ਦਾ ਕਰਦੇ ਹਾਂ। ਨਹੀਂ, ਉਹ ਤੇ ਵੀ ਜੇ ਰਾਜੇਵਾਲ ਚੀਫ ਮਿਨਿਸਟਰ ਬਣ ਜਾਂਦਾ ਹੈ, ਅਸੀਂ ਆਪਣੀ ਹੱਕੀ ਮੰਗਾਂ ਵਾਸਤੇ ਤਾਂ ਉਹਦਾ ਵਿਰੋਧ ਡਟ ਕੇ ਕਰਾਂਗੇ। ਅੱਛਾ, ਇੱਕ ਚੀਜ਼ ਹੋਰ ਤੁਸੀਂ ਭਾਰਤੀ ਕਿਸਾਨ ਯੂਨੀਅਨ ਦਾ ਅੰਬਾਨੀ ਦਾ ਨੇ ਜੁਗਤ ਲੜਾਗੇ ਮਾਰੂ ਕੋਲੇ ਨਹੀਂ ਕਰਦਾ, SSM ਦਾ ਸੰਯੁਕਤ ਸਮਾਜ ਮੋਰਚੇ ਦਾ ਸਮਰਥਨ ਨਹੀਂ ਕਰਦਾ, ਪਰ ਆਵਾਜ਼ਾਂ ਇਹ ਹੁੰਦੀਆਂ, ਲੋਕ ਸਾਨੂੰ ਕਹਿੰਦੇ ਵੀ ਆਹ ਸਵਾਲ ਜ਼ਰੂਰ ਪੁੱਛਿਓ। ਕਲੀਅਰ ਕਰਤਾ ਵੀ ਉਹ ਕਦੇ ਲੜਨਗੇ, ਉਹ ਕਹਿੰਦੇ ਕਿਤੇ ਨਾ ਕਿਤੇ
ਉਗਰਾਹਾਂ ਸਾਹਿਬ ਵੀ ਇੰਟਰਸਟ ਰੱਖਦੇ ਆ? ਬਿਲਕੁਲ ਜੀ, ਉਗਰਾਹਾਂ ਸਾਹਿਬ ਬਹੁਤ ਕਲੀਅਰ ਨੇ, ਬਹੁਤ ਸਪਸ਼ਟ ਆ। ਅਸੀਂ ਕਿਉਂਕਿ ਉਸ ਜਥੇਬੰਦੀ ਨਾਲ ਜੁੜੇ ਹੋਏ ਹਾਂ, ਸੋ ਸਾਨੂੰ ਵੀ ਹਦਾਇਤਾਂ ਨੇ ਵੀ ਵੋਟਾਂ ਨਾਲ ਜਿਹੜੀਆਂ ਪਾਰਟੀਆਂ ਹੈ, ਚਾਹੇ ਉਹ SPM ਬਣ ਗਿਆ, ਚਾਹੇ ਉਹ ਹੋਰ ਪਾਰਟੀਆਂ, ਅਸੀਂ ਵੋਟਾਂ ਨਾ ਖੜੇ ਹੁੰਦੇ ਹਾਂ, ਨਾ ਵੋਟਾਂ ਪਾਉਣ ਲਈ ਕਿਸੇ ਨੂੰ ਕਹਿੰਦੇ ਹਾਂ। ਇਹ ਲੋਕਾਂ ਦਾ ਨਿੱਜੀ ਮਸਲਾ ਹੈ ਵੀ ਉਹ ਪਾਉਣ ਚਾਹੇ ਨਾ ਪਾਉਣ, ਪਰ ਸਾਡਾ ਜਥੇਬੰਦੀ ਬਣਾ ਕੇ ਰੱਖੋ। ਸਾਡਾ ਪ੍ਰੈਸ਼ਰ ਗਰੁੱਪ ਦਾ ਕੋਈ ਮਤਲਬ ਨਹੀਂ। ਅਸੀਂ ਸਰਕਾਰ ਜਿਹੜੀ ਵੀ ਆਈ, ਚਾਹੇ ਤੁਸੀਂ ਆ ਕੇ ਸਵਾਲ ਕੀਤਾ ਕਿ ਰਾਜੇਵਾਲ ਦਾ ਵਿਰੋਧ ਕਰੋਗੇ, ਰਾਜੇਵਾਲ ਮੁੱਖ ਮੰਤਰੀ ਬਣ ਗਿਆ, ਇਹਦਾ ਵੀ ਕਰਾਂਗੇ। ਕਿਉਂ ਜੋ ਅੱਗੇ ਇਹਨਾਂ ਦਾ ਹੋਰ ਚੱਲ ਰਿਹਾ ਹੈਗਾ, ਜਿਹੜੀਆਂ ਸਰਕਾਰਾਂ ਚੱਲਦੀਆਂ, ਜੇ ਉਹਨਾਂ ਨੇ ਕੁਛ ਇਹ ਕੀਤਾ ਤਾਂ ਰਾਜੇਵਾਲ ਵੀ ਹੁਣ ਇਹ ਤੋਂ ਕੱਢ ਲਊਗਾ। ਦੂਜੀ ਗੱਲ ਇਹ ਆ ਕਿ ਪਿਛਲਾ ਇਤਿਹਾਸ ਦੱਸਦਾ 1984 'ਚ ਭੁਪਿੰਦਰ ਸਿੰਘ ਮਾਨ ਜਿਹੜਾ ਜਥੇਬੰਦੀ ਦਾ ਬਹੁਤ ਭਾਰਤ ਲੈਵਲ ਦਾ ਲੀਡਰ ਸੀਗਾ, ਉਹਨੂੰ ਵੀ ਰਾਜ ਸਭਾ ਮੈਂਬਰ ਬਣ ਕੇ ਦੇਖ ਲਿਆ, ਕਿਸਾਨਾਂ ਦਾ ਕੋਈ ਨਹੀਂ। ਰਾਜੇਵਾਲ ਵੀ ਤਾਂ ਲੱਖੋਵਾਲ ਯੂਨੀਅਨ ਦੇ ਵਿੱਚੋਂ ਨਿਕਲੇ ਹੋਏ ਨੇ, ਰਾਜੇਵਾਲ ਵੀ ਲੱਖੋ ਯੂਨੀਅਨ 'ਚ ਨਿਕਲੇ ਹੋਏ ਨੇ। ਉੱਥੋਂ ਹੀ ਨਿਕਲੇ ਆ। ਇਹ ਪਹਿਲਾ ਇਤਿਹਾਸ ਹੀ ਦੱਸਦਾ ਕਿ ਉਹ ਭੁਪਿੰਦਰ ਮਾਨ ਵੀ ਇੱਥੇ ਭਾਰਤ ਕਿਸਾਨ ਯੂਨੀਅਨ ਦਾ ਜਿਹੜਾ ਅੱਜ ਸਾਡੀਆਂ ਜਥੇਬੰਦੀਆਂ ਲੱਗ ਲੱਗੀਆਂ, ਉਹ ਇਹਦੇ ਵਿੱਚੋਂ ਸੀਗੀਆਂ ਸਾਰੀਆਂ ਜਥੇਬੰਦੀਆਂ, ਤਾਂ ਹੀ ਇਸ ਵਿਰੋਧ ਤੋਂ ਨਿਕਲੀਆਂ ਸੀਗੀਆਂ ਜਦੋਂ ਇਹ ਪਾਰਲੀਮੈਂਟਰੀ ਸਿਸਟਮ ਵਿੱਚ ਚੱਲ ਗਈਆਂ ਸੀਗੀਆਂ। ਅੱਛਾ, ਇਹ ਦੱਸੋ ਕਿ ਇੱਕ SSM ਦੇ ਵਿੱਚ ਕਨਵਰਟ ਹੋ ਗਿਆ। ਉਗਰਾਹਾਂ ਸਾਹਿਬ ਕਹਿੰਦੇ ਆ, ਉਹਨਾਂ ਦਾ ਬਿਆਨ ਸੀ ਕਿ ਜੇ ਰਾਜੇਵਾਲ ਐਜ਼ ਏ ਮੁੱਖ ਮੰਤਰੀ ਇਲੈਕਸ਼ਨ ਲੜਦੇ ਆ, ਅਸੀਂ ਕੋਈ ਸਮਰਥਨ ਨਹੀਂ ਕਰਾਂਗੇ, ਉਸੇ ਤਰ੍ਹਾਂ ਵਿਰੋਧ ਕਰਾਂਗੇ ਜਿਵੇਂ ਦੂਜੀਆਂ ਪਾਰਟੀਆਂ ਦਾ ਕਰਦੇ ਆ। ਹਾਂ, ਉਹਦਾ ਅਸੀਂ ਪਤਾ ਕੀ ਆ, ਸਾਡੀ ਜਥੇਬੰਦੀ ਦਾ ਸੰਵਿਧਾਨ ਆ ਜੀ। ਅਸੀਂ ਸੰਵਿਧਾਨ ਦੇ ਵਿੱਚ ਅਸੀਂ ਆਪਣੇ ਜਿਹੜਾ ਇਕਾਈ ਦਾ ਪ੍ਰਧਾਨ ਹੁੰਦਾ ਜਾਂ ਇਕਾਈ ਦਾ ਹੋਰ ਮੈਂਬਰ ਹੁੰਦਾ, ਮੀਤ ਪ੍ਰਧਾਨ ਹੁੰਦਾ ਪਿੰਡ ਦਾ ਵੀ, ਅਸੀਂ ਉਹਨੂੰ ਪੰਚਾਇਤ ਦੀਆਂ ਵੋਟਾਂ 'ਚ ਵੀ ਨਹੀਂ ਖੜਾ ਹੋਣ ਦਿੰਦੇ। ਨਹੀਂ, ਤੁਹਾਡਾ ਸੰਵਿਧਾਨ ਹੈ ਕਿ ਡਿਸਪਲਿਨ ਆਪਣਾ ਕੋਈ ਸੰਵਿਧਾਨ ਆ ਜੀ ਸਾਡਾ ਬਣਿਆ ਹੋਇਆ, ਵੱਖਰਾ ਬਣਾਇਆ ਹੋਇਆ ਹੈ? ਵੱਖਰਾ ਸੰਵਿਧਾਨ ਆ ਸਾਡਾ ਜੀ, ਸਾਡਾ ਵੱਖਰਾ ਸੰਵਿਧਾਨ ਆ। ਕਿਹੜਾ ਸੰਵਿਧਾਨ ਆ ਉਹ? ਕੀ ਉਹਦੀਆਂ ਮੱਦਾਂ ਹੈਗੀਆਂ ਨੇ? ਅਧਿਆਪਕਾਂ ਨੇ ਇਹਨੂੰ ਪੜ੍ਹਾਇਆ, ਭਾਰਤੀ ਕਿਸਾਨ ਨੇ ਆਪਦਾ ਸੰਵਿਧਾਨ ਆ ਬਣਾਇਆ ਹੋਇਆ, ਉਹਦੇ ਵਿੱਚ ਕੋਈ ਵੀ ਬੰਦਾ ਖੜਾ ਨਹੀਂ ਹੋ ਸਕਦਾ, ਚਾਹੇ ਉਹ ਪਿੰਡ ਇਕਾਈ ਦਾ ਕੋਈ ਮੀਤ ਪ੍ਰਧਾਨ ਆ, ਚਾਹੇ ਕੋਈ ਪਿੰਡ ਇਕਾਈ ਦਾ ਮੈਂਬਰ ਆ। ਸਾਡੀ ਜਥੇਬੰਦੀ ਉਹਨੂੰ ਅਥਾਰਟੀ ਨਹੀਂ ਦਿੰਦੀ। ਜੇ ਕੋਈ ਖੜਾ ਹੁੰਦਾ ਵੀ ਤਾਂ ਉਹਨੂੰ ਕਹਿੰਦੇ ਆ ਤੁਸੀਂ ਅਸਤੀਫਾ ਦੇ ਕੇ ਜਾ, ਉਸ ਤੋਂ ਬਾਅਦ 'ਚ ਚਾਹੇ ਤੂੰ ਮੈਂਬਰ ਲੜ, ਚਾਹੇ ਸਰਪੰਚ ਲੜ, ਚਾਹੇ ਕੋਈ ਮੁੱਖ ਮੰਤਰੀ ਦੀ ਲੜਦਾ। ਸਾਡੀ ਜਥੇਬੰਦੀ ਵੱਲੋਂ ਨਾ ਤਾਂ ਕੋਈ ਵੋਟਾਂ 'ਚ ਖੜਾ ਹੋਣ ਦਾ ਕੋਈ ਇਰਾਦਾ, ਨਾ ਕੋਈ ਹੋਵੇ। ਸਾਡੇ ਜਥੇਬੰਦੀ ਦਾ ਇਹ ਸੰਵਿਧਾਨ ਆ ਵੀ ਅਸੀਂ ਤਾਂ ਇੱਧਰ ਪੈਂਦੀ ਨਹੀਂ ਹੈਗੀ। ਅੱਛਾ, ਇੱਕ ਹੋਰ ਗੱਲ ਹੈ, ਜਦੋਂ ਤੁਹਾਡੀ ਸ਼ੁਰੂ ਦੇ ਵਿੱਚ ਤੁਹਾਡੇ ਇੱਕ ਮੈਂਬਰ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਸੀਗਾ ਵੀ ਅਸੀਂ ਤਾਂ ਸਟੇਜ ਤੋਂ ਕਿਸੇ ਧਾਰਮਿਕ ਬੰਦੇ ਨੂੰ ਬੋਲਣ ਨਹੀਂ ਦਿੰਦੇ, ਅਸੀਂ ਵਾਹਿਗੁਰੂ ਜੀ ਦਾ ਖਾਲਸਾ ਜਾਂ ਵਾਹਿਗੁਰੂ ਜੀ ਕੀ ਫਤਿਹ ਬੋਲਣ ਨਹੀਂ ਦਿੰਦੇ। ਨਾ ਇਹ ਗੱਲ ਨਹੀਂ ਹੈਗੀ ਵੀ ਵਾਹਿਗੁਰੂ ਜੀ ਦਾ ਖਾਲਸਾ। ਅੱਜ ਵੀ ਤੁਹਾਡੇ ਸਾਹਮਣੇ ਬੋਲਿਆ, ਮੈਂ ਵੀ ਵਾਹਿਗੁਰੂ ਜੀ ਦਾ ਖਾਲਸਾ ਕਿਹਾ, ਵਾਹਿਗੁਰੂ ਜੀ ਕੀ ਫਤਿਹ ਤੋਂ ਸਟਾਰਟ ਕਰਿਆ। ਸਾਰੇ ਅਸੀਂ ਸਿੱਖਾਂ, ਸਿੱਖ ਪਰਿਵਾਰ ਨਾਲ ਸਹਿਮਤ ਆ। ਸਾਡੇ ਪ੍ਰਧਾਨ ਜੀ ਸਿੱਖ ਨੇ, ਪਰ ਪ੍ਰਧਾਨ ਜੀ ਨੇ ਇੱਕ ਬਾਈਟ ਦੇ ਵਿੱਚ ਇਹ ਕਿਹਾ ਕਿ ਵੀ ਜਕਾਰਾ ਤਾਂ ਮੈਂ ਕਦੇ ਲਾਇਆ ਹੀ ਨਹੀਂ। ਨਹੀਂ, ਉਹਨਾਂ ਨੇ ਐਂ ਆਖਿਆ ਜੀ ਵੀ ਮੈਂ ਨਾਰੇ ਮਾਰਦਾ ਹੁੰਦਾ, ਜਕਾਰੀ ਨਹੀਂ ਮਾਰਦਾ ਹੁੰਦਾ। ਉਹਦਾ ਮਤਲਬ ਦੋ ਤਰ੍ਹਾਂ ਦਾ ਨਿਕਲ ਸਕਦਾ। ਜਿਹਨੇ ਗਲਤ ਮਤਲਬ ਕੱਢਣਾ ਉਹਦਾ ਗਲਤ ਮਤਲਬ ਹੀ ਕੱਢੂਗਾ, ਜਿਹਨੇ ਸਹੀ ਮਤਲਬ ਕੱਢਣਾ ਉਹਦਾ ਅਸੀਂ ਨਹੀਂ ਕਰਦੇ। ਲੋਕਾਂ ਦੇ ਸਵਾਲ ਲੋਕਾਂ ਮੈਸੇਂਜਰ ਆ ਲੋਕਾਂ ਵਾਰੀ ਕਹ ਰਹੇ ਜੀ ਵੀ ਜਿਹਨੇ ਉਹਦਾ ਗਲਤ ਮਤਲਬ ਕੱਢਿਆ ਉਹਦਾ ਗਲਤ ਕੱਢੀ ਜਾਊਗਾ। ਸਾਡੇ ਮਤਲਬ ਕਹਿਣ ਦਾ ਵੀ ਜਦੋਂ ਸਾਡੀ ਕੋਈ ਇਕੱਠ ਹੁੰਦੇ ਨੇ ਅਸੀਂ ਜ਼ਿਆਦਾ ਨਾਰੇ ਹੀ ਮਾਰਦੇ ਆ। ਇੱਕ ਨਾ ਦੇਖੋ, ਤੁਸੀਂ ਵੀ ਸੁਣਿਆ ਹੋਣਾ ਸਾਰਿਆਂ ਨੇ ਕਿ ਇਹ ਤਾਂ ਚਲੋ ਉਗਰਾਹਾਂ ਸਾਹਿਬ ਨੇ ਕਲੀਅਰ ਕਰਤਾ ਕਿ ਮੈਂ ਲੈਣਨਵਾਦੀ ਨਹੀਂ ਆ, ਮੈਂ ਮਾਰਕਸਿਜ਼ਮ ਨਹੀਂ ਆ। ਅੱਛਾ, ਇੱਕ ਜਿਹੜੇ ਸੀਗੇ ਮੇਘਾਲਿਆ ਦੇ ਜਿਹੜੇ ਰਾਜਪਾਲ ਸੀਗੇ ਨਾ, ਮਲਿਕ ਸਾਹਿਬ, ਸਤਪਾਲ ਮਲਿਕ ਸਾਹਿਬ, ਉਹਨਾਂ ਨੇ ਕਿਹਾ, ਉਹਨਾਂ ਦੇ ਬਿਆਨ ਤੁਸੀਂ ਵੀ ਸੁਣੇ ਹੋਣੇ ਆ। ਪਹਿਲੇ ਬਿਆਨ 'ਚ ਉਹਨਾਂ ਨੇ ਇਹ ਕਿਹਾ ਸੀਗਾ ਕਿ ਇਹਨਾਂ ਦਾ ਤਾਂ 300 ਸਾਲ ਦਾ ਇਤਿਹਾਸ ਹੈ, ਭੁੱਲਦੇ ਨਹੀਂ। ਠੀਕ ਹੈ, ਫਿਰ ਇੱਕ ਹੋਰ ਬਿਆਨ ਉਹਨਾਂ ਦਾ ਆਉਂਦਾ ਹੈ ਕਿ ਮੈਂ ਮੋਦੀ ਨੂੰ ਕਿਹਾ ਸੀਗਾ ਵੀ ਇਹ 1 ਸਾਲ ਦਾ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਤਾਂ 750 ਸਾਲ ਜਿਹੜਾ ਸੰਘਰਸ਼ ਕਰਦੇ ਰਹੇ ਆ। ਫਿਰ ਉਹਨੇ ਕਾਮਰੇਡਾਂ ਦਾ ਹੀ ਕਿਉਂ ਨਹੀਂ ਨਾਂ ਲੈਤਾ? ਉਹਨੇ ਸਤਪਾਲ ਮਲਿਕ ਨੇ, ਉਹਨਾਂ ਦਾ ਬੰਦਾ, ਉਹਨੇ ਕਿਉਂ ਸਿੱਖੀਜ਼ਮ ਤੋਂ ਹੀ ਕਿਉਂ ਕੋਟੇਸ਼ਨਾਂ ਚੁੱਕੀਆਂ? ਮੈਡਮ, ਕਾਮਰੇਡ ਨਹੀਂ ਹੈਗੇ, ਇੱਕ ਵਿਚਾਰਧਾਰਾ, ਕਮਿਊਨਿਸਟ ਵਿਚਾਰਧਾਰਾ। ਉਹ ਬਾਬੇ ਨਾਨਕ ਦੀ ਵੀ ਉਹੀ ਵਿਚਾਰਧਾਰਾ ਰਹੀ ਹੈ ਜਿਹਦੇ ਅਸੀਂ ਲੜਦੇ ਰਹੇ ਹਾਂ। ਕੋਈ ਐ ਨਹੀਂ ਹੈਗਾ ਵੀ ਅਸੀਂ ਸਿੱਖ ਨਹੀਂ ਹੈਗੇ। ਉਗਰਾਹਾਂ ਸਾਹਿਬ ਵੀ ਸਿੱਖ ਨੇ, ਉਹਨਾਂ ਦੀ ਫੈਮਿਲੀ, ਉਹਨਾਂ ਦੇ ਜਮਾਈ ਨੇ, ਉਹਨਾਂ ਦੇ 2 ਬੇਟੀਆਂ ਨੇ, 2
ਉਹਦੇ ਜਮਾਈ ਨੇ ਦੋਤੇ ਨੇ ਸਾਰੇ ਸਿੱਖ ਨੇ, ਉਹਨਾਂ ਦੇ ਅੰਮ੍ਰਿਤ ਛਕੇ ਹੋਏ ਨੇ, ਦਾੜੀ ਪੱਕਾ ਬੰਨ੍ਹਦੇ ਨੇ, ਆਪ ਵੀ ਗ੍ਰਾਮ ਸਾਹਿਬ ਪੱਗ ਬੰਨ੍ਹਦੇ ਨੇ। ਇਹਦਾ ਮਤਲਬ ਐਂ ਤਾਂ ਨਹੀਂ ਇਹ ਕੋਈ ਕਾਮਰੇਡ ਧਰਮ ਤੋਂ ਪਰਾਂ ਤਾਂ ਨਹੀਂ ਹੈਗੇ, ਉਹਦੇ ਇੱਕ ਵਿਚਾਰਧਾਰਾ ਕਮਿਊਨਿਸਟ, ਬਾਬੇ ਨਾਨਕ ਦੀ ਵੀ ਕਮਿਊਨਿਸਟਾਂ ਵਰਗੀ ਵਿਚਾਰਧਾਰਾ ਦੀ, ਐਂ ਤਾਂ ਨਹੀਂ ਅਸੀਂ ਕਾਮਰੇਡ ਤਾਂ ਨਹੀਂ ਬਣ ਗਏ ਉਹਦੇ ਨਾਲ। ਮੇਰਾ ਲਾਸਟ ਸਵਾਲ ਹੈ, ਜਦੋਂ ਉੱਥੋਂ ਹਾਲੇ ਪੂਰੀ ਤਰ੍ਹਾਂ ਮੋਰਚਾ ਜਿੱਤਿਆ ਨਹੀਂ ਗਿਆ ਮੇਰੇ ਹਿਸਾਬ ਨਾਲ, ਜਿਹੜਾ ਮਿਨੀਮਮ ਸਪੋਰਟ ਪ੍ਰਾਈਜ਼ ਆ ਉੱਤੇ ਖੜਾ ਹੈ, ਉਹ ਤੇ ਖੜਿਆ ਹਾਂ ਜੀ। ਜਿਹੜੇ ਆਪਣਾ ਲਖੀਮਪੁਰ ਵਾਲੀ ਘਟਨਾ ਦਾ ਮਸਲਾ ਉੱਥੇ ਖੜਾ ਹੈ। ਹਾਂ ਜੀ, ਇਹਨਾਂ ਨੇ ਇਹੀ ਗੱਲ ਦੇ ਮਾਰੇ ਦਾ ਗ੍ਰਾਮ ਸਾਹਿਬ ਬੋਲ ਰਹੇ ਨੇ ਵੀ ਆਪਾਂ ਅਜੇ ਪੂਰੀ ਤਰ੍ਹਾਂ ਮੋਰਚਾ ਜਿੱਤੇ ਨਹੀਂ, ਜਿਹਦੇ ਵਿੱਚ MSP ਪਈ ਆ ਪੂਰੀ, ਤੇ ਲਖੀਮਪੁਰੀ ਵਾਲੀ ਘਟਨਾ ਪਈ ਆ ਜਿਹਦੇ ਵਿੱਚ ਜਿਹੜੇ ਲੋਕਾਂ ਦੇ ਪਰਚੇ ਪਏ ਨੇ। ਅਜੇ ਵੀ ਲੋਕਾਂ ਨੂੰ ਪਿੰਡਾਂ ਦੇ ਵਿੱਚ ਕਾਲਾਂ ਆਉਂਦੀਆਂ ਨੇ ਵੀ ਤੁਹਾਡੇ ਤੇ ਦਿੱਲੀ ਪਰਚਾ, ਉਹ ਪਰਚੇ ਰਹਿੰਦੇ ਨੇ। ਇਹਨਾਂ ਨੇ ਉਹ ਸੰਯੁਕਤ ਮੋਰਚੇ ਨੂੰ ਤੋੜ ਕੇ ਇਹਨਾਂ ਨੇ ਆਪਦਾ ਮੋਰਚਾ ਬਣਾ ਕੇ ਆਪਣੀ ਰੋਟੀਆਂ ਸੇਕਣ ਦੀ ਹੋ ਗਈ। ਇਹਨਾਂ ਨੂੰ ਛੇਤੀ ਹੋ ਗਿਆ ਵੀ ਅਸੀਂ ਮੁੱਖ ਮੰਤਰੀ ਬਣ ਜਾਈਏ, ਅਸੀਂ ਮੰਤਰੀ ਬਣ ਜਾਈਏ, ਅਸੀਂ MLA ਬਣ ਜਾਈਏ। ਨਰਮੇ ਦਾ ਵੀ ਰਹਿੰਦਾ ਪ੍ਰਧਾਨ ਜੀ ਕਹਿੰਦੇ ਨੇ, ਤੇ ਉਹਨਾਂ ਨੂੰ ਆਪਦੀ ਕਾਹਲ ਹੋ ਗਈ ਨਾ ਛੇਤੀ ਵੀ ਅਸੀਂ ਛੇਤੀ ਮੁੱਖ ਮੰਤਰੀ, ਕੋਈ ਆਪ ਵੱਲੋਂ ਹੋ ਰਿਹਾ, ਕੋਈ ਕਾਸੇ ਵੱਲੋਂ ਹੋ ਰਿਹਾ। ਮੌਜੂਦਾ ਜਿਹੜੀ ਸਰਕਾਰ ਆ, ਚੰਨੀ ਸਰਕਾਰ ਆ, ਇਹਨੇ ਜੋ ਵਾਅਦੇ ਕੀਤੇ ਕਿਸਾਨਾਂ ਨਾਲ ਪੂਰੇ ਕਰਤੇ? ਕਿੱਥੇ ਕਰੇ ਨੇ ਜੀ, ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ ਹੈਗਾ। ਉਹਨਾਂ ਦੇ ਕਰਕੇ ਧਰਨੇ ਲਾਏ, ਉਹਨਾਂ ਦੇ ਕਰਕੇ ਧਰਨੇ ਲਾਏ ਇਹਨਾਂ ਨੇ ਕਰੋ, ਤੇ ਉਹਨਾਂ ਕੋਈ ਵਾਅਦਾ ਨਹੀਂ ਪੂਰਾ ਕਰਿਆ। ਇਹਦਾ ਇਕੱਲੇ ਬੋਰਡ ਲੱਗੇ ਹੋਏ ਨੇ, ਆ ਮੁਆਵਜ਼ੇ ਦਾ ਬੋਰਡ ਲਾਇਆ ਪਿਆ, ਅੱਜ ਮਾਸਟਰਾਂ ਬਾਰੇ ਲਾਇਆ ਪਿਆ। ਜੇ ਇੰਨਾ ਕੁਝ ਹੋਵੇ ਅਸੀਂ ਸਾਨੂੰ ਉਰੇ ਆਉਣ ਦੀ ਲੋੜ ਹੀ ਨਹੀਂ ਸੀ, ਅਸੀਂ ਸੰਗਰੂਰ ਤੋਂ ਉਰੇ ਆਏ ਆ ਜਲੰਧਰ 400 ਕਿਲੋਮੀਟਰ। ਟੋਲ ਪਲਾਜ਼ਿਆਂ ਵਾਲਾ ਵੀ ਮਸਲਾ ਉੱਥੇ ਖੜਾ, ਟੋਲ ਪਲਾਜ਼ਿਆਂ ਤੇ ਇਹ ਪਰਚੀ ਦੁੱਗਣੀ ਕਰਨਾ ਚਾਹੁੰਦੇ ਨੇ। ਇਹਨਾਂ ਨੂੰ ਆਇਆ ਵੀ ਜਿਹੜੇ ਪਿਛਲੇ ਸਾਲ 1 ਸਾਲ ਦੇ ਵਿੱਚ ਜਿਹੜੇ ਵੀ ਬੰਦ ਰਹੇ ਨੇ ਟੋਲ ਪਲਾਜ਼ੇ, ਅਸੀਂ ਦੁੱਗਣੀ ਫੀਸ ਕਰਕੇ ਇਹਨੂੰ ਆਪਦੇ ਘਾਟੇ ਨੂੰ ਅਸੀਂ ਪੂਰਾ ਕਰ ਲਈਏ। ਪਰ ਸਾਡੀ ਜਥੇਬੰਦੀ ਅੜੀ ਹੋਈ ਆ, ਇਹਨਾਂ ਨੂੰ ਪੁਰਾਣੀਆਂ ਫੀਸਾਂ ਤੇ ਚਲਾਓ ਤਾਂ ਇਹਨਾਂ ਨੂੰ ਛੱਡਾਂਗੇ ਅਸੀਂ। ਚਲੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ, ਸਰਕਾਰ ਨੇ ਮੀਟਿੰਗ ਦੇ ਵਿੱਚ ਦਾਅਵਾ ਕਰਿਆ ਵੀ ਅਸੀਂ ਪੁਰਾਣੀ ਪਰਚੀ ਰੱਖਾਂਗੇ। ਸਾਡੀ ਗੜਕਰੀ ਸਾਹਿਬ ਨਾਲ ਗੱਲ ਹੋਊਗੀ ਤਾਂ ਵੀ ਜੇ ਪੁਰਾਣੀ ਪਰਚੀ ਤੇ ਰੱਖਣਗੇ ਤਾਂ ਅਸੀਂ ਟੋਲ ਪਲਾਜ਼ੇ ਛੱਡ ਦਾਂਗੇ। ਨਹੀਂ, ਜਦੋਂ ਵਾਹਨ ਲਿਆ ਜਾਂਦਾ ਉਦੋਂ ਵੀ ਟੈਕਸ ਭਰਿਆ ਜਾਂਦਾ, ਪੈਟਰੋਲ ਪਾਓ ਤਾਂ ਟੈਕਸ ਭਰਿਆ ਜਾਂਦਾ, RC ਲਓ ਤਾਂ ਟੈਕਸ ਭਰਿਆ ਜਾਂਦਾ, ਲਾਇਸੈਂਸ ਲਓ ਤਾਂ ਟੈਕਸ ਭਰਿਆ ਜਾਂਦਾ। ਇਹ ਟੈਕਸ ਪਿੱਛੇ ਰਹਿ ਗਿਆ, ਬੰਦ ਕਿਉਂ ਨਹੀਂ ਕਰਾਉਣ ਵਾਲੇ ਪਾਸੇ? ਇਹ ਬੰਦ ਤਾਂ ਹੋਣੀ ਚਾਹੀਦੀ ਨੇ। ਰੋਡ ਟੈਕਸ ਦਾ ਪਤਾ ਪਹਿਲੀ ਲੈ ਲੈਂਦੇ ਨੇ। ਅਜੇ ਲੋਕਾਂ ਦਾ ਸਾਥ ਉਨੇ ਤਰ੍ਹਾਂ ਹੈ ਨਹੀਂ। ਪਿੰਡਾਂ ਦੇ ਵਿੱਚ ਲੋਕ ਥੋੜੀ ਗਿਣਤੀ ਦੇ ਵਿੱਚ ਅੰਦੋਲਨਾਂ ਦੇ ਵਿੱਚ ਜਾਂਦੇ ਨੇ। ਅੱਧੇ ਰਾਜਨੀਤਿਕ ਪਾਰਟੀਆਂ ਤੁਹਾਡੇ ਸਾਹਮਣੇ ਹੋਣ, ਵੋਟਾਂ ਦੇ ਵਿੱਚ ਜਿਹੜੇ ਲੋਕ ਖੜੇ ਨੇ ਉਹਨਾਂ ਦੇ ਮਗਰ ਲੋਕ ਅਜੇ ਵੀ ਟਰਾਲੀਆਂ ਭਰ ਜਾਈ ਜਾਂਦੇ ਨੇ। ਇਹ ਉਹ ਲੋਕ ਜਾਂਦੇ ਨੇ ਜਿਨ੍ਹਾਂ ਦੀ ਜ਼ਮੀਰ ਮਰੀ ਹੋਈ ਆ, ਜਿਨ੍ਹਾਂ ਦੇ ਜਵਾਕਾਂ ਨੂੰ ਦੁੱਖ ਆ। ਦੇਖ ਲਓ ਤੁਹਾਡੇ ਸਾਹਮਣੇ ਬੈਠੇ ਨੇ ਜਿਹੜੇ ਪ੍ਰੋਫੈਸਰ ਨੇ, ਇਹ ਵਿਚਾਰੇ ਕਿਵੇਂ ਆਪਦੇ ਜਵਾਕ ਪਾਲਣਗੇ? ਹੁਣ 10-10, 15-15 ਸਾਲ ਇਹਨਾਂ ਨੂੰ ਨੌਕਰੀਆਂ ਕਰਦਿਆਂ ਨੂੰ ਹੋ ਗਏ। ਹੁਣ ਕਹਿੰਦੇ ਤੁਸੀਂ ਆਪਣੇ ਘਰਾਂ ਨੂੰ ਜਾਓ। ਮੇਰਾ ਆਖਰੀ ਸਵਾਲ, ਕੋਡ ਆਫ ਕੰਡਕਟ ਲੱਗਣ ਵਾਲਾ, ਜੇ ਸਰਕਾਰ ਇਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਤੇ ਇਹਨਾਂ ਨੇ ਜੇ ਸੰਘਰਸ਼ ਤਿੱਖਾ ਕਰਦੇ ਤਾਂ ਸਾਥ ਦਿਓਗੇ ਨਾਲ? ਹਾਂ, ਦੇਵਾਂਗੇ ਸਾਥ ਇਹਨਾਂ ਦੀ ਪੂਰੀ। ਪ੍ਰਧਾਨ ਜੀ ਵੀ ਬੋਲੇ ਨੇ, ਇਹਨਾਂ ਦੀ ਪਿੱਠ ਤੇ ਖੜਿਆ ਸੀ। ਜਦੋਂ ਇਹਨਾਂ ਨੂੰ ਲੋੜ ਪਈ ਇਹਨਾਂ ਨੂੰ ਕਿਹਾ ਹੋਇਆ, ਜਦੋਂ ਆਵਾਜ਼ ਮਾਰਨਗੇ ਸਾਡੀ ਜਥੇਬੰਦੀ ਇਹਨਾਂ ਦੀ ਪੂਰੀ ਸਾਥ ਦੇਣ ਲਈ ਇਹਨਾਂ ਦੀ ਪਿੱਠ ਤੇ ਖੜੀ ਆ, ਉਹਦੀ ਆਵਾਂਗੇ। ਸੋ ਇਹ ਸਨ ਏਕਤਾ ਉਗਰਾਹਾਂ ਦੇ ਮੈਂਬਰ ਜਿਨ੍ਹਾਂ ਨੇ ਇਹ ਵਾਅਦਾ ਕੀਤਾ ਕਿ ਅਸੀਂ ਵਿਦਿਆਰਥੀਆਂ ਦਾ ਤੇ ਅਧਿਆਪਕਾਂ ਦਾ ਲਾਸਟ ਸਮੇਂ ਤੱਕ ਸਾਥ ਦੇਵਾਂਗੇ। ਧੰਨਵਾਦ। 29 ਦਸੰਬਰ ਵਾਲੇ ਦਿਨ ਪ੍ਰਗਟ ਸਿੰਘ ਦੇ ਘਰ ਦੇ ਵਿੱਚ ਗੈਸਟ ਫੈਕਲਟੀ, ਸਰਕਾਰੀ ਕਾਲਜ ਦੇ ਜਿਹੜੇ ਅਧਿਆਪਕ, ਅਸਿਸਟੈਂਟ ਪ੍ਰੋਫੈਸਰ ਔਰ PTT ਅਧਿਆਪਕ, ਉਹਨਾਂ ਦੇ ਸਮਰਥਨ ਦੇ ਵਿੱਚ ਕਿਸਾਨ ਯੂਨੀਅਨ ਜਥੇਬੰਦੀਆਂ ਪਹੁੰਚੀਆਂ ਨੇ। ਖਾਸ ਕਰ ਜਿਨ੍ਹਾਂ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਹੁੰਚੀਆਂ। ਉੱਥੇ ਕੁਝ ਸਟੂਡੈਂਟ ਵੀ ਆਪਣੇ ਅਧਿਆਪਕਾਂ ਦੇ ਸਮਰਥਨ ਦੇ ਵਿੱਚ ਪਹੁੰਚੇ ਨੇ। ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੁਹਾਡਾ ਨਾਮ? ਮੇਰਾ ਨਾਮ ਰਮਨ, ਪਿੰਡ ਮੇਰਾ ਕਾਲਜ, ਜ਼ਿਲ੍ਹਾ ਸੰਗਰੂਰ ਤੋਂ ਅਸੀਂ ਆਏ ਹਾਂਗੇ। ਅਸੀਂ ਅੱਡ ਕਾਲਜਾਂ ਦੇ, ਸਰਕਾਰੀ ਕਾਲਜਾਂ 'ਚ ਜਿਹੜੇ ਅਸੀਂ ਜਥੇਬੰਦੀ ਵੱਲੋਂ ਕੰਮ ਕਰਦੇ ਹਾਂ, ਜਥੇਬੰਦੀ ਬਣੀ ਹੋਈ ਆ, ਉਹਨਾਂ 'ਚੋਂ ਅੱਡ ਥਾਵਾਂ ਤੋਂ ਅਸੀਂ ਅੱਡ ਕਾਲਜਾਂ 'ਚ ਪਾਏ। ਅੱਛਾ, ਜਿਹੜਾ ਇਹ ਅਧਿਆਪਕਾਂ ਦਾ ਗੈਸਟ ਫੈਕਲਟੀ ਜਿਹੜੇ ਪ੍ਰੋਫੈਸਰ ਨੇ, ਸਹਾਇਕ ਪ੍ਰੋਫੈਸਰ ਨੇ, ਇਹਨਾਂ ਦੇ ਨਾਲ ਜੋ ਕੁਝ ਹੋਇਆ, ਕਿਉਂਕਿ ਇਹਨਾਂ ਨੂੰ 18 ਸਾਲ ਦੀ ਇਹਨਾਂ ਦੀ ਸਰਵਿਸ ਹੋਈ ਹੈ ਔਰ ਉਹਨਾਂ ਦੀ ਜਗ੍ਹਾ ਨਵੀਂ ਭਰਤੀ ਕੀਤੀ ਗਈ ਹੈ। ਹਾਈ ਕੋਰਟ ਨੇ ਸਟੇ ਕਰ ਦਿੱਤਾ, ਪ੍ਰੋਸੈਸ ਜਿਹੜਾ ਸੀਲਡ ਹੋ ਗਿਆ। ਦੇ ਬਾਵਜੂਦ ਵੀ ਰਾਤ ਦੇ ਕਹਿੰਦੇ 12 ਵਜੇ, ਲੋਕਾਂ ਦੇ ਕਹਿਣਾ ਕਿ ਰਾਤ ਦੇ 12 ਵਜੇ ਉਹਨਾਂ ਨੂੰ ਅਪਾਇੰਟਮੈਂਟ ਲੈਟਰਸ ਦਿੱਤੀਆਂ ਗਈਆਂ। ਇਹਨੂੰ ਕਿਵੇਂ? ਬਿਲਕੁਲ ਜੀ, ਇਹ ਤਾਂ ਸਰਕਾਰ ਯਾਨੀ ਪਹਿਲਾਂ ਤਾਂ ਪੋਸਟਾਂ ਨਹੀਂ ਕੱਢਦੀ ਹੈਗੀ। ਇਹ ਅਸਿਸਟੈਂਟ ਪ੍ਰੋਫੈਸਰ 25 ਸਾਲਾਂ ਬਾਅਦ ਪੋਸਟਾਂ ਨਿਕਲੀਆਂ ਨੇਗੀਆਂ। ਪਹਿਲਾਂ ਪੋਸਟਾਂ ਨਿਕਲੀਆਂ, ਇਹਨੇ ਕੱਢੀਆਂ ਹੈਗੀਆਂ ਜਾਣ ਬੁੱਝ ਕੇ। ਉਹ ਵੀ ਪਹਿਲਾਂ ਵੀ ਕਹਿੰਦੇ ਰੋਕ ਲੱਗੀ ਹੋਈ ਸੀ ਹਾਈ ਕੋਰਟ 'ਚ। ਹਰ ਵਾਰੀ ਹਰ ਸਰਕਾਰ ਦਾ ਇਹ ਬਣ ਗਿਆ ਵੀ ਇਹ ਬਹਾਨਾ ਲੈ ਲਓ ਵੀ ਤੁਹਾਡਾ ਹਾਈ ਕੋਰਟ 'ਚ ਕੇਸ ਚੱਲਦਾ।
635 ਜਿਹੜੇ ਈਡੀਟੀਆਂ ਉਹਨਾਂ ਦੇ ਕੇਸ ਚੱਲ, ਜਿੰਨੀਆਂ ਭਰਤੀਆਂ ਨੇ ਸਾਰੇ ਦੇ ਕੇਸ ਬਹਾਨਾ ਮਿਲ ਜਾਂਦਾ ਵੀ ਰੋਕ ਲੱਗੀ ਤੇ ਅਸੀਂ ਅਪਾਇੰਟ ਨਹੀਂ ਕਰਦੇ। ਹੁਣ ਜਿਹੜਾ ਇਹ ਅਪਾਇੰਟਮੈਂਟਾਂ ਮਿਲ ਰਹੀਆਂ ਨੇ, ਇਹ ਵੀ ਸਰਕਾਰ ਦੀ ਇੱਕ ਤਰ੍ਹਾਂ ਇੱਕ ਚਾਲ ਆ ਗਈ ਵੀ ਇੱਥੇ ਜਿਹੜੇ ਤਾਂ ਅਪਾਇੰਟ ਹੋਣ ਵਾਲੇ ਨੇ ਜਾਂ ਉਹਨਾਂ ਜਿਹੜੇ ਪਹਿਲਾਂ ਪੋਸਟਾਂ 'ਤੇ ਬੈਠੇ ਨੇ ਉਹਨੂੰ ਆਪਸ ਦੇ ਵਿੱਚ ਲੜਾਉਣਾ ਗਾ, ਉਹਨੂੰ ਆਪਸ ਦੇ ਵਿੱਚ ਜਿਹੜੀ ਮੁੱਖ ਨਿਸ਼ਾਨਾ ਸਰਕਾਰ ਨਾ ਰਹੇ, ਉਹ ਨਿਸ਼ਾਨਾ ਆਪਸ 'ਚ ਉਲਝੀਏ ਅਸੀਂ। ਇਹ ਹਰ ਵਾਰੀ ਸਰਕਾਰ ਦੀ ਚਾਲ ਹੁੰਦੀ ਹੈਗੀ ਇਸੇ ਤਰੀਕੇ ਨਾਲ। ਉਹ ਚਾਹੇ ਹਾਈ ਕੋਰਟ 'ਚ ਰੋਕ ਲੱਗੀ ਆ, ਫਿਰ ਇਹਦੇ ਬਾਵਜੂਦ ਜਿਹੜੇ ਜੁਆਇਨਿੰਗਾਂ ਹੋ ਰਹੀਆਂ ਨੇ, ਇਹਨੂੰ ਤਾਂ ਅਸੀਂ ਇਹ ਦੇਖਦੇ ਸਰਕਾਰ ਦੀ ਸਾਜ਼ਿਸ਼ ਆ। ਸਰਕਾਰੀ ਸਕੂਲਾਂ ਕਾਲਜਾਂ ਦੇ ਵਿੱਚ ਗਰੀਬ ਤਬਕੇ ਦੇ ਬੱਚੇ ਆਉਂਦੇ ਨੇ, ਠੀਕ ਹੈ, ਔਰ ਉਹ ਇਸ ਕਰਕੇ ਆਉਂਦੇ ਨੇ ਕਿ ਉੱਥੇ ਉਹਨਾਂ ਨੂੰ ਵੱਡੀਆਂ ਫੀਸਾਂ ਅਦਾ ਨਹੀਂ ਕਰਨੀਆਂ ਪਈਆਂ, ਠੀਕ ਹੈ। ਪਰ ਪਿਛਲੇ 17-18 ਸਾਲ ਤੋਂ ਗੈਸਟ ਫੈਕਲਟੀ ਦੇ ਨਾਂ 'ਤੇ PTA ਫੰਡ ਇਕੱਠਾ ਕੀਤਾ ਜਾਂਦਾ ਵਿਦਿਆਰਥੀਆਂ ਤੋਂ, ਉਹਨਾਂ 'ਚ ਤਨਖਾਹ ਦਿੱਤੀ ਜਾਂਦੀ, ਸੈਲਰੀ ਦਿੱਤੀ ਜਾਂਦੀ ਹੈ ਅਧਿਆਪਕਾਂ ਨੂੰ। ਜਿਵੇਂ ਪਹਿਲਾਂ 75 ਰੁਪਏ ਸੀ ਤੇ 150 ਰੁਪਇਆ ਕਰ ਦਿੱਤੀ ਦਿਹਾੜੀ ਦੀ। ਔਰ ਉਹ ਅਧਿਆਪਕਾਂ ਦਾ ਕਹਿਣਾ ਹੈ ਕਿ ਅਸੀਂ ਪ੍ਰੋਪਰ ਚੈਨਲ ਆਏ ਆ, UGC ਪਾਸ ਨੇ ਕਈ, ਔਰ ਕਈ ਜਿਹੜੇ ਆਪਣੇ ਹੈਗੇ ਨੇ ਉਹਨਾਂ ਦੀਆਂ ਸ਼ਰਤਾਂ ਬਿਲਕੁਲ ਕਰਕੇ ਆਏ ਹੈਗੇ ਨੇ। ਕਿ ਤੁਹਾਨੂੰ ਨਹੀਂ ਲੱਗਦਾ ਕਿ PTA ਫੰਡ ਦੇ ਨਾਲ ਜਿਹੜਾ ਹੈਗਾ ਸਾਡੇ ਮਾਪਿਆਂ 'ਤੇ ਬੋਝ ਪੈਂਦਾ, ਤੁਹਾਡੇ ਬਜਟ 'ਤੇ ਬੋਝ ਪੈਂਦਾ? ਤੁਸੀਂ ਇਹਦੇ ਖਿਲਾਫ ਕਦੇ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ ਹੈ? ਅਸੀਂ ਪੰਜਾਬ ਸਟੂਡੈਂਟ ਯੂਨੀਅਨ ਸਿਗਰਨਾ ਵੱਲੋਂ ਲਗਾਤਾਰ ਵਿਦਿਆਰਥੀਆਂ ਨੂੰ ਇਹ ਕਹਿ ਰਹੇ ਹਾਂ ਵੀ 1991-92 ਦੇ ਵਿੱਚ ਸਾਡੀ ਸਰਕਾਰਾਂ ਸਾਮਰਾਜੀ ਮੁਲਕਾਂ ਨਾਲ ਸਮਝੌਤੇ ਕਰਕੇ ਆਇਆ, ਅਤੇ ਉਦੋਂ ਵੀ ਉਹਦੇ ਤਹਿਤ ਹੀ ਜਿਹੜੀ ਹੁਣ ਨਵੀਂ ਸਿੱਖਿਆ ਨੀਤੀ 2020 ਆਈ ਹੈ, ਜਿਹਦੇ ਤਹਿਤ ਸਾਡੀ ਸਿੱਖਿਆ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣਾ ਹੈ, ਤਾਂ ਉਸ ਤਹਿਤ ਹੀ ਵਿਦਿਆਰਥੀਆਂ ਦੀਆਂ ਫੀਸਾਂ ਵੱਧ ਰਹੀਆਂ ਨੇ, ਉਹ ਫੰਡ ਵੱਧ ਰਹੇ ਨੇ, ਚਾਹੇ PTA ਫੰਡ ਹੋਵੇ, ਚਾਹੇ ਨਵੀਂ ਫੀਸਾਂ ਦੇ ਵਿੱਚ ਵਾਧਾ ਉਹ ਕਰ ਰਹੇ ਨੇ। ਉਹ ਇਹਨਾਂ ਨੀਤੀਆਂ ਪਾਲਿਸੀਆਂ ਦੇ ਤਹਿਤ ਹੀ ਕਰ ਰਹੇ ਨੇ। ਜੀ ਹਾਂਜੀ, ਬਿਲਕੁਲ ਵਿਦਿਆਰਥੀਆਂ ਦੀ ਜੇਬਾਂ ਦੇ ਉੱਤੇ ਡਾਕੇ ਦਿਨੋਂ ਦਿਨ ਸਰਕਾਰਾਂ ਮਾਰ ਰਹੀਆਂ ਨੇ। ਸਿੱਖਿਆ ਬੇਸ਼ੱਕ ਕਹਿਣ ਨੂੰ ਸਰਕਾਰੀ ਹੈ, ਬਾਬੇ ਨਾਨਕ ਨੇ ਵੀ ਕਿਹਾ ਸੀ ਵੀ ਸਿੱਖਿਆ ਵਿਚਾਰੀ ਤਾਂ ਪਰਉਪਕਾਰੀ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਪਰ ਅੱਜ ਵਿਦਿਆ ਵਿਚਾਰੀ ਸਮੇਂ ਦੇ ਸਰਕਾਰਾਂ ਨੇ ਦੁਕਾਨਦਾਰੀ ਬਣਾ ਕੇ ਰੱਖਦੀ, ਕਿਉਂਕਿ ਗਰੀਬ ਪਰਿਵਾਰਾਂ ਦੇ ਬੱਚੇ ਕੋਈ ਸੁਪਨਾ ਲੈ ਕੇ ਜਾਂਦਾ ਵੀ ਸਰਕਾਰੀ ਸਕੂਲ ਦੇ ਕਾਲਜ 'ਚੋਂ ਪੜ੍ਹ ਕੇ ਵੀ ਕੋਈ ਅਫਸਰ ਲੱਗਾਂਗੇ, ਘਰ ਦੀ ਗਰੀਬੀ ਦੂਰ ਕਰਾਂਗੇ। ਪਰ ਜਦੋਂ ਉਹ ਜਾਂਦਾ ਹੈ ਤਾਂ ਉਹਨੂੰ ਪਹਿਲਾਂ ਇੱਕ ਪ੍ਰੋਸਪੈਕਟ ਦਿੱਤਾ ਜਾਂਦਾ ਹੈ ਵੀ ਜੇ ਇੰਨੀਆਂ ਫੀਸਾਂ ਭਰਦਾ ਤਾਂ ਤੇਰਾ ਦਾਖਲਾ ਦੇਵਾਂਗੇ, ਜਿਹਨੂੰ ਤੇ ਸ਼ਰਤਾਂ ਮੜੀਆਂ ਜਾਂਦੇ ਨੇ ਵੀ ਤੂੰ ਲਾਇਬ੍ਰੇਰੀ ਫੰਡ ਵੀ ਦੇਣਾ ਪਊਗਾ, ਵਾਟਰ ਇਲੈਕਟ੍ਰੀਸਿਟੀ ਫੰਡ ਵੀ ਦੇਣਾ ਪਊਗਾ, ਬਿਲਡਿੰਗ ਫੰਡ ਵੀ ਦੇਣਾ ਪਊਗਾ। ਕਹਿਣ ਨੂੰ ਤਾਂ ਸਰਕਾਰੀ ਨੇ ਉਹ, ਪਰ ਉਹਦੇ ਫੀਸਾਂ ਪ੍ਰਾਈਵੇਟ ਕਾਲਜ ਜਿੰਨੀਆਂ ਹੋਈਆਂ ਪਈਆਂ ਨੇ। ਮੇਰਾ ਇੱਕ ਆਖਰੀ ਸਵਾਲ ਆ ਕਿ ਟੀਚਰ ਤੁਹਾਡੇ ਸੜਕਾਂ 'ਤੇ ਬੈਠੇ ਨੇ, ਕੀ ਸਿਲੇਬਸ ਤੁਹਾਡਾ ਪੂਰਾ ਹੋ ਗਿਆ? ਸਾਡਾ ਸਿਲੇਬਸ ਹੀ ਬਿਲਕੁਲ ਵੀ ਪੂਰਾ ਨਹੀਂ ਹੋਇਆ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਸਰਕਾਰੀ ਕਾਲਜ ਦੀ ਗੈਸਟ ਫੈਕਲਟੀ ਅਧਿਆਪਕ ਆਪਦੀਆਂ ਮੰਗਾਂ ਲੈ ਕੇ ਧਰਨੇ ਦੇ ਰਹੇ ਨੇ, ਜਿਹਦੇ ਨਾਲ ਇਹਨਾਂ ਦਾ ਵੀ ਨੁਕਸਾਨ ਹੋ ਰਿਹਾ ਹੈ ਤੇ ਇਦੋਂ ਜ਼ਿਆਦਾ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਕਿਉਂਕਿ ਹੁਣ ਆਹ 10 ਜਨਵਰੀ ਤੋਂ ਬਾਅਦ ਪੇਪਰ ਹੋਣੇ ਆ, ਬੱਚਿਆਂ ਦਾ ਕੋਈ ਸਿਲੇਬਸ ਨਹੀਂ ਪੂਰਾ, ਉਹਨਾਂ ਨੇ ਪੇਪਰਾਂ ਵਿੱਚ ਕੀ ਕਰਨਾ ਤੁਸੀਂ ਆਪ ਹੀ ਦੇਖ ਲਓ। ਅੱਛਾ, ਸੰਘਰਸ਼ ਜੇਕਰ ਸਰਕਾਰ ਮੰਗਾਂ ਨਹੀਂ ਮੰਨਦੀ, ਸੰਘਰਸ਼ ਜਿਹੜੇ ਅਧਿਆਪਕ ਤੇਜ਼ ਕਰਨਗੇ, ਤੁਸੀਂ ਸਾਥ ਦਿਓਗੇ? ਅਸੀਂ ਤਾਂ ਹੀ ਪਹਿਲਾਂ ਵੀ ਮੰਗਾਂ ਨੂੰ ਲੈ ਕੇ ਜਾਨੀ ਸੰਘਰਸ਼ ਕਰ ਰਹੇ ਹਾਂ, ਤੇ ਜਦੋਂ ਵੀ ਕਿਤੇ ਕੋਈ ਅਧਿਆਪਕ ਕਿਤੇ ਆਪਣੀਆਂ ਮੰਗਾਂ ਲੈ ਕੇ ਸੰਘਰਸ਼ ਕਰਦੇ ਅਸੀਂ ਪਹਿਲਾਂ ਵੀ ਉਹਦੇ ਹਮਾਇਤ 'ਚ ਜਾਂਦੇ ਹਾਂ, ਤੇ ਅੱਗੇ ਤੋਂ ਵੀ ਸਾਡੀਆਂ ਵੀ ਸਾਂਝੀਆਂ ਮੰਗਾਂ ਬਣਦੀਆਂ ਨੇ ਵਿਦਿਆਰਥੀ ਦੇ ਅਧਿਆਪਕਾਂ ਦੀਆਂ, ਅਸੀਂ ਜ਼ਰੂਰ ਇਹਨਾਂ ਦੀ ਹਮਾਇਤ ਕਰਾਂਗੇ। ਇਹ ਸਨ ਵਿਦਿਆਰਥੀ, ਪੰਜਾਬ ਸਟੂਡੈਂਟਸ ਯੂਨੀਅਨ ਦੇ ਵਿਦਿਆਰਥੀ, ਅਧਿਆਪਕਾਂ ਦੇ ਨਾਲ ਖੜੇ ਹਾਂ ਲਾਸਟ ਸਮੇਂ ਤੱਕ।